ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ। ਕਾफ़ੀ ਦਿਨਾਂ ਤੋਂ ਡਿਮਾਂਡ ਆ ਰਹੀ ਸੀ ਕਿ ਡਾਟਾਬੇਸ ਮੈਨੇਜਮੈਂਟ ਸਿਸਟਮ ਸਰ ਸਾਨੂੰ ਸਮਝ ਨਹੀਂ ਆ ਰਿਹਾ। ਕਾफ़ੀ ਬੱਚਿਆਂ ਨੇ ਟੈਸਟ ਸੀਰੀਜ਼ ਖਰੀਦੀ ਸੀਗੀ ਆਪਣੀ 750 MCQ ਵਾਲੀ। ਉਹਦੇ ਵਿੱਚ ਮੈਂ 115 ਕੁਐਸਚਨ ਬਣਾਏ ਆ ਸਪੈਸ਼ਲ DBMS ਦੇ ਉੱਪਰ। ਉਹਨਾਂ ਨੂੰ ਬਣਾਉਣ ਦਾ ਕਾਰਨ ਇਹੀ ਸੀਗਾ ਕਿ ਜੇਰ ਸੁਪਰੀਡੈਂਟ ਦੇ ਪੇਪਰ ਦੇ ਵਿੱਚ ਪੰਜਾਬ ਟ੍ਰਿਪਲ ਬੋਰਡ ਨੇ DBMS ਤੋਂ ਵਿੱਚੋਂ ਜਿਹੜੇ ਕੁਐਸਚਨ ਪੁੱਛੇ ਸੀਗੇ ਉਹ ਕਾਫੀ ਕਨਸੈਪਚੁਅਲ ਲੈਵਲ ਦੇ ਪੁੱਛੇ ਸੀਗੇ। ਮਤਲਬ ਜੇ ਆਪਾਂ ਥਿਊਰੀ ਨਹੀਂ ਪੜ੍ਹੀ ਤਾਂ ਆਪਾਂ ਉਹਨਾਂ ਕੁਐਸਚਨਾਂ ਦਾ ਆਨਸਰ ਨਹੀਂ ਕਰ ਸਕਦੇ ਸੀਗੇ। ਤਾਂ ਇਸ ਕਰਕੇ ਸਪੈਸ਼ਲ ਮੈਂ ਕੁਐਸਚਨ ਬਣਾਏ ਸੀ, ਉਹ ਜਿੰਨੇ ਵੀ DBMS ਦੇ ਉੱਪਰ ਇੰਪੋਰਟੈਂਟ ਕੁਐਸਚਨ ਬਣਦੇ ਆ ਉਹ ਮੈਂ ਟੈਸਟ ਸੀਰੀਜ਼ ਦੇ ਵਿੱਚ ਕੀ ਕੀਤੇ ਸੀਗੇ, ਇਨਕਲੂਡ ਕੀਤੇ ਸੀਗੇ। ਤੇ ਹੁਣ ਦੇਖੋ ਟੈਸਟ ਸੀਰੀਜ਼ ਦੀ ਵੀ ਪੜ੍ਹਨ ਦਾ ਫਾਇਦਾ ਤਾਂ ਹੀ ਹੈ ਜੇ ਆਪਾਂ ਥਿਊਰੀ ਪੜ੍ਹੀ ਹੋਊਗੀ। ਤੇ ਅੱਜ ਦਾ ਸੈਸ਼ਨ ਕਾਫੀ ਇੰਪੋਰਟੈਂਟ ਰਹਿਣ ਵਾਲਾ ਹੈ ਕਿਉਂਕਿ DBMS ਇੱਕ ਇਦਾਂ ਦਾ ਸਬਜੈਕਟ ਹੈਗਾ ਜਿਹਨੂੰ ਸਮਝਣਾ ਪੈਣਾ ਆਪਾਂ ਨੂੰ, ਠੀਕ ਹੈ। ਤਾਂ ਇਹਨੂੰ ਆਪਾਂ ਸਮਝਣ ਵਾਸਤੇ ਅੱਜ ਦੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਔਰ ਮੈਂ ਤੁਹਾਨੂੰ ਰਿਕਵੈਸਟ ਕਰਦਾ ਘੱਟੋ ਘੱਟ 2 ਵਾਰੀ ਵੀਡੀਓ ਨੂੰ ਜ਼ਰੂਰ ਰਿਪੀਟ ਕਰਿਓ। ਇਹ ਪਾਰਟ 1 ਹੈ ਅੱਜ, ਇਹਦਾ ਪਾਰਟ 2 ਵੀ ਆਊਗਾ। ਤੇ ਨਾਲ ਹੀ ਇਸ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ। ਤੇ ਜਿਹੜੇ ਬੱਚੇ ਨਵੇਂ ਨੇ ਰਾਜੇ ਚੈਨਲ ਤੇ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਠੀਕ ਹੈ ਜੀ, ਤਾਂ ਜੋ ਤੁਹਾਨੂੰ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਕੀ ਆ ਮਿਲਦੀ ਰਵੇ। ਚਲੋ ਸਟਾਰਟ ਕਰਦੇ ਆਪਾਂ ਅੱਜ ਦਾ ਸੈਸ਼ਨ ਬਹੁਤ ਵਧੀਆ ਢੰਗ ਦੇ ਨਾਲ। ਅੱਜ ਤੁਹਾਡੇ ਸਾਹਮਣੇ ਆਪਾਂ ਲੈ ਕੇ ਆਏ ਹਾਂ ਕੰਪਿਊਟਰ ਦੀ ਆਪਣੀ ਨੈਕਸਟ ਵੀਡੀਓ, ਜਿਹੜੀ ਕਿ ਕਾਫੀ ਇੰਪੋਰਟੈਂਟ ਹੈ ਰਾਜੇ ਆਪਣੇ ਆਉਣ ਵਾਲੇ ਐਗਜ਼ਾਮ ਪਟਵਾਰੀ ਵਾਸਤੇ। ਅੱਜ ਆਪਾਂ ਪੜਾਂਗੇ ਰਾਜੇ DBMS ਦੇ ਉੱਪਰ। ਅੱਜ ਇਹਦਾ ਪਾਰਟ 1 ਹੈ, ਇਸ ਤੋਂ ਇਲਾਵਾ ਇੱਕ ਪਾਰਟ ਹੋਰ ਆਊਗਾ। ਹੁਣ DBMS ਰਾਜੇ ਕਾਫੀ ਇੰਪੋਰਟੈਂਟ ਟੌਪਿਕ ਹੈ ਔਰ ਇਹ ਹੋ ਸਕਦਾ ਕਿ ਬਹੁਤ ਸਾਰੇ ਬੱਚਿਆਂ ਨੂੰ ਨਾ ਪਤਾ ਹੋਵੇ ਕਿਉਂਕਿ ਜਿਹੜੇ ਬੱਚੇ ਨੌਨ ਟੈਕਨੀਕਲ ਬੈਕਗਰਾਊਂਡ ਤੋਂ ਨੇ ਉਹਨਾਂ ਨੇ ਇਹਦੇ ਬਾਰੇ ਕਦੇ ਨਾ ਸ਼ਾਇਦ ਸੁਣਿਆ ਹੋਵੇ ਤੇ ਨਾ ਹੀ ਇਹਨੂੰ ਪੜ੍ਹਿਆ ਹੋਵੇ। ਪਰ ਇੱਕ ਗੱਲ ਦੀ ਮੈਂ ਸ਼ੋਰਟੀ ਦਿੰਦਾ, ਗਰੰਟੀ ਦਿੰਦਾ ਕਿ ਯੂਜ਼ ਸਾਰੇ ਕਰ ਰਹੇ ਆ ਇਹਨੂੰ। ਜਿਨ੍ਹਾਂ ਕੋਲ ਵੀ ਮੋਬਾਈਲ ਹੈਗਾ ਉਹ ਸਾਰੇ ਇਸ ਚੀਜ਼ ਨੂੰ ਯੂਜ਼ ਕਰ ਰਹੇ ਆ, ਡਾਟਾਬੇਸ ਨੂੰ। ਤਾਂ ਆਪਾਂ ਅੱਜ ਦੀ ਵੀਡੀਓ ਕਾਫੀ ਇਨਫੋਰਮੇਟਿਵ ਰਹੂਗੀ। ਇਹਦੇ ਵਿੱਚ ਸਾਰਾ ਕੁਝ ਪੜ੍ਹਾਂਗੇ ਵੀ ਡਾਟਾਬੇਸ ਹੁੰਦਾ ਕੀ ਹੈ, ਕਿਵੇਂ ਕ੍ਰੀਏਟ ਕੀਤਾ ਜਾਂਦਾ ਹੈ ਤੇ ਕਿਵੇਂ ਇਹਨੂੰ ਵਰਤੋਂ ਦੇ ਵਿੱਚ ਲਿਆ ਕੇ ਇਹ ਹੈਲਪਫੁਲ ਹੁੰਦਾ ਆਪਣੇ ਵਾਸਤੇ। ਤੇ ਸਾਰਾ ਕੁਝ ਪੜ੍ਹਨਾ ਹੈ ਔਰ ਆਪਾਂ ਉਹ ਚੀਜ਼ਾਂ ਪੜ੍ਹਨੀਆਂ ਨੇ ਜਿਹੜੀਆਂ ਕਿ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕਾਫੀ ਇੰਪੋਰਟੈਂਟ ਰੋਲ ਪਲੇ ਕਰਨਗੀਆਂ ਆਪਣੇ ਆਉਣ ਵਾਲੇ ਪਟਵਾਰੀ ਪੇਪਰ ਦੇ ਵਿੱਚ। ਚਲੋ ਸਟਾਰਟ ਕਰਦੇ ਆ ਰਾਜੇ। ਪਹਿਲਾਂ DBMS ਦੇ ਵਿੱਚ ਦੇਖਦੇ ਹਾਂ। ਇਹ ਆਪਣਾ ਹੋਇਆ ਸੀ ਜਿਹੜਾ 31 ਜਨਵਰੀ ਨੂੰ ਪੇਪਰ ਹੋਇਆ ਸੀ ਰਾਜੇ ਅਸਿਸਟੈਂਟ ਜੇਲ੍ਹ ਸੁਪਰੀਡੈਂਟ ਦਾ। ਉਹਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀਗਾ, ਬਹੁਤ ਵਧੀਆ ਕੁਐਸਚਨ ਪੁੱਛਿਆ ਔਰ ਬਹੁਤ ਕਨਸੈਪਚੁਅਲ ਲੈਵਲ ਦਾ ਕੁਐਸਚਨ ਪੁੱਛਿਆ। ਬਹੁਤ ਟ੍ਰਿਕੀ ਹੈ ਵੀ ਇਹਨੂੰ ਜਿਹੜੇ ਬੰਦੇ ਨੇ ਪੂਰੇ ਧਿਆਨ ਦੇ ਨਾਲ DBMS ਪੜ੍ਹੀ ਹੋਊਗੀ ਉਹੀ ਇਹਦਾ ਆਨਸਰ ਦੇ ਸਕਦਾ ਹੈ। ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਐਡਵਾਂਟੇਜ ਆਫ ਦਾ ਡਾਟਾਬੇਸ ਅਪਰੋਚ। ਜਦੋਂ ਤੁਸੀਂ ਇਹ ਵੀਡੀਓ ਦੇਖ ਲਓਗੇ 101% ਤੁਸੀਂ ਈਜ਼ੀਲੀ ਇਹਦਾ ਆਨਸਰ ਕਰ ਦੋਗੇ। ਤਾਂ ਨੋਟ ਪੁੱਛਿਆ ਤਾਂ ਇਹਦਾ ਆਨਸਰ ਹੈਗਾ ਰਾਜੇ ਇਹ ਤੁਹਾਨੂੰ ਮੈਂ ਸਮਝਾਊਂਗਾ ਕੀ ਚੱਕਰ ਹੁੰਦਾ। ਇਹ ਸਾਰੀਆਂ ਆਪਸ਼ਨਾਂ ਆਪਾਂ ਪੜ੍ਹਨੀਆਂ ਨੇ, ਸਾਰਾ ਕੁਝ ਆਪਾਂ ਨੂੰ ਸਮਝ ਆ ਜਾਊਗਾ ਜਦੋਂ ਆਪਾਂ ਕੀ ਕਰਾਂਗੇ, ਅੱਜ ਦੀ ਵੀਡੀਓ ਸਮਝ ਲਾਂਗੇ, ਧਿਆਨ ਨਾਲ ਦੇਖ ਲਵਾਂਗੇ। ਇਹਨੂੰ ਐਂਡ ਦੇ ਵਿੱਚ ਤੁਸੀਂ ਆਪਣੇ ਆਪ ਦੇਖਿਓ ਔਰ ਤੁਸੀਂ ਦੇਖਿਓ ਵੀ ਇਹਦਾ ਆਨਸਰ ਕੀ ਆਊਗਾ। ਹੁਣ ਸਟਾਰਟ ਕਰਦੇ ਹਾਂ ਰਾਜੇ। DBMS ਪੜ੍ਹਨ ਤੋਂ ਪਹਿਲਾਂ ਆਪਾਂ ਇਹਦਾ ਜਿਹੜਾ ਬਿਲਕੁਲ ਬੇਸਿਕ ਫੈਕਟ ਹੈਗਾ ਉਹ ਪੜ੍ਹਦੇ ਹਾਂ ਵੀ ਡਾਟਾ ਕੀ ਚੀਜ਼ ਹੁੰਦੀ ਹੈ ਸਭ ਤੋਂ, ਕਿਉਂਕਿ ਜਿਹੜਾ ਇਹਦਾ ਮੇਨ ਪਾਰਟ ਆ ਡਾਟਾ ਇਨਫੋਰਮੇਸ਼ਨ ਹੁੰਦਾ ਹੈ। ਹੁਣ ਡਾਟਾ ਦੇਖੋ ਮੈਂ ਲਿਖਿਆ ਹੋਇਆ, ਕੀ ਲਿਖਿਆ ਹੋਇਆ, ਰॉ ਫੈਕਟ। ਰॉ ਫੈਕਟ ਦਾ ਮਤਲਬ ਹੁੰਦਾ ਕਿ ਰਾਜੇ ਆਪਣਾ ਕੋਈ ਕੱਚਾ ਮਟੀਰੀਅਲ, ਹੁਣ ਮੰਨ ਲਓ ਕੋਈ ਵੀ ਪ੍ਰੋਡਕਟ ਤਿਆਰ ਹੁੰਦਾ ਉਹਦੇ ਵਾਸਤੇ ਰॉ ਮਟੀਰੀਅਲ ਚਾਹੀਦਾ ਹੁੰਦਾ ਤਾਂ ਹੀ ਉਹ ਪ੍ਰੋਡਕਟ ਤਿਆਰ ਹੋਊਗਾ। ਉਵੇਂ ਰਾਜੇ ਡਾਟਾਬੇਸ ਤਿਆਰ ਕਰਨ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਚਾਹੀਦਾ, ਰॉ ਮਟੀਰੀਅਲ ਚਾਹੀਦਾ, ਦੈਟ ਇਜ਼ ਡਾਟਾ। ਹੁਣ ਇਹਦੀਆਂ ਮੈਂ 2-3 ਐਗਜ਼ਾਮਪਲ ਤੁਹਾਨੂੰ ਦੱਸੂਗਾ ਕਿਉਂਕਿ ਆਪਣਾ ਜਿਹੜਾ ਬਿਲਕੁਲ ਬੇਸ ਬਣਨਾ ਇਸ ਟੌਪਿਕ ਦਾ ਇੱਥੋਂ ਹੀ ਬਣਨਾ ਹੈ। ਹੁਣ ਸਭ ਤੋਂ ਪਹਿਲੀ ਐਗਜ਼ਾਮਪਲ ਤੁਹਾਨੂੰ ਮੈਂ ਉਹ ਦੱਸੂਗਾ ਜਿਹੜੀ ਕਿ ਕਾਮਨ ਹੈ। ਹੁਣ ਆਪਾਂ ਕਿਸੇ ਨਾ ਕਿਸੇ ਟਾਈਮ ਤੇ ਸਾਰੇ ਸਟੂਡੈਂਟ ਰਹੇ ਹੋਵਾਂਗੇ, ਚਾਹੇ ਉਹ ਸਕੂਲ ਦੇ ਵਿੱਚ ਚਾਹੇ ਆਪਾਂ ਕਾਲਜ ਦੇ ਵਿੱਚ। ਮੰਨ ਲਓ ਆਪਾਂ ਕਿਸੇ ਕਾਲਜ ਜਾਂ ਸਕੂਲ ਦੇ ਵਿੱਚ ਐਡਮਿਸ਼ਨ ਕਰਾਉਣ ਚਲੇ ਗਏ, ਅੱਗੇ ਟੀਚਰ ਬੈਠਾ ਹੁੰਦਾ, ਉਹ ਪੁੱਛਦੇ ਆ ਭਾਈ ਤੇਰਾ ਨਾਮ ਕੀ ਹੈ, ਏਜ ਕੀ ਹੈ, ਤੇਰਾ ਐਡਰੈਸ ਕੀ ਹੈ, ਸਾਰਾ ਕੁਝ ਪੁੱਛਦੇ ਆਪਾਂ ਨੂੰ। ਵਰਬਲੀ ਪੁੱਛ ਲਿਆ ਉਹਨਾਂ ਨੇ, ਲਾਸਟ ਕਲਾਸ ਕਿਹੜੀ ਕੀਤੀ ਹੈ, ਉਹਦੀ ਪਰਸੈਂਟੇਜ ਕਿੰਨੀ ਹੈ, ਇਹ ਸਾਰਾ ਡਾਟਾ ਹੈ। ਪਰ ਜਦੋਂ ਡਾਟਾ ਉਦੋਂ ਤੱਕ ਕੀ ਰਹੂਗਾ, ਡਾਟਾ ਰਹੂਗਾ ਜਦੋਂ ਤੱਕ ਉਹ ਪ੍ਰੋਸੈਸ ਨਹੀਂ ਹੁੰਦਾ। ਹੁਣ ਉਸ ਤੋਂ ਬਾਅਦ ਜਦੋਂ ਆਪਾਂ ਕਹਿਤਾ ਵੀ ਹਾਂ ਅਸੀਂ ਭਾਈ ਅੱਗੇ ਮੰਨ ਲਓ +2 ਕੀਤੀ ਆ ਆਰਟਸ ਦੇ ਵਿੱਚ, ਅੱਗੇ ਅਸੀਂ BA ਦੇ ਵਿੱਚ ਐਡਮਿਸ਼ਨ ਲੈਣੀ ਆ, ਤਾਂ ਆਪਾਂ ਨੂੰ ਇੱਕ ਫਾਰਮ ਦੇ ਦਿੰਦੇ ਆ, ਰਜਿਸਟ੍ਰੇਸ਼ਨ ਫਾਰਮ। ਉਹਦੇ ਵਿੱਚ ਕੀ ਹੁੰਦੀਆਂ ਰਾਜੇ, ਫੀਲਡ ਬਣੀਆਂ ਹੁੰਦੀਆਂ। ਮੰਨ ਲਓ ਪਹਿਲੀ ਫੀਲਡ ਹੋਊਗੀ ਕਿ ਨੇਮ ਲਿਖ ਦਿਓ, ਇੱਥੇ ਏਜ ਲਿਖ ਦਿਓ, ਜੈਂਡਰ ਲਿਖ ਦਿਓ, ਐਡਰੈਸ ਲਿਖ ਦਿਓ,
ਕੋਰਸ ਇੰਟਰਸਟਿਡ ਜਿਹਦੇ ਵਿੱਚ ਹੋ ਉਹ ਲਿਖ ਦਿਓ। ਮਤਲਬ ਕਿ ਆਪਾਂ ਹਰੇਕ ਫੀਲਡ ਦੇ ਵਿੱਚ ਜਿੱਥੇ ਜਿੱਥੇ ਫੀਲਡ ਹੋਊਗੀ ਉੱਥੇ ਉੱਥੇ ਕੀ ਕਰਾਂਗੇ, ਡਾਟਾ ਭਰ ਦਾਂਗੇ। ਤਾਂ ਜਦੋਂ ਆਪਾਂ ਡਾਟਾ ਪ੍ਰੋਸੈਸ ਕਰਤਾ, ਇੱਕ ਮੀਨਿੰਗਫੁਲ ਫਾਰਮ ਦੇ ਵਿੱਚ ਕਨਵਰਟ ਕਰਤਾ, ਤਾਂ ਉਹ ਕੀ ਬਣ ਜਾਂਦਾ ਹੈ, ਇਨਫੋਰਮੇਸ਼ਨ ਬਣ ਜਾਂਦਾ ਹੈ। ਤਾਂ ਪਹਿਲੀ ਗੱਲ ਜਿਹੜੀ ਇੱਥੇ ਨਿਕਲ ਕੇ ਆਈ, ਇਹ ਨਿਕਲ ਕੇ ਆਈ ਜਿਹੜਾ ਡਾਟਾ ਹੈਗਾ ਰਾਜੇ ਉਹ ਰॉ ਫੈਕਟ ਹੈਗਾ, ਮੀਨਿੰਗਲੈਸ ਹੈ, ਤੇ ਜਿਹੜੀ ਇਨਫੋਰਮੇਸ਼ਨ ਹੈ ਉਹ ਕੀ ਹੈ, ਮੀਨਿੰਗਫੁਲ ਹੈ। ਅੱਛਾ ਚਲੋ, ਇਹ ਤਾਂ ਸੀਗੀ ਬਿਲਕੁਲ ਬੇਸਿਕ ਐਗਜ਼ਾਮਪਲ। ਹੁਣ ਅਗਰ ਆਪਾਂ ਥੋੜੀ ਜਿਹੀ ਹਾਈ ਲੈਵਲ ਐਗਜ਼ਾਮਪਲ ਸਮਝੀਏ ਟੈਕਨੀਕਲ ਭਾਸ਼ਾ ਦੇ ਵਿੱਚ, YouTube ਆਪਾਂ ਸਾਰੇ ਯੂਜ਼ ਕਰਦੇ ਹਾਂ, YouTube ਕਰਦੇ ਹਾਂ ਜਾਂ ਕੋਈ ਐਪਲੀਕੇਸ਼ਨ ਯੂਜ਼ ਕਰ ਰਹੇ ਹੋਵਾਂਗੇ। ਜਿਵੇਂ ਹੁਣ ਤੁਸੀਂ ਮੰਨ ਲਓ ਰੇਸ ਅਕੈਡਮੀ ਦੀ ਐਪਲੀਕੇਸ਼ਨ ਯੂਜ਼ ਕਰ ਰਹੇ ਹੋ, ਇਹਦੇ ਵਿੱਚ ਵੱਖਰੇ ਵੱਖਰੇ ਕੋਰਸ ਚੱਲ ਰਹੇ ਨੇ, ਉਵੇਂ ਆਪਾਂ YouTube ਯੂਜ਼ ਕਰਦੇ ਹਾਂ। ਹੁਣ ਮੰਨ ਲਓ ਮੈਂ YouTube ਤੇ ਸਰਚ ਕਰਨਾ, ਮੈਂ ਪੜ੍ਹਨਾ ਕੰਪਿਊਟਰ, ਤਾਂ ਮੈਂ ਕੀ ਕਰਦਾ, ਉੱਥੇ ਕੰਪਿਊਟਰ ਲਿਖ ਕੇ ਸਰਚ ਕਰਦਾ, ਤਾਂ ਮੈਨੂੰ ਥੱਲੇ ਕੀ ਆ ਰਾਜੇ, ਵੱਖਰੀਆਂ ਵੱਖਰੀਆਂ ਵੀਡੀਓ ਦੀ ਲਿਸਟ ਖੁੱਲ੍ਹ ਜਾਂਦੀ ਹੈ ਜਿਹੜੀਆਂ ਕਿ ਕੰਪਿਊਟਰ ਦੇ ਨਾਲ ਰਿਲੇਟਡ ਹੋਣਗੀਆਂ। ਤਾਂ ਰਾਈਟ ਹੈ, ਕੰਪਿਊਟਰ ਦੇ ਨਾਲ ਰਿਲੇਟਡ ਸਾਰੀਆਂ ਵੀਡੀਓ ਖੁੱਲ੍ਹ ਜਾਂਦੀਆਂ। ਜੇ ਮੈਂ ਕੋਈ ਸੌਂਗ ਸੁਣਨੇ ਆ, ਮੈਂ ਇੱਥੇ ਪੰਜਾਬੀ ਸੌਂਗ ਜਾਂ MP3 ਸੌਂਗ ਪਾਊਂਗਾ ਤਾਂ ਸੌਂਗ ਦੇ ਰਿਲੇਟਡ ਵੀਡੀਓ ਖੁੱਲ੍ਹ ਜਾਣਗੀਆਂ। ਜੇ ਮੈਂ ਕੋਈ ਹੋਰ ਕੋਈ ਚੀਜ਼ ਪਾਊਂਗਾ ਤਾਂ ਉਹ ਵੀਡੀਓ ਖੁੱਲ੍ਹ ਜਾਣਗੀਆਂ। ਗੱਲ ਕੀ ਹੈ ਕਿ ਜਿਹੜਾ ਇੰਟਰਨੈਟ ਹੈਗਾ ਉਹਦੇ ਵਿੱਚ ਕੀ ਆ, ਬਹੁਤ ਸਾਰਾ ਡਾਟਾ ਪਿਆ ਹੈ। ਉਹ ਡਾਟਾ ਕਿਸੇ ਵੀਡੀਓ ਦੀ ਫਾਰਮ 'ਚ ਵੀ ਪਿਆ ਹੈ, ਆਡੀਓ ਦੀ ਫਾਰਮ 'ਚ ਵੀ ਪਿਆ ਹੈ, ਉਹ PDF ਦੀ ਫਾਰਮ 'ਚ ਵੀ ਪਿਆ ਹੈ, ਉਹ ਕੋਈ ਹੋਰ ਫਾਰਮ ਦੇ ਵਿੱਚ ਵੀ ਪਿਆ ਹੈ। ਡਾਟਾ ਤਾਂ ਕਿਸੇ ਫਾਰਮ ਦੇ ਵਿੱਚ ਪਿਆ ਹੋਊਗਾ, ਲੇਕਿਨ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਆ, ਹੁਣ ਮੈਨੂੰ ਕੰਪਿਊਟਰ ਦੀਆਂ ਵੀਡੀਓ ਚਾਹੀਦੀਆਂ ਹੈ, ਮੈਂ ਜਦੋਂ ਕੰਪਿਊਟਰ ਲਿਖ ਕੇ ਸਰਚ ਕੀਤਾ, ਜਿਹੜੀ ਚੀਜ਼ ਮੇਰੇ ਸਾਹਮਣੇ ਖੁੱਲ੍ਹ ਗਈ ਉਹ ਕੀ ਆ, ਇਨਫੋਰਮੇਸ਼ਨ। ਇਨਫੋਰਮੇਸ਼ਨ ਕੀ ਚੀਜ਼ ਹੋਊਗੀ, ਜਿਹੜੀ ਆਪਣੇ ਰੈਲੀਵੈਂਟ ਹੈ, ਜਿਹੜੀ ਕਿ ਆਪਾਂ ਨੂੰ ਚਾਹੀਦੀ ਹੈ। ਠੀਕ ਹੈ, ਡਾਟਾ ਕੀ ਹੋ ਗਿਆ, ਡਾਟਾ ਤਾਂ ਬਹੁਤ ਸਾਰਾ ਪਿਆ ਹੈ। ਹੁਣ ਮੰਨ ਲਓ ਮੈਨੂੰ ਸੌਂਗ ਚਾਹੀਦੇ ਆ, ਮੈਂ MP3 ਲਿਖ ਕੇ ਸਰਚ ਕੀਤਾ, ਜਿਹੜੇ MP3 ਸੌਂਗ ਥੱਲੇ ਖੁੱਲ੍ਹ ਗਏ ਉਹ ਸਾਰੇ ਕੀ ਨੇ, ਇਨਫੋਰਮੇਸ਼ਨ। ਕਾਹਦੇ ਵਾਸਤੇ, ਮੇਰੇ ਵਾਸਤੇ। ਆਈ ਹੋਪ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ। ਜੇ ਨਹੀਂ ਸਮਝ ਆਇਆ, ਮੈਂ ਇੱਕ ਐਗਜ਼ਾਮਪਲ ਹੋਰ ਦੇ ਦਿੰਦਾ ਇੱਥੇ, ਉਹ ਵੀ ਬਹੁਤ ਵਧੀਆ ਐਗਜ਼ਾਮਪਲ ਹੈ। ਮੰਨ ਲਓ ਹੁਣ ਆਪਾਂ ਕੀ ਕਰਦੇ ਹਾਂ ਰਾਜੇ, ਉਹ ਕੋਈ ਬਿੱਲ ਵਗੈਰਾ ਭਰਦੇ ਹਾਂ। ਮੰਨ ਲਓ ਚਲੋ ਤੁਸੀਂ ਬਿਜਲੀ ਦਾ ਬਿੱਲ ਭਰ ਰਹੇ ਹੋ, ਤੁਸੀਂ ਹੈ ਨਾ, ਤੁਸੀਂ ਬਿਜਲੀ ਦਾ ਬਿੱਲ ਭਰਨ ਜਾਂਦੇ ਹੋ, ਉਹ ਕਾਊਂਟਰ ਲੱਗਾ ਹੋਇਆ ਬਿਜਲੀ ਦਾ ਬਿੱਲ ਭਰਨ ਵਾਸਤੇ, ਉਹਨਾਂ ਕੋਲ ਇੱਕ ਸੌਫਟਵੇਅਰ ਹੈ। ਹੁਣ ਉਹਨਾਂ ਕੋਲੇ ਕੀ ਹੈ ਰਾਜੇ, ਇਹ ਤਾਂ ਨਹੀਂ ਕਿ ਉਹਨਾਂ ਕੋਲ ਇੱਕ ਬੰਦਾ ਹੀ ਹੈ, ਕਸਟਮਰ ਇੱਕ ਹੀ ਆ। ਬਿਜਲੀ ਦੇ ਕਨੈਕਸ਼ਨ ਤਾਂ ਬਹੁਤ ਹੋਣਗੇ ਘਰਾਂ ਦੇ ਵਿੱਚ, ਮੰਨ ਲਓ 1000 ਹੋਣਗੇ, 10,000, ਲੱਖ ਵੀ ਹੋ ਸਕਦੇ ਆ। ਤਾਂ ਮੰਨ ਲਓ ਉਹਨਾਂ ਕੋਲੇ ਕੀ ਆ, ਵੱਖਰੇ ਵੱਖਰੇ ਕਸਟਮਰ ਦਾ ਕੀ ਪਿਆ ਹੋਇਆ, ਡਾਟਾ ਪਿਆ ਹੋਇਆ ਹੈ। ਉਹ ਤਾਂ ਹੋ ਗਿਆ ਡਾਟਾ। ਪਰ ਜਦੋਂ ਆਪਾਂ ਜਾ ਕੇ ਕਵਾਂਗੇ ਵੀ ਆਹ ਸਾਡਾ ਬਿੱਲ ਨੰਬਰ ਹੈ ਤੇ ਆਹ ਸਾਡਾ ਬਿੱਲ ਹੈ, ਭਰ ਦਿਓ, ਜਦੋਂ ਉਹ ਉੱਥੇ ਕੰਜ਼ਿਊਮਰ ਨੰਬਰ ਪਾਉਣਗੇ ਤਾਂ ਸਾਰਾ ਕੁਝ ਖੁੱਲ੍ਹ ਜੂਗਾ ਵੀ ਆਪਣਾ ਬਿਜਲੀ ਦਾ ਜਿਹੜਾ ਮੀਟਰ ਆ ਕਿਹਦੇ ਨਾਮ ਤੇ ਆ, ਕਿੰਨਾ ਬਿਜਲੀ ਦਾ ਬਿੱਲ ਆਇਆ, ਕਿੰਨੇ ਯੂਨਿਟ ਆਪਣੀ ਕੀ ਆ ਬਿਜਲੀ ਆਪਾਂ ਮਚਾਈ ਹੈ। ਤਾਂ ਜਿਹੜੀ ਮੇਰੇ ਰਿਲੇਟਡ ਇਨਫੋਰਮੇਸ਼ਨ, ਜਿਹੜੀ ਮੇਰੇ ਰਿਲੇਟਡ ਚੀਜ਼ ਖੁੱਲ੍ਹ ਗਈ ਉਹ ਕੀ ਹੋ ਗਈ, ਇਨਫੋਰਮੇਸ਼ਨ। ਠੀਕ ਹੈ ਜੀ। ਤੇ ਡਾਟਾ ਕੀ ਹੋ ਗਿਆ, ਜੋ ਵੱਖਰਾ ਵੱਖਰਾ ਜਿਹੜਾ ਹੋਰ ਕਸਟਮਰ ਦਾ ਪਿਆ ਉਹ ਡਾਟਾ ਹੈ। ਤਾਂ ਰਾਈਟ ਹੈ, ਇਹ ਹੋ ਗਿਆ ਰਾਜੇ ਡਾਟਾ ਤੇ ਇਨਫੋਰਮੇਸ਼ਨ ਦੇ ਵਿੱਚ ਡਿਫਰੈਂਸ ਹੈ। ਇਹਨੂੰ ਮੈਂ ਤਾਂ ਕਹਿ ਰਿਹਾ ਕਿਉਂਕਿ ਡਾਟਾ ਤੇ ਇਨਫੋਰਮੇਸ਼ਨ ਦੇ ਡਿਫਰੈਂਸ ਦੇ ਵਿੱਚੋਂ ਬਹੁਤ ਕੁਐਸਚਨ ਪੁੱਛੇ ਜਾਂਦੇ ਆ ਆਪਣੇ ਪੰਜਾਬ ਦੇ ਐਗਜ਼ਾਮ ਦੇ ਵਿੱਚ। ਪਹਿਲੀ ਗੱਲ ਕਲੀਅਰ ਰਾਜੇ, ਡਾਟਾ ਕੀ ਚੀਜ਼ ਹੁੰਦੀ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਸੈਕਿੰਡ ਟਰਮ ਦੀ, ਡਾਟਾਬੇਸ। ਹੁਣ ਡਾਟਾਬੇਸ ਕੀ ਹੋ ਗਿਆ ਰਾਜੇ, ਡਾਟਾਬੇਸ ਕਹਿੰਦਾ ਕਲੈਕਸ਼ਨ ਆਫ ਦਾ ਲੌਜੀਕਲੀ ਇੰਟਰਰਿਲੇਟਡ ਡਾਟਾ। ਹੁਣ ਇੰਟਰਰਿਲੇਟਡ ਡਾਟਾ ਕਿਵੇਂ ਹੋ ਗਿਆ, ਹੁਣ ਤੁਹਾਨੂੰ ਮੈਂ ਦੱਸਦਾ। ਤੁਹਾਡੇ ਫੋਨ ਦੇ ਵਿੱਚ ਕੀ ਆ ਰਾਜੇ, ਇੱਕ ਤੁਹਾਡੇ ਫੋਨ ਦੇ ਵਿੱਚ ਕੀ ਆ, ਕੰਟੈਕਟ ਲਿਸਟ ਹੈ। ਹੁਣ ਕੰਟੈਕਟ ਲਿਸਟ ਕੀ ਹੁੰਦੀ ਆ, ਆਪਣਾ ਜਿਹੜੇ ਫੋਨ ਬੁੱਕ ਹੁੰਦੀ ਆ ਜਿਹਨੂੰ ਆਪਾਂ ਕਹਿ ਦਿੰਦੇ ਆ। ਹੁਣ ਉਹਦੇ ਵਿੱਚ ਕੀ ਹੁੰਦੇ ਨੇ ਰਾਜੇ, ਜਿੰਨੇ ਵੀ ਕੰਟੈਕਟ ਪਏ ਹੁੰਦੇ ਨੇ, ਮੰਨ ਲਓ 200 ਕੰਟੈਕਟ ਹੋ ਸਕਦਾ ਕਿਸੇ ਦੇ ਫੋਨ ਦੇ ਵਿੱਚ, 300 ਹੋ ਸਕਦਾ, 500 ਵੀ ਹੋ ਸਕਦਾ। ਤਾਂ ਹਰੇਕ ਕੰਟੈਕਟ ਕੀ ਹੈ, ਮਤਲਬ ਕਿ ਆਪਣੇ ਜਿਹੜੇ ਜਿਨ੍ਹਾਂ ਨੂੰ ਆਪਾਂ ਜਾਣਦੇ ਹਾਂ, ਆਪਣੇ ਫਰੈਂਡਸ ਹੋ ਗਏ, ਆਪਣੇ ਰਿਲੇਟਿਵਸ ਹੋ ਗਏ, ਜਾਂ ਜਿਨ੍ਹਾਂ ਨਾਲ ਆਪਾਂ ਨੂੰ ਕੰਮ ਪੈਂਦਾ ਰਹਿੰਦਾ, ਆਪਾਂ ਉਹਨਾਂ ਦੇ ਨੰਬਰ ਕੀ ਕਰਦੇ ਰਹਿੰਦੇ ਹਾਂ, ਸੇਵ ਕਰਦੇ ਰਹਿੰਦੇ ਹਾਂ। ਤਾਂ ਜਿੰਨੇ ਵੀ ਇੰਟਰ ਰਿਲੇਟਡ ਕੀ ਕੰਟੈਕਟ ਹੋ ਗਏ ਉਹ ਮਿਲ ਕੇ ਕੀ ਬਣਾ ਦੇਣਗੇ ਰਾਜੇ, ਇੱਕ ਡਾਟਾਬੇਸ ਬਣਾ ਦੇਣਗੇ। ਰਾਈਟ ਹੈ, ਤਾਂ ਇਹ ਹੋ ਗਿਆ ਤੁਹਾਡਾ ਡਾਟਾਬੇਸ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਹੁਣ ਉਸ ਡਾਟਾਬੇਸ ਨੂੰ ਜਦੋਂ ਆਪਾਂ ਬਣਾਤਾ, ਲੇਕਿਨ ਉਹਨੂੰ ਸੰਭਾਲਣ ਵਾਸਤੇ ਵੀ ਤਾਂ ਚਾਹੀਦਾ। ਤਾਂ ਜਿਹੜਾ ਉਹ ਸਿਸਟਮ ਜਿਹੜਾ ਉਹਨੂੰ ਸੰਭਾਲਦਾ, ਠੀਕ ਹੈ, ਉਹਨੂੰ ਕੀ ਕਰਦਾ, ਆਰਗੇਨਾਈਜ਼ ਕਰਕੇ ਰੱਖਦਾ, ਉਹਨੂੰ ਸੰਭਾਲ ਕੇ ਰੱਖਦਾ, ਉਹਨੂੰ ਕੀ ਕਹਿ ਦਿੰਦੇ ਆ, DBMS ਕਹਿ ਦਿੰਦੇ ਆ, ਜਿਹਨੂੰ ਕਹਿ ਦਿੰਦੇ ਆ ਡਾਟਾਬੇਸ ਮੈਨੇਜਮੈਂਟ ਸਿਸਟਮ। ਹੁਣ ਕੀ ਹੈ ਰਾਜੇ, ਡਾਟਾਬੇਸ ਮੈਨੇਜਮੈਂਟ ਸਿਸਟਮ ਕੀ ਹੈ, ਇੱਕ ਤਰ੍ਹਾਂ ਦਾ ਸੌਫਟਵੇਅਰ ਪੈਕੇਜ ਹੈ ਜਿਹੜਾ ਕਿ ਆਪਾਂ ਯੂਜ਼ ਕਰਦੇ ਹਾਂ, ਕਾਹਦੇ ਵਾਸਤੇ, ਮੈਨੂਪਲੇਟ ਕਰਨ ਵਾਸਤੇ, ਰੀਟਰੀਵ ਕਰਨ ਵਾਸਤੇ ਤੇ ਮੈਨੇਜ ਕਰਨ ਵਾਸਤੇ ਡਾਟਾ ਨੂੰ। ਇਹ ਮੈਂ ਅੱਗੇ ਜਾ ਕੇ ਸਮਝਾਊਂਗਾ ਕਿ ਮੈਨੂਪਲੇਟ ਕਿਵੇਂ ਕਰਦੇ ਆ, ਰੀਟਰੀਵ ਕਿਵੇਂ ਕਰਦੇ ਆ, ਜਾਂ ਫਿਰ ਮੈਨੇਜ ਕਿਵੇਂ ਕਰਦੇ ਆ। ਫਿਲਹਾਲ ਦੀ ਘੜੀ ਤੁਸੀਂ ਇੰਨਾ ਸਮਝਣਾ ਹੈ ਕਿ ਜਿਹੜਾ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ ਕਿ ਇੱਕ ਪੈਕੇਜ ਹੈ, ਇੱਕ ਸੌਫਟਵੇਅਰ ਹੈ ਜਿਹੜਾ ਕਿ ਸਾਰਾ ਕੁਝ ਕੀ ਕਰੂਗਾ, ਵੈਲ ਆਰਗੇਨਾਈਜ਼ ਕਰੂਗਾ ਡਾਟਾ ਨੂੰ, ਤੇ ਉਹਨੂੰ ਐਫੀਸ਼ੀਐਂਟਲੀ ਕੀ ਕਰੂਗਾ, ਆਪਣੇ ਵਾਸਤੇ ਪ੍ਰੈਜੈਂਟ ਕਰੂਗਾ। ਠੀਕ ਹੈ ਜੀ। ਇਹ ਸਾਰੀਆਂ ਟਰਮ ਸੀਗੀਆਂ ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਇਸ ਟੌਪਿਕ ਦੇ ਰਿਲੇਟਿਡ। ਅੱਛਾ, ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਨੈਕਸਟ। ਹੁਣ ਥੋੜਾ ਜਿਹਾ ਮੈਂ ਹੋਰ ਡਿਟੇਲ ਦੇ ਵਿੱਚ ਕਰਵਾਉਣਾ।
ਹੁਣ ਡਾਟਾ ਬਾਰੇ ਆਪਾਂ ਥੋੜਾ ਜਿਹਾ ਹੋਰ ਪੜ੍ਹ ਲਈਏ, ਤੁਸੀਂ ਇਹਨੂੰ ਪੜ੍ਹ ਲਿਓ। ਮੈਂ ਦੇਖੋ ਵਰਬਲੀ ਬੋਲ ਦਿੰਦਾ, ਕਈ ਵਾਰੀ ਕੀ ਹੁੰਦਾ ਬੱਚੇ PDF ਤੋਂ ਜ਼ਿਆਦਾ ਪੜ੍ਹਦੇ ਨੇ, ਇਸ ਕਰਕੇ ਮੈਂ PDF ਦੇ ਵਿੱਚ ਵੀ ਲਿਖਤਾ। ਕਹਿੰਦਾ ਡਾਟਾ ਇਜ਼ ਏ ਕਲੈਕਸ਼ਨ ਆਫ ਦਾ ਡਿਸਟਿੰਕਟ ਸਮਾਲ ਯੂਨਿਟ ਆਫ ਇਨਫੋਰਮੇਸ਼ਨ, ਇਟ ਕੈਨ ਬੀ ਯੂਜ਼ਡ ਇਨ ਏ ਵੈਰਾਈਟੀ ਆਫ ਏ ਫਾਰਮ ਲਾਈਕ ਟੈਕਸਟ, ਨੰਬਰ, ਮੀਡੀਆ, ਬਾਈਟਸ, ਕੁਛ ਵੀ ਫਾਰਮ ਦੇ ਵਿੱਚ ਡਾਟਾ ਹੋ ਸਕਦਾ ਹੈ। ਠੀਕ ਹੈ, ਇਹ ਆਪਾਂ ਨੂੰ ਕੋਈ ਚੱਕਰ ਨਹੀਂ। MP3 ਫਾਈਲ ਵੀ ਇੱਕ ਡਾਟਾ ਹੈਗੀ ਹੈ, ਵੀਡੀਓ ਫਾਈਲ ਵੀ ਡਾਟਾ ਹੈਗੀ ਹੈ, PDF ਵੀ ਡਾਟਾ ਹੈਗੀ ਹੈ, ਕੋਈ ਸਿੰਪਲ ਨਾਮ ਲਿਖਿਆ ਉਹ ਵੀ ਡਾਟਾ ਹੈਗਾ। ਤਾਂ ਠੀਕ ਹੈ, ਪਰ ਇਹ ਕਿਸੇ ਵੀ ਫਾਰਮ ਦੇ ਵਿੱਚ ਹੋ ਸਕਦਾ ਰਾਜੇ। ਜੇ ਆਪਾਂ ਪੁਰਾਣੇ ਮੈਥਡ ਦੀ ਗੱਲ ਕਰੀਏ, ਟ੍ਰੈਡੀਸ਼ਨਲ ਵੇ ਦੀ ਗੱਲ ਕਰੀਏ, ਤਾਂ ਉਦੋਂ ਆਪਾਂ ਕੀ ਕਰਦੇ ਸੀਗੇ, ਸਿੰਪਲ ਜਦੋਂ ਕੰਪਿਊਟਰ ਨਹੀਂ ਹੁੰਦੇ ਸੀਗੇ ਤਾਂ ਆਪਾਂ ਕੋਈ ਕਾਪੀ ਦੇ ਉੱਪਰ ਜਿਵੇਂ ਮੰਨ ਲਓ ਕੋਈ ਨੰਬਰ ਲਿਖ ਲਏ। ਠੀਕ ਹੈ, ਪੁਰਾਣੇ ਜਿਹੜੇ ਬਜ਼ੁਰਗ ਤੁਸੀਂ ਦੇਖਿਆ ਹੋਊਗਾ ਉਹਨਾਂ ਨੇ ਕੀ ਆ, ਇੱਕ ਛੋਟੀ ਜਿਹੀ ਡਾਇਰੀ ਲਗਾਈ ਹੁੰਦੀ ਸੀਗੀ, ਤਾਂ ਪੀਸ ਆਫ ਪੇਪਰ ਦੇ ਉੱਪਰ ਆਪਾਂ ਕੋਈ ਚੀਜ਼ ਲਿਖ ਰਹੇ ਹਾਂ, ਉਹ ਵੀ ਕੀ ਇੱਕ ਤਰ੍ਹਾਂ ਦਾ ਡਾਟਾ ਹੈ। ਜਾਂ ਫਿਰ ਆਪਾਂ ਕੋਈ ਇੱਥੇ ਇਲੈਕਟ੍ਰੋਨਿਕ ਮੈਮਰੀ ਦੇ ਵਿੱਚ ਕੋਈ ਚੀਜ਼ ਸੇਵ ਕਰ ਰਹੇ ਹਾਂ, ਉਹ ਵੀ ਕੀ ਹੈ, ਡਾਟਾ ਹੈ। ਤਾਂ ਰਾਈਟ ਹੈ, ਇਹ ਸੀਗਾ ਆਪਣਾ ਡਾਟਾ। ਨੈਕਸਟ ਹੁਣ ਡਾਟਾਬੇਸ ਕੀ ਹੁੰਦਾ ਹੈ, ਤਾਂ ਡਾਟਾਬੇਸ ਕੀ ਆ, ਕਹਿੰਦਾ ਇਜ਼ ਏ ਸਿਸਟੇਮੈਟਿਕ ਕਲੈਕਸ਼ਨ ਆਫ ਡਾਟਾ। ਤਾਂ ਤੁਹਾਨੂੰ ਮੈਂ ਦੱਸਿਆ ਕਿ ਸਿਸਟੇਮੈਟਿਕ ਢੰਗ ਦੇ ਨਾਲ, ਹੁਣ ਮੰਨ ਲਓ ਮੈਂ ਇੱਕ ਟੀਚਰ ਹਾਂ, ਮੈਂ ਆਪਣੇ ਸਟੂਡੈਂਟ ਦਾ ਡਾਟਾ ਰੱਖਣਾ ਹੈ, ਤਾਂ ਮੈਂ ਕੀ ਕਰੂੰਗਾ, ਸਟੂਡੈਂਟ ਦਾ ਮੰਨ ਲਓ ਸਟੂਡੈਂਟ ਦਾ ਨੇਮ ਲੈ ਲਿਆ, ਸਟੂਡੈਂਟ ਦਾ ਰੋਲ ਨੰਬਰ ਲੈ ਲਿਆ, ਠੀਕ ਹੈ, ਸਟੂਡੈਂਟ ਦੀ ਏਜ ਲੈ ਲਈ, ਸਟੂਡੈਂਟ ਦਾ ਫੋਨ ਨੰਬਰ ਲੈ ਲਿਆ, ਸਟੂਡੈਂਟ ਦਾ ਮੋਬਾਈਲ ਨੰਬਰ ਲੈ ਲਿਆ, ਕੁਛ ਵੀ ਮੈਂ ਲੈ ਰਿਹਾ। ਤਾਂ ਸਿਸਟੇਮੈਟਿਕ ਕੀ ਕਰ ਲਿਆ, ਮੈਂ ਸਟੂਡੈਂਟ ਨੇਮ ਲੈ ਲਿਆ, ਰੋਲ ਨੰਬਰ ਲੈ ਲਿਆ, ਏਜ ਲੈ ਲਈ, ਫੋਨ ਨੰਬਰ ਲੈ ਲਿਆ, ਇੱਥੋਂ ਮੈਂ ਕੀ ਕਰੂੰਗਾ, ਸਟੂਡੈਂਟ ਨੂੰ ਆਇਡੈਂਟੀਫਾਈ ਕਰਦਾ ਰਹੂੰਗਾ। ਤਾਂ ਰਾਈਟ ਹੈ ਵੀ ਸਿਸਟੇਮੈਟਿਕ ਢੰਗ ਨਾਲ ਜਦੋਂ ਆਪਾਂ ਕਲੈਕਟ ਕਰਦੇ ਹਾਂ ਡਾਟਾ, ਉਹਨੂੰ ਕੀ ਕਹਿ ਦਿੰਦੇ ਆ, ਡਾਟਾਬੇਸ। ਨੈਕਸਟ ਗੱਲ ਕਰਦੇ ਆ, ਕਹਿੰਦਾ ਇਹ ਡਾਟਾਬੇਸ ਇਜ਼ ਐਨ ਆਰਗੇਨਾਈਜ਼ਡ ਕਲੈਕਸ਼ਨ ਆਫ ਦਾ ਡਾਟਾ ਸੋ ਇਟ ਕੈਨ ਬੀ ਈਜ਼ਲੀ ਐਕਸੈਸਡ ਐਂਡ ਮੈਨੇਜਡ। ਤਾਂ ਆਪਾਂ ਈਜ਼ਲੀ ਇਹਨੂੰ ਯੂਜ਼ ਕਰ ਸਕੀਏ, ਇਹਨੂੰ ਮੈਨੇਜ ਕਰ ਸਕੀਏ। ਹੁਣ ਮੈਨੇਜ ਦਾ ਮਤਲਬ ਕੀ ਹੈ ਕਿ ਹੁਣ ਦੇਖੋ ਤੁਹਾਡਾ ਜਿਹੜਾ ਫੋਨ ਬੁੱਕ ਹੁੰਦੀ ਹੈ, ਹੁਣ ਤੁਹਾਡੇ 500 ਕੰਟੈਕਟ ਪਏ ਆ, ਪਰ ਤੁਸੀਂ ਮੰਨ ਲਓ ਹੁਣ ਕਿਸੇ ਨੂੰ ਫੋਨ ਕਰਨਾ ਹੈ, ਤਾਂ ਇਹ ਤਾਂ ਤੁਸੀਂ ਕੱਲਾ ਕੰਟੈਕਟ ਲੱਭੋਗੇ। ਤੁਸੀਂ ਜਸਟ ਮੰਨ ਲਓ ਬਲਜਿੰਦਰ ਸਰ ਨੂੰ ਫੋਨ ਕਰਨਾ ਹੈ, ਤੁਸੀਂ ਇੱਥੇ BAL ਲਿਖੋਗੇ ਤਾਂ ਸਾਰੇ ਜਿੰਨੇ ਵੀ ਉਹਦੇ ਨਾਲ ਮਿਲਦੇ ਹੋਏ ਸਾਰੇ ਕੰਟੈਕਟ ਕੀ ਆ, ਤੁਹਾਡੇ ਸਾਹਮਣੇ ਸ਼ੋ ਹੋ ਜਾਣਗੇ। ਤਾਂ ਮੈਨੂੰ ਲੱਗਦਾ ਵੀ ਘੱਟੋ ਘੱਟ 5 ਸੈਕਿੰਡ ਲੱਗਦੇ ਹੋਣਗੇ ਆਪਾਂ ਕਿਸੇ ਵੀ ਬੰਦੇ ਦਾ ਨੰਬਰ ਡਾਇਲ ਕਰਨਾ ਹੋਵੇ। ਤਾਂ ਇਹ ਦੇਖੋ ਵੀ ਮੈਨੇਜ ਕੀਤਾ ਹੋਇਆ, ਵੈਲ ਆਰਗੇਨਾਈਜ਼ਡ ਕੀਤਾ ਹੋਇਆ, ਤਾਂ ਹੀ ਇਹ ਸਾਰਾ ਕੰਮ ਹੋ ਰਿਹਾ ਨਾ। ਅਦਰਵਾਈਜ਼ ਜੇ ਆਪਾਂ ਮੰਨ ਲਓ ਟ੍ਰੈਡੀਸ਼ਨਲ ਵੇ ਦੇ ਨਾਲ ਕਰੀਏ, ਕਾਪੀ ਦੇ ਵਿੱਚ ਆਪਾਂ 500 ਨੰਬਰ ਲਿਖੇ ਆ, ਤਾਂ ਮੈਂ ਬਲਜਿੰਦਰ ਸਾਹਿਬ ਦਾ ਨੰਬਰ ਲੱਭਣਾ ਤਾਂ ਮੈਂ ਲੱਭੀ ਜਾਊਂਗਾ, 500 ਕੰਟੈਕਟ ਦੇ ਵਿੱਚੋਂ ਲੱਭਣਾ ਪਊਗਾ। ਪਰ ਇਹ ਕੀ ਆਪਾਂ ਈਜ਼ੀਲੀ ਰਿਟਰੀਵ ਕਰ ਰਹੇ ਹਾਂ, ਇਨਫੋਰਮੇਸ਼ਨ ਮੈਨੇਜ ਕਰ ਰਹੇ ਹਾਂ, ਐਕਸੈਸ ਕਰ ਰਹੇ ਹਾਂ। ਕਿਵੇਂ ਕਰ ਰਹੇ ਹਾਂ, ਕਿਉਂਕਿ ਆਪਾਂ ਇਹਨੂੰ ਬਿਲਕੁਲ ਅੱਛੇ ਮੈਨਰ ਦੇ ਨਾਲ, ਆਰਗੇਨਾਈਜ਼ਡ ਮੈਨਰ ਦੇ ਨਾਲ ਕੀ ਕੀਤਾ ਹੋਇਆ, ਸੇਵ ਕਰਕੇ ਰੱਖਿਆ ਹੋਇਆ। ਤਾਂ ਇਹ ਹੈਗਾ ਭਾਈ ਤੁਹਾਡਾ ਡਾਟਾਬੇਸ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਹੁਣ ਆਪਾਂ ਮੇਨ ਗੱਲ ਕਰਦੇ ਹਾਂ, ਜਿਹੜਾ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ ਰਾਜੇ, ਉਹ ਕੀ ਕਰਦਾ, ਸਟੋਰ ਡਾਟਾ ਇਸ ਢੰਗ ਨਾਲ ਕਰਦਾ ਵੀ ਆਪਾਂ ਰੀਟਰੀਵ ਕਰ ਸਕੀਏ। ਹੁਣ ਰੀਟਰੀਵ ਦਾ ਮਤਲਬ ਕੀ ਹੈ, ਹੁਣ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਚਲੋ ਇਹਦੀ ਵੈਸੇ ਤਾਂ ਐਗਜ਼ਾਮਪਲ ਆਹੀ ਬਹੁਤ ਵਧੀਆ ਹੈ ਕੰਟੈਕਟ ਲਿਸਟ ਵਾਲੀ, ਪਰ ਥੋੜੀ ਐਗਜ਼ਾਮਪਲ ਮੈਂ ਚੇਂਜ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਹੁਣ ਦੇਖੋ ਆਪਣੇ ਸਾਰਿਆਂ ਦੇ ਕੀ ਬਣੇ ਹੋਏ ਆ ਰਾਜੇ, ਆਧਾਰ ਕਾਰਡ ਬਣੇ ਹੋਏ ਆ। ਠੀਕ ਹੈ, ਆਧਾਰ ਕਾਰਡ ਆਪਣੇ ਸਭ ਦੇ ਬਣੇ ਹੋਏ ਆ। ਹੁਣ ਗਵਰਨਮੈਂਟ ਨੇ ਕੀ ਕੀਤਾ, ਸਭ ਨੂੰ ਇੱਕ ਯੂਨੀਕ ਆਇਡੈਂਟੀਟੀ ਦੇਤੀ ਵੀ ਹਰ ਇੱਕ ਪਰਸਨ ਕੋਲੇ ਯੂਨੀਕ ਆਇਡੈਂਟੀਟੀ ਹੋਵੇ। ਹੁਣ ਕੀ ਹੈ, ਗਵਰਨਮੈਂਟ ਨੇ ਕੋਈ ਸਕੀਮ ਲਾਗੂ ਕਰਨੀ ਹੈ, ਬੁਢਾਪਾ ਪੈਨਸ਼ਨ ਲਾਗੂ ਕਰਨਾ ਹੈ, ਤਾਂ ਉਹ ਕੀ ਕਰਨਗੇ, ਜਿੱਥੇ ਆਪਣਾ ਆਧਾਰ ਕਾਰਡ ਬਣਿਆ ਤਾਂ ਡਾਟਾਬੇਸ ਸਾਰਾ ਬਣਿਆ ਪਿਆ, ਆਧਾਰ ਕਾਰਡ ਵੀ ਕਿੰਨੇ ਕਰੋੜ ਆਪਣੀ ਜਿਹੜੀ ਜਨਸੰਖਿਆ ਉਹਦੇ ਸਭ ਦੇ ਆਧਾਰ ਕਾਰਡ ਬਣੇ ਹੋਏ ਆ। ਹੁਣ ਉੱਥੇ ਕੀ ਕੁਐਰੀ ਲਗਾ ਦੇਣਗੇ, ਕੁਐਰੀ ਕੀ ਲਗਾ ਦੇਣਗੇ ਭਾਈ, ਮੰਨ ਲਓ 70 ਦੀ ਏਜ ਤੋਂ ਵੱਧ ਵਾਲੇ ਬੰਦਿਆਂ ਦਾ ਕੀ ਆ ਜਾਵੇ, ਮੇਰੇ ਕੋਲ ਡਾਟਾ ਆ ਜਾਵੇ। ਤਾਂ ਜਦੋਂ ਉਹ ਕੁਐਰੀ ਪਾਉਣਗੇ ਡਾਟਾਬੇਸ ਦੇ ਵਿੱਚ, ਤਾਂ ਜਿਹੜੇ 70 ਤੋਂ ਵੱਧ ਉਮਰ ਦੇ ਹੋਣਗੇ ਉਹਨਾਂ ਨੂੰ ਸ਼ੋ ਹੋ ਜਾਣਗੇ। ਮੰਨ ਲਓ ਇੰਨੇ ਲੱਖ ਬੰਦੇ ਆ ਜਿਹੜੇ ਕਿ 70 ਤੋਂ ਉੱਪਰ ਉਮਰ ਦੇ ਆ, ਤਾਂ ਉਹ ਕੀ ਕਰ ਲਾਂਗੇ, ਆਪਾਂ ਇਨਫੋਰਮੇਸ਼ਨ ਨੂੰ ਕੀ ਕਰ ਲਾਂਗੇ, ਰੀਟਰੀਵ ਕਰ ਲਾਂਗੇ। ਰੀਟਰੀਵ ਕਰ ਲਿਆ ਤਾਂ ਮੈਨੂਪਲੇਟ ਦਾ ਮਤਲਬ ਕੀ ਹੁੰਦਾ ਵੀ ਹੁਣ ਜਦੋਂ ਮੈਂ ਰੀਟਰੀਵ ਕਰ ਲਈ ਤਾਂ ਮੈਂ ਇਹਦੇ ਉੱਪਰ ਕੀ ਕਰਨਾ ਹੈ। ਹੁਣ ਮੰਨ ਲਓ ਮੈਂ ਇਹਨਾਂ ਨੂੰ ਕੋਈ ਸਪੈਸ਼ਲ ਸਕੀਮ ਦੇਣੀ ਹੈ, ਮੈਂ ਇਹਨਾਂ ਨੂੰ 500 ਰੁਪਇਆ ਪਰ ਮੰਥ ਕੋਈ ਬੁਢਾਪਾ ਪੈਨਸ਼ਨ ਦੇਣੀ ਹੈ, ਜਾਂ ਮੈਂ ਇਹਨਾਂ ਵਾਸਤੇ ਕੋਈ ਸੀਨੀਅਰ ਸਿਟੀਜ਼ਨ ਵਾਸਤੇ ਕੁਝ ਹੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਵੈਲਫੇਅਰ ਵਾਸਤੇ, ਤਾਂ ਮੈਂ ਉਹਦੇ ਉੱਤੇ ਈਜ਼ੀਲੀ ਮੈਨੂਪਲੇਟ ਵੀ ਕਰ ਸਕਦਾ। ਤੇ ਪ੍ਰੋਡਿਊਸ ਇਨਫੋਰਮੇਸ਼ਨ ਇਹੀ ਹੋਗੀ ਕਿ ਜਿਹੜੀ ਇਨਫੋਰਮੇਸ਼ਨ ਆਪਾਂ ਕੱਢਣੀ ਚਾਹੁੰਦੇ ਹਾਂ ਆਪਾਂ ਉਹਨੂੰ ਪ੍ਰੋਡਿਊਸ ਕਰ ਸਕਦੇ ਹਾਂ, ਜਨਰੇਟ ਕਰ ਸਕਦੇ ਹਾਂ। ਇਹ ਸਾਰਾ ਕੁਝ ਤਾਂ ਪੋਸੀਬਲ ਹੈ ਜੇ ਆਪਾਂ ਉਹਨੂੰ ਵੈਲ ਫਾਰਮ ਦੇ ਵਿੱਚ ਆਰਗੇਨਾਈਜ਼ ਕੀਤਾ ਹੋਵੇ, ਕਿਹਨੂੰ, ਡਾਟਾਬੇਸ ਨੂੰ। ਤਾਂ ਰਾਈਟ ਹੈ ਰਾਜੇ, ਇਸ ਢੰਗ ਨਾਲ ਇਹ ਸਾਰਾ ਕੰਮ ਕਰਦਾ ਤੁਹਾਡਾ ਡਾਟਾਬੇਸ। ਤਾਂ ਤੁਸੀਂ ਹੁਣ ਤੱਕ ਡਾਟਾਬੇਸ ਯੂਜ਼ ਜ਼ਰੂਰ ਕਰਦੇ ਸੀਗੇ, ਪਰ ਆਪਾਂ ਨੂੰ ਨੌਨ ਟੈਕਨੀਕਲ ਦੀ ਵਜ੍ਹਾ ਨਾਲ ਆਪਾਂ ਨੂੰ ਪਤਾ ਨਹੀਂ ਸੀਗਾ ਵੀ ਡਾਟਾਬੇਸ ਹੁੰਦਾ ਕੀ ਹੈ। ਹੋਪਫੁਲੀ ਤੁਹਾਨੂੰ ਹੁਣ ਸਾਰਾ ਕੁਝ ਕਲੀਅਰ ਹੋਊਗਾ ਰਾਜੇ, ਡਾਟਾਬੇਸ ਹੁੰਦਾ ਕੀ ਹੈ। ਹੁਣ ਨੈਕਸਟ ਦੇਖਦੇ ਹਾਂ ਰਾਜੇ, ਮੈਂ ਦੇਖੋ ਵਾਰ-ਵਾਰ ਇੱਥੇ ਅਲੱਗ-ਅਲੱਗ ਢੰਗ ਦੇ ਨਾਲ ਡੈਫੀਨੇਸ਼ਨਾਂ ਲਿਖੀਆਂ ਹੋਈਆਂ, ਤਾਂ ਹੀ ਲਿਖਦਾ ਕਿ ਕਈ ਵਾਰੀ ਕੀ ਹੁੰਦਾ ਬੰਦੇ ਨੂੰ ਕੋਈ ਲੈਂਗੁਏਜ ਸਮਝ ਆ ਜਾਂਦੀ ਹੈ, ਬੰਦੇ ਨੂੰ ਕਿਸੇ ਢੰਗ ਨਾਲ ਲਿਖੀ ਹੋਈ ਚੀਜ਼ ਸਮਝ ਆ ਜਾਂਦੀ ਹੈ। ਤਾਂ ਗੱਲ ਸਾਰੀ ਇੱਕੋ ਹੀ ਆ। ਕਹਿੰਦਾ ਡਾਟਾਬੇਸ ਕੀ ਹੈ, ਕਲੈਕਸ਼ਨ ਆਫ ਡਾਟਾ ਇਜ਼ ਰੈਫਰਡ ਟੂ ਐਜ਼ ਏ ਡਾਟਾਬੇਸ। ਤਾਂ ਜਿਹੜਾ ਵੀ ਆਪਾਂ ਡਾਟਾ ਕਲੈਕਟ ਕਰਦੇ ਉਹਨੂੰ ਡਾਟਾਬੇਸ ਕਹਿ ਦਿੰਦੇ ਆ।
ਜਿਵੇਂ ਮੰਨ ਲਓ ਹੁਣ ਕੀ ਹੈ, ਰਿਕਾਰਡ ਆਫ ਦਾ ਸਟੂਡੈਂਟ ਸਟੋਰਡ ਇਨ ਦਾ ਫਾਈਲ, ਸਟੂਡੈਂਟ ਦੀ ਫਾਈਲ ਹੈ, ਉਹਦੇ ਵਿੱਚ ਉਹਦੇ ਮਾਰਕਸ ਵੀ ਹੋਣਗੇ, ਏਜ ਵੀ ਹੋਊਗੀ, ਐਡਰੈਸ ਵੀ ਹੋਊਗਾ, ਕਲਾਸ ਵੀ ਹੋਊਗੀ, ਜਾਂ ਫਿਰ ਕਹਿੰਦਾ ਕੋਈ ਆਪਾਂ ਇੰਟਰਨੈਟ ਦੇ ਉੱਪਰ ਕੋਈ ਇਨਫੋਰਮੇਸ਼ਨ ਪਈ ਹੋਈ ਆ, ਉਹ ਵੀ ਕੀ ਇੱਕ ਤਰ੍ਹਾਂ ਦਾ ਡਾਟਾਬੇਸ ਹੈ, ਰਾਈਟ ਹੈ ਜੀ। ਇਸ ਤੋਂ ਇਲਾਵਾ ਕਹਿੰਦਾ ਡਾਟਾਬੇਸ ਮੈਨੇਜਮੈਂਟ ਸਿਸਟਮ ਕੀ ਹੈ, ਬੇਸਿਕ ਪ੍ਰੋਗਰਾਮ ਹੈ, ਬੇਸਿਕ ਸਿਸਟਮ ਹੈ ਜਿਹੜਾ ਕਿ ਇਹਦੇ ਉੱਪਰ ਕੰਮ ਕਰਦਾ, ਜਿਵੇਂ ਐਗਜ਼ਾਮਪਲ ਮਾਈਸਕਲ ਹੋ ਗਿਆ, ਮਾਈਕਰੋਸੌਫਟ ਐਸਐਸ ਹੋ ਗਿਆ, ਫਾਈਲ ਮੇਕਰ ਹੋ ਗਿਆ, ਫੌਕਸ ਪ੍ਰੋ ਹੋ ਗਏ, ਇਹ ਐਗਜ਼ਾਮਪਲ ਨੇ ਸਾਰੇ, ਓਰੈਕਲ ਹੋ ਗਿਆ, ਤਾਂ ਸਾਰੇ ਡਾਟਾਬੇਸ ਦੇ ਸੌਫਟਵੇਅਰ ਨੇ, ਰਾਈਟ ਹੈ ਜੀ। ਨੈਕਸਟ ਦੇਖਦੇ ਆਪਾਂ। ਅੱਛਾ, ਹੁਣ ਡਾਟਾ ਕਹਿੰਦਾ ਵੀ ਆਪਾਂ ਪਰਪਸ ਕੀ ਹੈ, ਡਾਟਾ ਨੂੰ ਆਪਾਂ ਕਿਉਂ ਯੂਜ਼ ਕਰਦੇ ਹਾਂ, ਕਾਹਦੇ ਵਾਸਤੇ ਯੂਜ਼ ਕਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਇਹ ਸਾਰੀਆਂ ਟੈਕਨੀਕਲ ਟਰਮ ਲਿਖੀਆਂ ਹੋਈਆਂ ਰਾਜੇ, ਮੈਂ ਤੁਹਾਨੂੰ ਸਮਝਾ ਵੀ ਦਊਂਗਾ, ਇੱਥੋਂ ਹੀ ਕੁਐਸਚਨ ਨਿਕਲ ਕੇ ਆਇਆ ਸੀ ਜਿਹੜਾ ਪਿਛਲੀ ਵਾਰੀ ਜੇਲ੍ਹ ਸੁਪਰਡੈਂਟ ਦੇ ਵਿੱਚ ਆਇਆ ਸੀ। ਸਭ ਤੋਂ ਜਿਹੜਾ ਮੇਨ ਕੰਮ ਕਰਦਾ ਰਾਜੇ ਡਾਟਾਬੇਸ ਆਪਾਂ ਤਾਂ ਜਨਰੇਟ ਕਰਦੇ ਹਾਂ, ਕਹਿੰਦਾ ਇਟ ਰਿਡਿਊਸ ਡਾਟਾ ਰਿਡੈਂਸੀ ਐਟ ਟੂ ਦਾ ਲਾਰਜ ਐਕਸਟੈਂਟ। ਮਤਲਬ ਡਾਟਾ ਰਿਡੈਂਸੀ ਕੀ ਹੁੰਦੀ ਹੈ ਕਿ ਡਾਟਾ ਦੀ ਡੁਪਲੀਕੇਸੀ। ਹੁਣ ਦੇਖੋ ਡਾਟਾ ਡੁਪਲੀਕੇਸੀ ਕੀ ਹੋ ਜੂਗੀ, ਮੰਨ ਲਓ ਆ ਬੰਦਾ ਪਿਆ ਹਰਸ਼, ਉਮਰ ਹੈਗੀ ਹੈ ਰਾਜੇ ਦੀ 23/1/1993, ਇਹਨੇ ਫੀਸ ਨਹੀਂ ਪੇ ਕੀਤੀ, ਮੰਨ ਲਓ ਸਟੂਡੈਂਟ ਸੀਗਾ, ਤੇ ਥੱਲੇ ਫਿਰ ਇਹ ਪਿਆ ਹਰਸ਼, ਤੇ ਇਹੀ ਡੇਟ ਆਫ ਬਰਥ ਸੇਮ ਹੈ ਤੇ ਨੋਟ ਪੇਡ, ਤਾਂ ਮਤਲਬ ਹਾਂਜੀ ਇੱਕ ਤਾਂ ਰਾਜੇ ਇਹ ਕੀ ਕਰਦੀ ਹੈ, ਡਾਟਾ ਦੀ ਜਿਹੜੀ ਡੁਪਲੀਕੇਸੀ ਹੈ ਉਹਨੂੰ ਰਿਮੂਵ ਕਰ ਦਿੰਦੀ ਹੈ। ਦੂਜਾ ਜੇ ਆਪਣੇ ਕੋਲੇ ਕਈ ਵਾਰ ਡਾਟਾ ਕੀ ਹੋ ਜਾਂਦਾ, ਜਿਵੇਂ ਹੁਣ ਮੰਨ ਲਓ ਇਹ ਹਰਸ਼ ਹੈ, ਇਹਨੇ ਕੀ ਕੀਤਾ ਹੋਇਆ ਰਾਜੇ, ਇੱਥੇ ਪੇਡ ਕੀਤੀ ਹੋਈ ਹੈ ਫੀਸ, ਇੱਥੇ ਨੋਟ ਪੇਡ ਕੀਤੀ ਹੈ, ਤਾਂ ਹੁਣ ਇੱਥੇ ਕੀ ਹੈ, ਮੈਚਿੰਗ ਨਹੀਂ ਹੋ ਰਹੀ। ਜਦੋਂ ਮੈਚਿੰਗ ਨਹੀਂ ਹੋ ਰਹੀ ਤਾਂ ਮਤਲਬ ਕਿ ਡਾਟਾ ਕੀ ਹੋ ਗਿਆ, ਇਨਕਨਸਿਸਟੈਂਟ ਹੋ ਗਿਆ। ਤਾਂ ਇਸ ਚੀਜ਼ ਨੂੰ ਵੀ ਕੀ ਕਰਦੀ ਹੈ ਰਾਜੇ, ਰਿਮੂਵ ਕਰਦਾ ਕੌਣ, ਡਾਟਾਬੇਸ ਮੈਨੇਜਮੈਂਟ ਸਿਸਟਮ। ਇਸ ਤੋਂ ਇਲਾਵਾ ਆਪਾਂ ਨੂੰ ਫੈਸਿਲਿਟੀ ਪ੍ਰੋਵਾਈਡ ਕਰਦਾ ਕਾਹਦੇ ਵਾਸਤੇ, ਸ਼ੇਅਰਿੰਗ ਕਰਨ ਵਾਸਤੇ, ਡਾਟਾ ਦੀ ਆਪਾਂ ਕਿਤੇ ਵੀ ਸ਼ੇਅਰ ਕਰ ਸਕਦੇ ਹਾਂ ਡਾਟਾ। ਤੇ ਇਸ ਤੋਂ ਇਲਾਵਾ ਡਾਟਾ ਦੀ ਸਿਕਿਉਰਿਟੀ ਵੀ ਕੀ ਕਰਦਾ, ਜਨਰੇਟ ਕਰਦਾ। ਹੁਣ ਮੰਨ ਲਓ ਡਾਟਾਬੇਸ ਦੇ ਵਿੱਚ ਆਪਾਂ ਨੂੰ ਇਹ ਆ ਵੀ ਆਪਾਂ ਸਿਕਿਉਰਿਟੀ ਲਗਾ ਸਕਦੇ ਹਾਂ, ਕਿਹੜਾ ਬੰਦਾ ਕਿਸ ਤਰ੍ਹਾਂ ਦਾ ਡਾਟਾ ਦੇਖ ਸਕਦਾ ਹੈ, ਕਿਉਂਕਿ ਆਰਗੇਨਾਈਜ਼ ਦੇ ਵਿੱਚ ਕੀ ਹੁੰਦਾ ਹੈ, ਮੈਨੇਜਰਸ ਹੁੰਦੇ ਨੇ, ਟੀਮ ਲੀਡਰ ਹੁੰਦੇ ਨੇ, ਥੱਲੇ ਸਿੰਪਲ ਇੰਪਲੋਏ ਹੁੰਦੇ ਨੇ, ਉਸ ਤੋਂ ਥੱਲੇ ਪੀਐਨ ਹੁੰਦੇ ਨੇ, ਮਤਲਬ ਕਿਹੜਾ ਬੰਦਾ ਕਿਹੜਾ ਡਾਟਾ ਦੇਖ ਸਕਦਾ, ਇਹ ਵੀ ਕੀ ਕਰ ਸਕਦੇ ਆਪਾਂ ਡਾਟਾ ਦੇ ਵਿੱਚ ਸਿਕਿਉਰਿਟੀ ਲਗਾ ਸਕਦੇ ਹਾਂ। ਤਾਂ ਇਹ ਸਾਰਿਆਂ ਵਾਸਤੇ ਹੈਲਪਫੁਲ ਹੁੰਦਾ ਰਾਜੇ ਆਪਣਾ ਡਾਟਾਬੇਸ। ਅੱਛਾ, ਹੁਣ ਨੈਕਸਟ ਗੱਲ ਕਰਦੇ ਹਾਂ ਭਾਈ, ਆਪਣੇ ਕੋਲੇ ਕੀ ਆ ਗਿਆ, ਯੂਜ਼ਰ। ਹੁਣ ਯੂਜ਼ਰ ਕਿਹੜੇ ਕਿਹੜੇ ਹੁੰਦੇ ਆ ਡਾਟਾਬੇਸ ਦੇ ਵਿੱਚ। ਅਗਰ ਆਪਾਂ ਯੂਜ਼ਰ ਦੀ ਗੱਲ ਕਰੀਏ, ਹੁਣ ਦੇਖੋ ਐਡਮਿਨਿਸਟ੍ਰੇਟਰ ਹੁੰਦਾ, ਡਿਜ਼ਾਈਨਰ ਹੁੰਦਾ, ਐਂਡ ਯੂਜ਼ਰ ਹੁੰਦਾ। ਪਹਿਲਾਂ ਆਪਾਂ ਗੱਲ ਕਰਦੇ ਹਾਂ ਐਂਡ ਯੂਜ਼ਰ ਦੀ। ਹੁਣ ਤੁਸੀਂ ਸਾਰੇ WhatsApp ਯੂਜ਼ ਕਰਦੇ ਹੋਵੋਗੇ, ਫੇਸਬੁੱਕ ਯੂਜ਼ ਕਰਦੇ ਹੋਵੋਗੇ। ਹੁਣ WhatsApp ਮੈਂ ਯੂਜ਼ ਕਰ ਰਿਹਾ ਤਾਂ ਮੈਂ ਕੀ ਹਾਂ ਰਾਜੇ, ਇੱਕ ਐਂਡ ਯੂਜ਼ਰ ਹਾਂ। ਮੈਂ ਫੇਸਬੁੱਕ ਯੂਜ਼ ਕਰ ਰਿਹਾ, ਮੈਂ ਕੀ ਇੱਕ ਤਰ੍ਹਾਂ ਦਾ ਐਂਡ ਯੂਜ਼ਰ ਹਾਂ। ਤਾਂ ਮੈਨੂੰ ਉਹਦਾ ਇੰਟਰਨਲ ਵਰਕਿੰਗ ਨਹੀਂ ਪਤਾ ਕਿ ਵੀ ਉਹ ਕੰਮ ਕਿਵੇਂ ਕਰਦਾ ਹੈ। ਹੁਣ ਮੰਨ ਲਓ ਮੈਂ ਸਟੇਟਸ ਲਾਤਾ, ਮੈਂ ਕੋਈ ਪੋਸਟ ਪਾਤੀ ਫੇਸਬੁੱਕ 'ਤੇ, ਮੈਨੂੰ ਨਹੀਂ ਪਤਾ ਉਹ ਪੋਸਟ ਕਿਵੇਂ ਪਾਈ ਆ ਮੈਂ, ਠੀਕ ਹੈ, ਅੰਦਰ ਕਿਵੇਂ ਉਹ ਵਰਕ ਕਰਦਾ ਉਹਦਾ ਇੰਟਰਨਲ ਸਟਰਕਚਰ। ਜਾਂ ਫਿਰ ਮੰਨ ਲਓ ਮੈਂ DP ਚੇਂਜ ਕਰਨੀ ਆ WhatsApp ਦੇ ਵਿੱਚ, ਮੈਂ ਸੈਟਿੰਗ 'ਤੇ ਜਾਣਾ, ਮੈਂ ਗੈਲਰੀ 'ਤੇ ਪਹੁੰਚ ਗਿਆ, ਮੈਂ ਉੱਥੋਂ ਫੋਟੋ ਸਿਲੈਕਟ ਕੀਤੀ, ਉਹਨੂੰ ਫੋਟੋ ਨੂੰ ਲਗਾਤਾ ਐਜ਼ ਏ DP। ਤਾਂ ਇੰਟਰਨਲ ਕਿਵੇਂ ਵਰਕਿੰਗ ਹੋ ਰਹੀ ਹੈ, ਕੋਡਿੰਗ ਕਿਵੇਂ ਲਿਖੀ ਹੋਈ ਆ, ਉਹਦੇ ਨਾਲ ਮੈਨੂੰ ਕੋਈ ਲੈਣਾ ਦੇਣਾ ਨਹੀਂਗਾ, ਕਿਉਂਕਿ ਮੈਂ ਸਿਰਫ ਕੀ ਆ, ਇੱਕ ਐਂਡ ਯੂਜ਼ਰ ਹਾਂ, ਮੈਂ ਉਸ ਚੀਜ਼ ਨੂੰ ਯੂਜ਼ ਕਰ ਰਿਹਾ। ਹੁਣ ਜਿਵੇਂ ਮੰਨ ਲਓ ਕੋਈ ਫੈਨ ਹੈ, ਫੈਨ ਚੱਲ ਰਿਹਾ, ਆਪਾਂ ਹਵਾ ਲੈ ਰਹੇ ਹਾਂ, ਲੇਕਿਨ ਆਪਾਂ ਨੂੰ ਇਹ ਨਹੀਂ ਪਤਾ ਉਹਦੇ ਅੰਦਰ ਜਿਹੜੀ ਮੋਟਰ ਕਿਵੇਂ ਚੱਲ ਰਹੀ ਹੈ, ਮੋਟਰ ਘੁੰਮ ਕਿਵੇਂ ਰਹੀ ਹੈ, ਉਹਦੇ ਵਿੱਚ ਕਿਹੜਾ ਬੈਰਿੰਗ ਹੈ ਜਾਂ ਕਿਹੜੀ ਵਾਇਰ ਕੀਤੀ ਹੋਈ ਹੈ, ਉਹਦੇ ਵਿੱਚ ਆਪਾਂ ਨੂੰ ਕੁਝ ਲੈਣਾ ਦੇਣਾ ਨਹੀਂਗਾ। ਤਾਂ ਐਂਡ ਯੂਜ਼ਰ ਕਿਹੜੇ ਹੁੰਦੇ ਆ, ਜਿਹੜੇ ਸਿਰਫ ਚੀਜ਼ ਨੂੰ ਯੂਜ਼ ਕਰਦੇ ਆ। ਹੁਣ ਅਗਰ ਆਪਾਂ ਦੂਸਰੇ ਬੰਦਿਆਂ ਦੀ ਗੱਲ ਕਰੀਏ, ਹੁਣ ਡਿਜ਼ਾਈਨਰ ਕੌਣ ਹੋਣਗੇ ਰਾਜੇ, ਜਿਹੜੇ ਕਿ ਡਾਟਾਬੇਸ ਡਿਜ਼ਾਈਨ ਕਰਨਗੇ। ਹੁਣ ਡਿਜ਼ਾਈਨ ਕਰਨਗੇ ਕਿ ਤੁਹਾਨੂੰ ਦਿਖੂਗਾ ਕਿਵੇਂ ਦਾ ਉਹਦੇ ਵਿੱਚ ਡਾਟਾ ਭਰਾਂਗੇ, ਆਪਾਂ ਕਿਹੜੀ ਫਾਰਮ ਦੇ ਵਿੱਚ ਭਰਾਂਗੇ, ਟੇਬਲ ਦੀ ਫਾਰਮ 'ਚ ਭਰਾਂਗੇ ਜਾਂ ਕਿਸੇ ਫਾਰਮ ਦੀ ਫਾਰਮ 'ਚ ਭਰਾਂਗੇ ਜਾਂ ਕਿਸੇ ਹੋਰ ਤਰੀਕੇ ਨਾਲ ਭਰਾਂਗੇ, ਉਹ ਡਿਜ਼ਾਈਨਰ ਹੋ ਗਏ ਜਿਹੜੇ ਕੋਡਿੰਗ ਕਰਦੇ ਆ। ਹੁਣ ਮੰਨ ਲਓ WhatsApp 'ਤੇ ਜਿਵੇਂ ਕੋਡਿੰਗ ਕੀਤੀ ਵੀ ਜਦੋਂ ਕੋਈ ਯੂਜ਼ਰ ਸੈਟਿੰਗ ਦੀ ਆਪਸ਼ਨ 'ਚ ਜਾਵੇ ਤਾਂ ਉਹ DP ਦੇ ਵਿੱਚ ਜਾਵੇ ਤਾਂ ਗੈਲਰੀ 'ਤੇ ਪਹੁੰਚ ਜਾਵੇ, ਇਹ ਸਾਰੀ ਕੋਡਿੰਗ ਕੌਣ ਕਰੂਗਾ, ਡਿਜ਼ਾਈਨਰ ਕਰਨਗੇ, ਰਾਈਟ ਹੈ। ਹੁਣ ਜਦੋਂ ਡਿਜ਼ਾਈਨ ਹੋ ਗਿਆ ਤਾਂ ਜਿਹੜੀ ਚੀਜ਼ ਬਣ ਗਈ ਉਹਨੂੰ ਐਡਮਿਨਿਸਟ੍ਰੇਟ ਵੀ ਕਰਨਾ ਪਊਗਾ, ਕੌਣ ਕਰਨਗੇ, ਐਡਮਿਨਿਸਟ੍ਰੇਟਰ ਕਰਨਗੇ, ਜਿਹੜਾ ਸੰਭਾਲਣਗੇ। ਹੁਣ ਕੀ ਹੁੰਦਾ, ਜਿਵੇਂ ਤੁਸੀਂ ਦੇਖਦੇ ਹੋਵੋਗੇ ਵੀ WhatsApp ਦਾ ਨਿਊ ਵਰਜ਼ਨ ਆ ਗਿਆ, ਉਹਦੇ ਵਿੱਚ ਨਵੀਂ ਫੈਸਿਲਿਟੀ ਆਹ ਆ ਗਈ, ਆਹ ਹੋ ਗਿਆ ਜਾਂ ਆਹ ਆ ਗਿਆ, ਤਾਂ ਸਾਰਾ ਕੁਝ ਕੌਣ ਐਡਮਿਨਿਸਟ੍ਰੇਟ ਕਰ ਰਿਹਾ, ਜਿਹੜੇ ਐਡਮਿਨਿਸਟ੍ਰੇਟਰ ਲੈਵਲ ਦੇ ਬੰਦੇ ਹੁੰਦੇ ਆ। ਤਾਂ ਰਾਈਟ ਆ, ਉਵੇਂ DBMS ਦੇ ਵਿੱਚ ਵੀ ਕੀ ਹੁੰਦਾ ਰਾਜੇ, ਤਿੰਨ ਤਰ੍ਹਾਂ ਦੇ ਹੁੰਦੇ ਆ, ਐਂਡ ਯੂਜ਼ਰ ਹੁੰਦਾ, ਐਡਮਿਨਿਸਟ੍ਰੇਟਰ ਹੁੰਦਾ ਤੇ ਡਿਜ਼ਾਈਨਰ ਹੁੰਦੇ ਨੇ। ਹੋਪਫੁਲੀ ਤੁਹਾਨੂੰ ਸਮਝ ਆ ਗਿਆ ਹੋਊਗਾ, ਬਸ ਇਹਦੇ ਵਿੱਚ ਜ਼ਿਆਦਾ ਡੀਪਲੀ ਜਾਣ ਦੀ ਜ਼ਰੂਰਤ ਨਹੀਂ ਹੈਗੀ। ਬਸ ਇਹ ਅਲੱਗ-ਅਲੱਗ ਲੈਵਲ ਦੇ ਕੀ ਹੁੰਦੇ ਨੇ, ਆਪਣੇ ਕੋਲੇ ਯੂਜ਼ਰ ਹੁੰਦੇ ਨੇ। ਹੁਣ ਨੈਕਸਟ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਰਾਜੇ, ਜਿਹੜਾ ਡਾਟਾਬੇਸ ਦਾ ਆਰਕੀਟੈਕਚਰ ਕਿਵੇਂ ਹੁੰਦਾ ਹੈ। ਆਰਕੀਟੈਕਚਰ ਦਾ ਮਤਲਬ ਹੁੰਦਾ ਕਿ ਜਿਹੜਾ ਉਹਦਾ ਸਕੀਮਾ ਕਿਵੇਂ ਬਣਾਇਆ ਜਾਂਦਾ ਹੈ, ਉਹਦਾ ਡਿਜ਼ਾਈਨ ਕਿਵੇਂ ਤਿਆਰ ਕੀਤਾ ਜਾਂਦਾ, ਜਾਂ ਆਪਾਂ ਸਕੈਲਟਨ ਕਹਿ ਸਕਦੇ ਕਿ ਉਹਦਾ ਪਿੰਜਰ ਸਿਸਟਮ ਕਿਵੇਂ ਤਿਆਰ ਕੀਤਾ ਜਾਂਦਾ ਆਪਣੇ ਕਿਹਦਾ, DBMS ਦਾ। ਤਾਂ ਜਿਹੜਾ DBMS ਹੈਗਾ ਰਾਜੇ, ਉਹ ਬੇਸਿਕਲੀ 3 ਟਾਇਰ ਆਰਕੀਟੈਕਚਰ ਹੈ,
3 ਟਾਇਰ ਤਾਂ ਹੁੰਦਾ ਵੀ ਇਹਦੇ ਵਿੱਚ ਜਿਹੜੇ ਵੱਖਰੇ ਵੱਖਰੇ ਟਾਇਰ ਨੇ ਇੱਕ ਦੂਜੇ ਨੂੰ ਕੀ ਕਰਦੇ ਨੇ, ਆਪਣੇ ਆਪ ਨਾਲੋਂ ਕੀ ਕਰਦੇ ਨੇ, ਸੈਪਰੇਟ ਕਰਦੇ ਨੇ, ਤਾਂ ਜੋ ਇਹ ਆਪਸ ਵਿੱਚ ਕੀ ਆ, ਕੰਪਲੈਕਸ ਨਾ ਹੋ ਜਾਣ, ਮਿਲ ਕੇ ਕੁਝ ਗਲਤੀ ਨਾ ਹੋ ਜਾਵੇ। ਠੀਕ ਹੈ, ਤਾਂ ਆਪਣੇ ਕੋਲੇ 3 ਜਿਹੜੇ ਹੈਗੇ ਆ ਰਾਜੇ, 3 ਟਾਇਰ ਕਿਹੜੇ ਕਿਹੜੇ ਆ? ਇੱਕ ਤਾਂ ਡਾਟਾਬੇਸ ਟਾਇਰ ਹੈਗਾ ਆਪਣੇ ਕੋਲੇ, ਇੱਕ ਹੈਗਾ ਐਪਲੀਕੇਸ਼ਨ ਟਾਇਰ, ਇੱਕ ਹੈਗਾ ਪ੍ਰੈਜੈਂਟੇਸ਼ਨ ਟਾਇਰ। ਹੁਣ ਇਹਦੇ ਵਿੱਚ ਆਪਾਂ ਦੇਖਦੇ ਹਾਂ, ਸਭ ਤੋਂ ਪਹਿਲਾਂ ਜਿਹੜੀ ਚੀਜ਼ ਆਪਾਂ ਦੇਖਣੀ ਆ ਰਾਜੇ, ਡਾਟਾਬੇਸ ਟਾਇਰ ਦੀ ਗੱਲ ਕਰਦੇ ਹਾਂ। ਡਾਟਾਬੇਸ ਟਾਇਰ ਕੀ ਹੈ? ਜਿਹੜਾ ਜਿੱਥੇ ਕਿ ਫਿਜ਼ੀਕਲ ਲੈਵਲ ਦੇ ਉੱਪਰ ਕੰਮ ਹੋਊਗਾ। ਹੁਣ ਮੇਰੇ ਕੋਲ ਡਾਟਾਬੇਸ ਹੋਊਗਾ ਤਾਂ ਹੀ ਮੈਂ ਕੀ ਕਰੂੰਗਾ, ਉਹਨੂੰ ਪ੍ਰੈਜੈਂਟ ਕਰੂੰਗਾ ਨਾ। ਤਾਂ ਡਾਟਾਬੇਸ ਟਾਇਰ ਉਹ ਟਾਇਰ ਆ ਜਿੱਥੇ ਕੀ ਕਰਦੇ ਹਾਂ ਆਪਾਂ, ਐਕਚੁਅਲ ਦੇ ਵਿੱਚ ਡਾਟਾ ਭਰਦੇ ਹਾਂ। ਠੀਕ ਹੈ, ਜੋ ਆਪਾਂ ਡਾਟਾ ਭਰ ਲਿਆ, ਤਿਆਰ ਕਰਕੇ ਰੱਖ ਲਿਆ। ਹੁਣ ਮੰਨ ਲਓ ਤੁਹਾਡੇ ਕੋਲ ਫੋਨ ਦੇ ਵਿੱਚ ਕੀ ਆ, ਕੰਟੈਕਟ ਲਿਸਟ, ਫੋਨ ਬੁੱਕ ਹੈ, ਕੰਟੈਕਟ ਲਿਸਟ ਹੈ। ਹੁਣ ਤੁਸੀਂ ਉਹਦੇ ਵਿੱਚ ਇੱਕ ਵੀ ਕੰਟੈਕਟ ਐਡ ਨਹੀਂ ਕੀਤਾ ਤਾਂ ਉਹ ਆਪਾਂ ਨੂੰ ਯੂਜ਼ ਕਰ ਸਕਦੇ ਹਾਂ? ਨਹੀਂ ਕਰ ਸਕਦੇ। ਜਦੋਂ ਆਪਾਂ ਮੰਨ ਲਓ ਆਪਾਂ ਉਹਦੇ ਵਿੱਚ 5 10 15 20 ਕੰਟੈਕਟ ਭਰ ਦਾਂਗੇ, ਉਹ ਕੀ ਬਣ ਜਾਊਗਾ, ਇੱਕ ਡਾਟਾਬੇਸ ਬਣ ਜਾਊਗਾ। ਤਾਂ ਰਾਈਟ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਵੀ ਪ੍ਰੈਜੈਂਟੇਸ਼ਨ ਟਾਇਰ ਦੇ ਵਿੱਚ ਕੀ ਹੋਊਗਾ, ਜਿਹੜੇ ਐਂਡ ਯੂਜ਼ਰ ਹੋਣਗੇ, ਜਿਹੜੇ ਉਹਨੂੰ ਯੂਜ਼ ਕਰਨਗੇ, ਆਪਣੇ ਸਾਹਮਣੇ ਡਾਟਾ ਕਿਵੇਂ ਪ੍ਰੈਜੈਂਟ ਹੋਊਗਾ। ਮੰਨ ਲਓ ਫੇਸਬੁੱਕ ਬਣ ਗਿਆ, ਤਿਆਰ ਹੋ ਗਿਆ, ਫੇਸਬੁੱਕ ਕਿਵੇਂ ਦਿਖੂਗੀ ਆਪਾਂ ਨੂੰ, ਜਾਂ ਵਟਸਐਪ ਬਣ ਕੇ ਤਿਆਰ ਹੋ ਗਿਆ, ਵਟਸਐਪ ਦੇ ਉੱਪਰ ਆਪਾਂ ਕਿਵੇਂ ਮੈਸੇਜ ਕਰਾਂਗੇ ਇੱਕ ਦੂਸਰੇ ਨੂੰ, ਮਤਲਬ ਕਿਵੇਂ ਡਾਟਾ ਪ੍ਰੈਜੈਂਟ ਹੋਊਗਾ, ਉਹ ਹੋ ਗਿਆ ਤੁਹਾਡਾ ਪ੍ਰੈਜੈਂਟੇਸ਼ਨ ਟਾਇਰ। ਤੇ ਜਿਹੜਾ ਹੋ ਗਿਆ ਐਪਲੀਕੇਸ਼ਨ ਟਾਇਰ ਰਾਜੇ, ਐਪਲੀਕੇਸ਼ਨ ਟਾਇਰ ਕੀ ਕਰਦਾ, ਇੰਟਰਫੇਸ ਦਾ ਕੰਮ ਕਰਦਾ, ਕਿਹਦਾ, ਵਿਚੋਲੇ ਦਾ ਕੰਮ ਕਰਦਾ, ਕਿਹਦੇ ਵਿੱਚ, ਫਿਜ਼ੀਕਲ ਲੈਵਲ ਤੇ ਪ੍ਰੈਜੈਂਟੇਸ਼ਨ ਲੈਵਲ ਦੇ ਵਿੱਚ। ਹੁਣ ਕੀ ਹੈ ਐਪਲੀਕੇਸ਼ਨ ਟਾਇਰ ਦੇ ਵਿੱਚ ਕੀ, ਹੁਣ ਮੰਨ ਲਓ ਤੁਸੀਂ ਵਟਸਐਪ ਚਲਾਉਣਾ ਹੈ, ਜਾਂ ਤੁਸੀਂ ਮੰਨ ਲਓ ਰੇਸ ਅਕੈਡਮੀ ਦੇ ਲੈਕਚਰ ਦੇਖਣੇ ਨੇ, ਤਾਂ ਤੁਹਾਨੂੰ ਕੀ ਕਰਨੀ ਪਊਗੀ, ਐਪ ਇੰਸਟਾਲ ਕਰਨੀ ਪਊਗੀ। ਕਿਉਂਕਿ ਜਿਹੜੀ ਐਪ ਕੀ ਕੰਮ ਕਰਦੀ ਹੈ, ਆਪਣੇ ਤੇ ਟੀਚਰ ਤੇ ਸਟੂਡੈਂਟ ਦੇ ਵਿਚਕਾਰ ਜੋ ਅਮਨ ਤੁਸੀਂ ਵੀਡੀਓ ਦੇਖ ਰਹੇ ਹੋ, ਕੀ ਕਰਦੀ ਹੈ, ਇੰਟਰਫੇਸ ਦਾ ਕੰਮ ਕਰ ਰਹੀ ਹੈ। ਠੀਕ ਹੈ, ਤਾਂ ਆਈ ਹੋਪਲੀ ਤੁਸੀਂ ਸਮਝ ਗਏ ਹੋਵੋਗੇ ਵੀ ਇੰਟਰਫੇਸ ਕੀ ਹੁੰਦਾ ਜਾਂ ਐਪਲੀਕੇਸ਼ਨ ਟਾਇਰ ਕੀ ਹੁੰਦਾ। ਓਕੇ ਜੀ, ਇਹ ਹੈਗਾ ਤੁਹਾਡਾ ਸਾਰਾ DBS ਦਾ ਆਰਕੀਟੈਕਚਰ। ਇਹਨੂੰ ਆਪਾਂ ਥੋੜਾ ਜਿਹਾ ਡਿਟੇਲ 'ਚ ਪੜ੍ਹਨਾ ਤਾਂ ਪੜ੍ਹ ਸਕਦੇ ਹਾਂ, ਫਿਲਹਾਲ ਆਪਾਂ ਨੂੰ ਯਾਦ ਹੋ ਗਿਆ ਹੋਊਗਾ, ਬਸ ਆਪਾਂ ਇਹਨੂੰ ਸਮਝਣਾ ਹੀ ਆ ਵੀ ਹੁੰਦਾ ਕੀ ਹੈ। ਹੁਣ ਪੜ੍ਹ ਲਓ ਇੱਕ ਵਾਰੀ ਰਾਜੇ, ਯੂਜ਼ਰ ਕੀ ਹੁੰਦਾ, ਕਹਿੰਦਾ ਪ੍ਰੈਜੈਂਟੇਸ਼ਨ ਦੇ ਵਿੱਚ ਕੀ ਹੁੰਦਾ, ਕਹਿੰਦਾ ਜਿਹੜੇ ਐਂਡ ਯੂਜ਼ਰ ਹੁੰਦੇ ਆ, ਕਹਿੰਦਾ ਆਪਰੇਟ ਔਨ ਦਿਸ ਟਾਇਰ। ਤਾਂ ਐਂਡ ਯੂਜ਼ਰ ਕਿੱਥੇ ਆਪਰੇਟ ਕਰਦੇ ਆ, ਪ੍ਰੈਜੈਂਟੇਸ਼ਨ ਦੇ ਵਿੱਚ ਕਰਦੇ ਆ। ਤਾਂ ਕਹਿੰਦੇ ਦੇ ਨੋ ਨਥਿੰਗ ਅਬਾਊਟ ਐਨੀ ਐਗਜ਼ਿਸਟੈਂਸ ਆਫ ਦਾ ਡਾਟਾਬੇਸ। ਤਾਂ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆ ਐਗਜ਼ਾਮਪਲ ਪੱਖੇ ਵਾਲੀ, ਕਿ ਪੱਖੇ ਦੀ ਆਪਾਂ ਹਵਾ ਖਾ ਰਹੇ ਹਾਂ ਲੇਕਿਨ ਆਪਾਂ ਨੂੰ ਉਹਦਾ ਇੰਟਰਨਲ ਨਹੀਂ ਪਤਾ ਵੀ ਕਿਵੇਂ ਕੰਮ ਹੁੰਦਾ। ਤਾਂ ਉਹ ਹੋ ਗਏ ਤੁਹਾਡੇ ਭਾਈ ਪ੍ਰੈਜੈਂਟੇਸ਼ਨ ਟਾਇਰ ਦੇ ਵਿੱਚ ਐਂਡ ਯੂਜ਼ਰ ਹੋ ਗਏ। ਇਸ ਤੋਂ ਇਲਾਵਾ ਕਹਿੰਦਾ ਐਟ ਦਿਸ ਲੇਅਰ, ਕਹਿੰਦਾ ਮਲਟੀਪਲ ਵਿਊਜ਼ ਆਫ ਦਾ ਡਾਟਾਬੇਸ ਕੈਨ ਬੀ ਪ੍ਰੋਵਾਈਡਡ। ਹੁਣ ਮਲਟੀਪਲ ਵਿਊਜ਼ ਕੀ ਹੁੰਦੇ ਰਾਜੇ, ਆਪਾਂ ਨੂੰ ਵੱਖਰੇ ਵੱਖਰੇ ਢੰਗ ਨਾਲ ਕੀ ਕਰ ਸਕਦੇ ਹਾਂ, ਡਾਟਾ ਨੂੰ ਦੇਖ ਸਕਦੇ ਹਾਂ। ਕਿਹਦੇ ਵਿੱਚ, DBMS ਦੇ ਵਿੱਚ। ਕਿਉਂਕਿ ਦੇਖੋ ਤੁਹਾਨੂੰ ਮੈਂ ਦੱਸਿਆ ਵੀ ਕੋਈ ਮੈਨੇਜਰ ਹੈ ਤਾਂ ਉਹ ਹੋਰ ਲੈਵਲ ਤੱਕ ਡਾਟਾ ਦੇਖ ਸਕਦਾ ਹੈ। ਮੰਨ ਲਓ ਚਲੋ ਕਾਲਜ ਦੀ ਗੱਲ ਕਰਦੇ ਹਾਂ, ਸਟੂਡੈਂਟ ਹੈ ਉਹ ਉਸ ਲੈਵਲ ਤੱਕ ਦੇਖ ਸਕਦੇ ਆ, ਟੀਚਰ ਹੋਰ ਲੈਵਲ ਤੱਕ ਦੇਖ ਸਕਦਾ, ਪ੍ਰਿੰਸੀਪਲ ਕਿਸੇ ਹੋਰ ਲੈਵਲ ਤੱਕ ਦੇਖ ਸਕਦਾ। ਠੀਕ ਹੈ, ਤਾਂ ਹਰੇਕ ਨੂੰ ਵੱਖਰੇ ਵੱਖਰੇ ਆਪਾਂ ਕੀ ਕਰ ਦਿੰਦੇ ਹਾਂ, ਰਾਈਟ ਦੇ ਦਿੰਦੇ ਹਾਂ ਵੀ ਉਹ ਇੰਨੇ ਲੈਵਲ ਤੱਕ ਡਾਟਾ ਦੇ ਸਕਦਾ, ਅਗਲਾ ਬੰਦਾ ਇੰਨੇ ਲੈਵਲ ਤੱਕ ਦੇ ਸਕਦਾ, ਅਗਲਾ ਬੰਦਾ ਅਗਲੇ ਲੈਵਲ ਤੱਕ ਦੇ ਸਕਦਾ। ਠੀਕ ਹੈ, ਤਾਂ ਇਹ ਕੀ ਹੈ, ਤੁਹਾਡਾ ਪ੍ਰੈਜੈਂਟੇਸ਼ਨ ਟਾਇਰ ਹੈ। ਹੁਣ ਗੱਲ ਕਰਦੇ ਆ ਐਪਲੀਕੇਸ਼ਨ ਦੀ। ਤਾਂ ਐਪਲੀਕੇਸ਼ਨ ਜਿਹੜਾ ਮਿਡਲ ਦੇ ਵਿੱਚ ਟਾਇਰ ਹੈਗਾ ਉਹਨੂੰ ਕਹਿੰਦੇ ਹੁੰਦੇ ਆ ਐਪਲੀਕੇਸ਼ਨ ਟਾਇਰ। ਇਹਦੇ ਵਿੱਚ ਕੀ ਕਰ ਸਕਦੇ ਆ ਆਪਾਂ, ਕਹਿੰਦਾ ਮੰਨ ਲਓ ਜਿਹੜਾ ਆਪਣਾ ਕੋਲ ਐਪਲੀਕੇਸ਼ਨ ਸਰਵਰ ਹੁੰਦਾ ਜਾਂ ਪ੍ਰੋਗਰਾਮ ਹੁੰਦੇ ਆ ਜਿਹੜੇ ਕਿ ਅਸੈਸ ਕਰ ਸਕਦੇ ਕਿਹਨੂੰ, ਡਾਟਾਬੇਸ ਨੂੰ। ਹੁਣ ਇਹਦੇ ਵਿੱਚ ਕੀ ਹੁੰਦਾ, ਆਪਣੇ ਕੋਲੇ ਸੌਫਟਵੇਅਰ ਬਣਾਏ ਜਾਂਦੇ ਆ, ਸੌਫਟਵੇਅਰ ਜਾਂ ਕੋਡਿੰਗ ਕੀਤੀ ਜਾਂਦੀ ਹੈ ਜਿਹੜੀ ਕਿ ਆਪਣੇ ਇਹਨਾਂ ਦੋਵਾਂ ਦੇ ਵਿਚਕਾਰ ਕੀ ਕਰਦੀ ਹੈ, ਵਿਚੋਲੇ ਦਾ ਕੰਮ ਕਰਦੀ ਹੈ। ਕਿਉਂਕਿ ਦੇਖੋ ਡਾਟਾ ਵੀ ਪਿਆ ਆਪਣੇ ਕੋਲੇ ਤੇ ਯੂਜ਼ਰ ਵੀ ਹੈਗੇ ਆਪਣੇ ਕੋਲੇ, ਤਾਂ ਯੂਜ਼ਰ ਡਾਇਰੈਕਟ ਥੋੜੀ ਡਾਟਾ ਨੂੰ ਯੂਜ਼ ਕਰਨਗੇ। ਤਾਂ ਵਿਚਾਲੇ ਕੀ ਇੱਕ ਇੰਟਰਫੇਸ ਦਾ ਕੰਮ ਕਰਨ ਵਾਸਤੇ ਕੋਈ ਸੌਫਟਵੇਅਰ ਦੀ ਜ਼ਰੂਰਤ ਪੈਂਦੀ ਹੈ ਜਿਹੜਾ ਕਿ ਇਹਨਾਂ ਦੋਵਾਂ ਦੇ ਵਿਚਕਾਰ ਕੀ ਕਰ ਸਕੇ, ਤਾਲਮੇਲ ਬਿਠਾ ਸਕੇ। ਤਾਂ ਉਹ ਕੀ ਹੋ ਗਿਆ, ਤੁਹਾਡਾ ਐਪਲੀਕੇਸ਼ਨ ਟਾਇਰ ਹੋ ਗਿਆ। ਤੇ ਡਾਟਾਬੇਸ ਟਾਇਰ ਕੀ ਹੈ ਰਾਜੇ, ਐਕਚੁਅਲ ਫਿਜ਼ੀਕਲ ਲੈਵਲ ਤੇ ਜਿੱਥੇ ਆਪਾਂ ਕੀ ਕਰਦੇ ਹਾਂ, ਡਾਟਾ ਨੂੰ ਸਟੋਰ ਕਰਦੇ ਹਾਂ, ਜਿੱਥੇ ਆਪਾਂ ਕੋਈ ਕੁਐਰੀ ਲਗਾ ਸਕਦੇ ਹਾਂ। ਕੁਐਰੀਜ਼ ਹੁੰਦੀਆਂ ਨੇ, ਮੰਨ ਲਓ ਕੋਈ ਪਾਰਟੀਕੂਲਰ ਡਾਟਾ ਚਾਹੀਦਾ ਆਪਾਂ ਨੂੰ, ਜਿਵੇਂ ਮੈਂ ਤੁਹਾਨੂੰ ਆਧਾਰ ਕਾਰਡ ਦੀ ਐਗਜ਼ਾਮਪਲ ਦਿੱਤੀ ਸੀਗੀ, ਮੈਂ ਕੁਐਰੀ ਲਗਾਈ ਕਿ ਮੈਨੂੰ ਜਿਹੜੀ ਗ੍ਰੇਟਰ ਦੈਨ 70 ਏਜ ਵਾਲੇ ਬੰਦੇ ਚਾਹੀਦੇ ਆ। ਤਾਂ ਉਹ ਇੱਕ ਕੁਐਰੀ ਹੋ ਗਈ ਕਿ ਮੇਰਾ ਡਾਟਾਬੇਸ ਤਿਆਰ ਸੀਗਾ ਆਧਾਰ ਕਾਰਡ ਵਾਲਾ, ਉਹਦੇ ਵਿੱਚੋਂ ਮੈਂ ਕੀ ਕਰਨੇ ਨੇ, 70 ਤੋਂ ਵੱਧ ਏਜ ਵਾਲੇ ਬੰਦੇ ਕੀ ਕਰਨੇ ਨੇ, ਰੀਟਰੀਵ ਕਰਨੇ ਨੇ। ਤਾਂ ਉਹ ਕੀ ਹੋ ਗਈ, ਇੱਕ ਤਰ੍ਹਾਂ ਦੀ ਕੁਐਰੀਜ਼ ਹੋ ਗਈ। ਓਕੇ ਜੀ, ਇਹ ਹੈਗਾ ਤੁਹਾਡਾ ਆਰਕੀਟੈਕਚਰ ਆਫ DBMS। ਅੱਛਾ, ਹੁਣ ਆਪਾਂ ਗੱਲ ਕਰਦੇ ਹਾਂ ਨੈਕਸਟ, ਗੱਲ ਕੀ ਕਰਦੇ ਹਾਂ ਆਪਾਂ ਵੀ ਹਾਂਜੀ, ਹੁਣ ਨੈਕਸਟ ਦੇਖਦੇ ਹਾਂ ਰਾਜੇ ਡਾਟਾ ਮਾਡਲਸ। ਡਾਟਾ ਮਾਡਲਸ ਕਾਫੀ ਇੰਪੋਰਟੈਂਟ ਆਪਣੇ DBMS ਟੌਪਿਕ ਦੇ ਵਿੱਚ। ਡਾਟਾ ਮਾਡਲ ਹੁੰਦੇ ਕੀ ਹੈ ਰਾਜੇ, ਜਿਹੜੇ ਡਿਫਾਈਨ ਕਰਦੇ ਆ ਵੀ ਲੌਜੀਕਲ ਸਟਰਕਚਰ ਆਫ ਦਾ ਡਾਟਾਬੇਸ। ਮਤਲਬ ਕਿ ਆਪਾਂ ਜਿਹੜਾ ਡਾਟਾ ਤਿਆਰ ਕਰ ਰਹੇ ਹਾਂ, ਡਾਟਾਬੇਸ ਤਿਆਰ ਕਰ ਰਹੇ ਹਾਂ, ਉਹਦਾ ਸਟਰਕਚਰ ਕਿਵੇਂ ਹੋਊਗਾ, ਉਹਦੇ ਵਿੱਚ ਕੀ ਕੀ ਲੌਜਿਕ ਲੱਗਣਗੇ, ਤਾਂ ਉਹ ਸਾਰੇ ਕਿਹਦੇ ਵਿੱਚ ਤਿਆਰ ਹੋਣਗੇ, ਡਾਟਾ ਮਾਡਲ ਦੇ ਵਿੱਚ ਤਿਆਰ ਹੋਣਗੇ। ਹੁਣ ਮੇਨ ਕੰਮ ਇਹਦਾ ਕੀ ਹੈ ਵੀ ਡਿਫਾਈਨ ਕਰਦਾ ਹਾਊ ਡਾਟਾ ਇਜ਼ ਕਨੈਕਟਡ ਟੂ ਦਾ ਈਚ ਅਦਰ।
ਹੁਣ ਮਤਲਬ ਦੋ ਡਾਟਾ ਪਿਆ ਆਪਣੇ ਕੋਲੇ, ਉਹ ਆਪਸ ਦੇ ਵਿੱਚ ਕਿਵੇਂ ਕਨੈਕਟਡ ਹੋਣਗੇ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਕੇ ਸਮਝਾਉਣਾ ਥੋੜਾ ਜਿਹਾ ਇਹਨੂੰ। ਹੁਣ ਮੰਨ ਲਓ ਮੇਰੇ ਕੋਲੇ ਕੀ ਹੈ ਰਾਜੇ, ਮੇਰੇ ਕੋਲੇ ਇੱਕ ਕੀ ਹੈ ਸਟੂਡੈਂਟ ਹੈ, ਮੇਰੇ ਕੋਲੇ ਕੀ ਹੈ ਇੱਕ ਸਟੂਡੈਂਟ ਦਾ ਕੀ ਪਿਆ ਡਾਟਾ ਪਿਆ। ਸਟੂਡੈਂਟ ਡਾਟਾ ਕੀ ਹੈ ਮੇਰੇ ਕੋਲੇ, ਮੰਨ ਲਓ ਕੋਈ ਨੇਮ ਹੈ, ਉਹਦੀ ਸਟੂਡੈਂਟ ਦੀ ਏਜ ਹੈ, ਉਹਦਾ ਫੋਨ ਨੰਬਰ ਹੈ। ਇਹ ਕੀ ਹੋ ਗਿਆ ਰਾਜੇ, ਮੇਰੇ ਕੋਲ ਇੱਕ ਤਾਂ ਕੀ ਪਿਆ ਸਟੂਡੈਂਟ ਦਾ ਡਾਟਾ ਪਿਆ। ਓਕੇ ਜੀ। ਇਸ ਤੋਂ ਇਲਾਵਾ ਕੀ ਹੈ ਮੇਰੇ ਕੋਲੇ ਇੱਕ ਕੋਰਸ ਹੈ, ਮੰਨ ਲਓ ਕੋਈ ਕੋਰਸ ਦੇ ਬਾਰੇ ਮੈਂ ਇੱਕ ਵੱਖਰਾ ਮੇਰੇ ਕੋਲ ਟੇਬਲ ਪਿਆ ਜਾਂ ਕੋਈ, ਠੀਕ ਹੈ। ਕੋਰਸ ਦੇ ਵਿੱਚ ਕੋਰਸ ਦੀ ਫੀਸ ਹੋ ਗਈ, ਮੰਨ ਲਓ ਕੋਰਸ ਦਾ ਨੇਮ ਕੀ ਹੋਇਆ, ਮਤਲਬ ਕਿ ਪਟਵਾਰੀ ਦਾ ਕੋਰਸ ਹੈ, ਨਾਇਬ ਤਹਿਸੀਲਦਾਰ ਦਾ ਕੋਰਸ ਹੈ, ਠੀਕ ਹੈ, ਜਾਂ ਕੁਝ ਹੋਰ ਹੋ ਗਿਆ। ਤਾਂ ਇਹ ਦੋ ਵੱਖਰੇ ਵੱਖਰੇ ਕੀ ਪਏ ਸੀ ਮੇਰੇ ਕੋਲ, ਇਹ ਡਾਟਾ ਪਿਆ ਸੀਗਾ, ਡਾਟਾਬੇਸ ਪਏ ਸੀਗੇ। ਹੁਣ ਡਾਟਾ ਇੱਥੇ ਵੀ ਪਿਆ ਮੇਰੇ ਕੋਲੇ, ਇੱਥੇ ਵੀ ਪਿਆ, ਪਰ ਇਹ ਮੇਰੇ ਕਿਸੇ ਕੰਮ ਦਾ ਨਹੀਂ ਡਾਟਾ। ਹੁਣ ਤੁਸੀਂ ਕਹੋਗੇ ਸਰ ਕੰਮ ਦਾ ਕਿਉਂ ਨਹੀਂ, ਕਿਉਂਕਿ ਜਿੰਨੀ ਦੇਰ ਮੈਨੂੰ ਇਹ ਨਹੀਂ ਪਤਾ ਵੀ ਇਹ ਵੀ ਕਿਹੜਾ ਸਟੂਡੈਂਟ ਕਿਹੜੇ ਕੋਰਸ ਦੇ ਵਿੱਚ ਹੈ, ਤਾਂ ਮੇਰੇ ਵਾਸਤੇ ਇਹ ਰੈਲੇਵੈਂਟ ਨਹੀਂ ਹੈਗਾ ਗਾ, ਮੇਰੇ ਵਾਸਤੇ ਮੀਨਿੰਗਲੈਸ ਹੈ। ਤਾਂ ਰਾਈਟ ਹੈ। ਹੁਣ ਮੰਨ ਲਓ ਆਹ ਸਟੂਡੈਂਟ ਦਾ ਨੇਮ ਹੈ, ਮੰਨ ਲਓ ਸਟੂਡੈਂਟ ਦਾ ਨੇਮ ਹੈ ਬਲਜਿੰਦਰ ਸਿੰਘ, ਉਹਨੇ ਕਿਹੜਾ ਕੋਰਸ ਲਿਆ, ਪਟਵਾਰੀ ਵਾਲਾ ਕੋਰਸ। ਤਾਂ ਇਹਨਾਂ ਦੋਵਾਂ ਦੇ ਵਿੱਚ ਰਿਲੇਸ਼ਨ ਹੋਣਾ ਜ਼ਰੂਰੀ ਹੈ। ਜਿੰਨੀ ਦੇਰ ਰਿਲੇਸ਼ਨ ਨਹੀਂ ਹੋਊਗਾ ਤਾਂ ਮੈਨੂੰ ਪਤਾ ਨਹੀਂ ਚੱਲੂਗਾ ਵੀ ਇਹ ਕਾਹਦੇ ਵਾਸਤੇ ਯੂਜ਼ ਕਰ ਰਹੇ ਆਪਾਂ ਡਾਟਾ, ਠੀਕ ਹੈ। ਤਾਂ ਰਿਲੇਸ਼ਨ ਹੋਣਾ ਬਹੁਤ ਜ਼ਰੂਰੀ ਹੈ। ਤਾਂ ਉਹ ਜਿਹੜਾ ਰਿਲੇਸ਼ਨ ਹੈ ਉਹ ਡਿਫਾਈਨ ਕੌਣ ਕਰੂਗਾ, ਉਹ ਮਾਡਲ ਡਿਫਾਈਨ ਕਰੂਗਾ ਵੀ ਜਿਹੜਾ ਡਾਟਾ ਆਪਾਂ ਆਰਗੇਨਾਈਜ਼ ਕਰ ਰਹੇ ਹਾਂ ਉਹ ਯੂਜ਼ ਕਿਵੇਂ ਹੋਊਗਾ ਐਕਚੁਅਲ ਦੇ ਵਿੱਚ, ਠੀਕ ਹੈ। ਤਾਂ ਡਾਟਾ ਤਾਂ ਆ ਜਾਂਦਾ ਆਪਣੇ ਕੋਲੇ, ਡਾਟਾਬੇਸ ਤਿਆਰ ਵੀ ਹੋ ਜਾਂਦਾ, ਲੇਕਿਨ ਡਾਟਾਬੇਸ ਨੂੰ ਰੀਟਰੀਵ ਕਿਵੇਂ ਕਰਨਾ ਹੈ, ਅਸੈਸ ਕਿਵੇਂ ਕਰਨਾ ਹੈ, ਮੈਨੇਜ ਕਿਵੇਂ ਕਰਨਾ, ਉਹ ਕੌਣ ਦੱਸਦਾ ਆਪਾਂ ਨੂੰ, ਡਾਟਾ ਮਾਡਲ ਦੱਸਦੇ ਨੇ। ਤਾਂ ਰਾਈਟ ਹੈ। ਨੈਕਸਟ ਦੇਖੋ, ਆਹੀ ਮੈਂ ਪੜ੍ਹਾਇਆ ਹੋਇਆ, ਕਹਿੰਦਾ ਵੀ ਡਾਟਾ ਮਾਡਲ ਡਿਫਾਈਨ ਹਾਊ ਡਾਟਾ ਇਜ਼ ਕਨੈਕਟਡ ਟੂ ਈਚ ਅਦਰ। ਤਾਂ ਡਾਟਾ ਕਿਵੇਂ ਕਨੈਕਟਡ ਹੋਊਗਾ, ਹਾਊ ਦੇ ਆਰ ਪ੍ਰੋਸੈਸਡ, ਕਿਵੇਂ ਆਪਾਂ ਉਹਨੂੰ ਪ੍ਰੋਸੈਸ ਕਰਾਂਗੇ, ਤਾਂ ਜਾਂ ਫਿਰ ਉਹਨੂੰ ਕਿਵੇਂ ਸਿਸਟਮ ਦੇ ਵਿੱਚ ਸਟੋਰ ਕਰਾਂਗੇ। ਤਾਂ ਰਾਈਟ ਹੈ ਰਾਜੇ, ਇਹ ਹੈਗੇ ਆਪਣੇ ਡਾਟਾ ਮਾਡਲ। ਡਾਟਾ ਮਾਡਲ ਐਕਚੁਅਲ 'ਚ ਹੁੰਦਾ ਕੀ ਤੁਹਾਨੂੰ ਮੈਂ ਦੱਸਤਾ। ਹੁਣ ਗੱਲ ਕਰਦੇ ਹਾਂ ਜਿਹੜਾ ਸਭ ਤੋਂ ਮੋਸਟ ਇੰਪੋਰਟੈਂਟ ਜਿਹੜਾ ਮਾਡਲ ਹੈਗਾ ਰਾਜੇ, ਉਹ ਹੈਗਾ ER ਮਾਡਲ। ER ਹੁੰਦਾ ਰਾਜੇ ਐਂਟੀਟੀ ਰਿਲੇਸ਼ਨਸ਼ਿਪ ਮਾਡਲ। ਜ਼ਿਆਦਾਤਰ ਐਗਜ਼ਾਮ ਦੇ ਵਿੱਚ ਇਹਦੀ ਫੁੱਲ ਫਾਰਮ ਵੀ ਪੁੱਛੀ ਜਾਂਦੀ ਹੈ ਐਂਟੀਟੀ ਰਿਲੇਸ਼ਨਸ਼ਿਪ ਦੀ। ਤਾਂ ਰਾਈਟ ਹੈ, ER ਮਾਡਲ ਕਹਿੰਦੇ ਆ। ਹੁਣ ER ਮਾਡਲ ਸਮਝਣ ਤੋਂ ਪਹਿਲਾਂ ਤੁਹਾਨੂੰ ਮੈਂ ਸਮਝਾਉਣਾ ਵੀ ਐਂਟੀਟੀ ਕੀ ਚੀਜ਼ ਹੁੰਦੀ ਹੈ ਤੇ ਰਿਲੇਸ਼ਨ ਕੀ ਚੀਜ਼ ਹੁੰਦਾ ਹੈ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ, ਇੱਕ ਵਾਰੀ ਮੈਂ ਬਲੈਂਕ ਕੋਈ ਮੈਂ ਲਈ ਹੋਈ ਆ, ਦੇਖੋ ਚਲੋ ਇੱਥੇ ਸਮਝਾ ਦਿੰਦਾ। ਹੁਣ ਮੰਨ ਲਓ ਮੇਰੇ ਕੋਲ ਕੀ ਸੀਗਾ, ਇੱਕ ਨੇਮ ਪਿਆ, ਇੱਕ ਮੇਰੇ ਕੋਲ ਏਜ ਪਈ ਹੈ, ਇੱਕ ਮੇਰੇ ਕੋਲੇ ਫੋਨ ਨੰਬਰ ਪਿਆ, ਐਡਰੈਸ ਪਿਆ, ਕੁਛ ਵੀ ਤੁਸੀਂ ਲੈ ਲਿਓ। ਇਹ ਹੁਣ ਦੇਖੋ ਨੇਮ ਪਿਆ, ਏਜ ਪਿਆ, ਫੋਨ ਪਿਆ, ਇਹ ਮੀਨਿੰਗਲੈਸ ਹੈ। ਮੈਨੂੰ ਪਤਾ ਹੀ ਨਹੀਂ ਨੇਮ ਕੀ ਹੈ, ਏਜ ਕੀ ਹੈ, ਫੋਨ ਨੰਬਰ ਕੀ ਹੈ, ਪਰ ਇਹ ਸਾਰੇ ਕੀ ਨੇ ਰਾਜੇ, ਐਟਰੀਬਿਊਟਸ ਨੇ। ਪਰ ਜਦੋਂ ਮੈਂ ਇੱਥੇ ਲਿਖ ਦਿੰਦਾ ਬਈ ਇਹ ਸਟੂਡੈਂਟ, ਜਾਂ ਕੋਈ ਟੀਚਰ ਲਿਖ ਦੇਣਾ, ਸਟੂਡੈਂਟ ਲਿਖ ਦਿਓ, ਜੋ ਮਰਜ਼ੀ ਲਿਖ ਦਿਓ, ਸਟੂਡੈਂਟ ਲਿਖਤਾ, ਤਾਂ ਸਟੂਡੈਂਟ ਕੀ ਹੈ ਰਾਜੇ, ਇੱਕ ਐਂਟੀਟੀ ਹੈ ਮੇਰੀ। ਤੇ ਜਿਹੜੇ ਆ ਹੈਗੇ ਨੇ ਸਾਰੇ, ਇਹ ਕੀ ਨੇ, ਸਟੂਡੈਂਟ ਦੇ ਐਟਰੀਬਿਊਟਸ ਨੇ। ਮਤਲਬ ਇਹ ਸਟੂਡੈਂਟ ਦਾ ਨੇਮ ਹੈ, ਇਹ ਸਟੂਡੈਂਟ ਦੀ ਏਜ ਹੈ, ਇਹ ਸਟੂਡੈਂਟ ਦਾ ਕੀ ਹੈ, ਫੋਨ ਨੰਬਰ। ਤਾਂ ਰਾਈਟ ਹੈ, ਐਂਟੀਟੀ ਜਦੋਂ ਤੱਕ ਹੋਊਗੀ ਨਹੀਂ ਤਾਂ ਐਟਰੀਬਿਊਟਸ ਆਪਣੇ ਯੂਜ਼ਲੈਸ ਹੈ। ਤਾਂ ਐਂਟੀਟੀ ਦੇ ਨਾਲ ਕੀ ਹੋਣਗੇ, ਐਟਰੀਬਿਊਟਸ ਵੀ ਹੋਣਗੇ ਉਹਦੇ, ਠੀਕ ਹੈ। ਤਾਂ ਇਹਨਾਂ ਦਾ ਰਿਲੇਸ਼ਨ ਕਿਹਦੇ ਨਾਲ ਹੈ, ਐਂਟੀਟੀ ਦੇ ਨਾਲ ਰਿਲੇਸ਼ਨ ਆ ਕਿਹਦਾ, ਐਟਰੀਬਿਊਟਸ ਦਾ। ਤਾਂ ਹੋਪਫੁਲੀ ਤੁਹਾਨੂੰ ਸਮਝ ਆ ਗਿਆ ਹੋਊਗਾ ਰਾਜੇ ਐਂਟੀਟੀ ਹੁੰਦੀ ਕੀ ਹੈ। ਵੈਸੇ ਤੁਹਾਨੂੰ ਦੱਸ ਦਿੰਦਾ, ਐਂਟੀਟੀ ਹੁੰਦੀ ਹੈ ਬਿਲਕੁਲ ਰੀਅਲ ਵਰਡ ਦੇ ਨਾਲ ਮਿਲਦੀ ਜੁਲਦੀ। ਹੁਣ ਜਿਵੇਂ ਨੇਮ ਹੈ, ਤੁਹਾਡਾ ਨੇਮ ਵੀ ਕੋਈ ਨਾ ਕੁਛ ਹੋਊਗਾ, ਤੁਹਾਡੀ ਏਜ ਵੀ ਕੁਛ ਨਾ ਕੁਛ ਹੋਊਗੀ, ਤੁਹਾਡੇ ਕੋਲ ਮੋਬਾਈਲ ਨੰਬਰ ਵੀ ਹੋਊਗਾ, ਪਰ ਇਹ ਕਦੋਂ ਹੋਊਗਾ, ਜਦੋਂ ਇਹਦਾ ਰਿਲੇਸ਼ਨ ਹੋਊਗਾ ਕਿਹਦੇ ਨਾਲ, ਐਂਟੀਟੀ ਦੇ ਨਾਲ। ਤਾਂ ਰਾਈਟ ਹੈ, ਇਹ ਸਾਰੇ ਐਟਰੀਬਿਊਟਸ ਨੇ। ਐਟਰੀਬਿਊਟਸ ਵੱਖਰੇ ਵੱਖਰੇ ਹੋ ਸਕਦੇ ਆ, ਐਡਰੈਸ ਵੀ ਹੋ ਸਕਦਾ ਹੈ, ਕੋਈ ਸਿਟੀ ਵੀ ਹੋ ਸਕਦੀ ਹੈ ਤੁਹਾਡਾ ਡਿਸਟ੍ਰਿਕਟ ਵੀ ਹੋ ਸਕਦਾ ਹੈ, ਮਤਲਬ ਕਿ ਜਿੰਨੇ ਮਰਜ਼ੀ ਐਟਰੀਬਿਊਟ ਤੁਸੀਂ ਲੈ ਸਕਦੇ ਹੋ। ਤਾਂ ਰਾਈਟ ਹੈ, ਇਹ ਹੁੰਦਾ ਦੇਖੋ ਕੀ ਦੱਸ ਰਿਹਾ, ਕਹਿੰਦਾ ER ਮਾਡਲ ਕੀ ਦੱਸ ਰਿਹਾ, ਕਹਿੰਦਾ ਐਂਟੀਟੀ ਰਿਲੇਸ਼ਨਸ਼ਿਪ ਮਾਡਲ, ਕਹਿੰਦਾ ਇਜ਼ ਦੇ ਬੇਸਡ ਔਨ ਦਾ ਨੋਟੇਸ਼ਨ ਆਫ ਦਾ ਰੀਅਲ ਵਰਲਡ ਐਂਟੀਟੀਜ਼। ਰੀਅਲ ਵਰਲਡ ਐਂਟੀਟੀਜ਼ ਕਿਉਂ ਕਹਿੰਦੇ ਆਪਾਂ ਇਹਨਾਂ ਨੂੰ, ਕਿਉਂਕਿ ਇਹ ਬਿਲਕੁਲ ਆਪਣੇ ਰੀਜਨਲ ਵਰਡ ਦੇ ਨਾਲ ਮਿਲਦੀਆਂ ਜੁਲਦੀਆਂ। ਮੰਨ ਲਓ ਕੋਈ ਸਟੂਡੈਂਟ ਹੋ ਗਿਆ, ਕੋਈ ਟੀਚਰ ਹੋ ਗਿਆ, ਕੋਈ ਫੋਨ ਨੰਬਰ ਹੋ ਗਿਆ, ਕੋਈ ਜਗ੍ਹਾ ਦਾ ਨਾਮ ਹੋ ਗਿਆ, ਸਾਰੇ ਕੀ ਨੇ, ਆਪਣੇ ਡੇਲੀ ਲਾਈਫ ਦੇ ਵਿੱਚ ਯੂਜ਼ ਹੋਣ ਵਾਲੀਆਂ ਚੀਜ਼ਾਂ ਨੇ। ਐਂਡ ਕਹਿੰਦਾ ਰਿਲੇਸ਼ਨਸ਼ਿਪ ਮੰਗ ਦੈਮ, ਤਾਂ ਉਹਨਾਂ ਦੇ ਵਿਚਕਾਰ ਰਿਲੇਸ਼ਨ ਵੀ ਹੋਊਗਾ। ਹੁਣ ਮੰਨ ਲਓ ਮੇਰਾ ਨਾਮ ਬਲਜਿੰਦਰ ਸਿੰਘ ਹੈ, ਮੇਰਾ ਸ਼ਹਿਰ ਕਿਹੜਾ ਹੈ, ਪਟਿਆਲਾ, ਮੇਰਾ ਫੋਨ ਨੰਬਰ ਕੀ ਹੈ 8427752303, ਮੇਰੀ ਕੁਆਲੀਫਿਕੇਸ਼ਨ ਕੀ ਹੈ MCA MTech। ਮਤਲਬ ਕਿ ਜਿਹੜੀਆਂ ਐਟਰੀਬਿਊਟਸ ਹੈਗੇ ਉਹਦੇ ਕਿਹਦੇ ਨਾਲ ਰਿਲੇਸ਼ਨ ਨੇ, ਐਂਟੀਟੀ ਦੇ ਨਾਲ ਰਿਲੇਸ਼ਨ ਨੇ। ਤਾਂ ਰਾਈਟ ਹੈ, ਤਾਂ ਹੀ ਇਹਨੂੰ ਕੀ ਕਹਿੰਦੇ ਆ, ER ਮਾਡਲ ਕਹਿ ਦਿੰਦੇ ਆ। ਇਸ ਤੋਂ ਬਾਅਦ ਕਹਿੰਦਾ ਵਾਈਲ ਫਾਰਮੂਲੇਟਿੰਗ ਰੀਅਲ ਵਰਡ ਸਿਨੈਰੀਓ ਇਨਟੂ ਦਾ ਡਾਟਾਬੇਸ ਮਾਡਲ,
द ER मॉडल क्रिएट्स एंटिटी सैट रिलेशनशिप। हुण देखो तुहानूं मैं दस के हटिया एंटिटी सैट की सीगा, स्टूडेंट सीगा, स्टूडेंट का नाम आ गया, स्टूडेंट की एज आ गई, स्टूडेंट का मोबाइल नंबर आ गया, स्टूडेंट की सिटी आ गई, उसकी एड्रैस आ गया, जो मर्जी लगा लो, वो की बना दूगा, एक सैट बना दूगा एंटिटी का, रिलेशन का, ठीक है, अलग अलग का। तो राइट है राजे, जिहड़ा ER मॉडल है कहता बेस्ड इज द बेस्ट यूज्ड फॉर द कंसैप्चुअल डिजाइन ऑफ द डाटाबेस। हुण अगे तुहानूं मैं डिजाइन दस दिना किहड़े किहड़े डिजाइन हुंदे ने, ये भी कई बार पूछे जाते हैं। आई होप तुहानूं ER मॉडल समझ आ गया होगा, एंटिटी की चीज़ हुंदी है, रिलेशनशिप की हुंदा है। बाकी हजे मैं होर डिटेल च कराऊंगा, अगे नैक्सट स्लाइड आऊगी, सिर्फ ये ओवरव्यू दिता तुहानूं मैं। पहला जिहड़ा मॉडल आपां पढ़ना है ER मॉडल, दूसरा पढ़ना आपां रिलेशनशिप मॉडल। ये दोनों मॉडल पूछे जाते हैं एग्जाम के वार वार, तो यही पढ़ने ने DBMS दे विच। अच्छा हुण कहंदा भी जिहड़े ER रिलेशनशिप मॉडल हैगा, ER मॉडल हैगा, ਇਹਦੇ ਵਿੱਚ ਜਿਹੜੀ ਐਂਟੀਟੀ ਹੁੰਦੀ ਹੈ ਕਹਿੰਦਾ ਐਂਟੀਟੀਜ਼ ਐਂਡ देयर ਐਟਰੀਬਿਊਟਸ। ਤਾਂ ਐਂਟੀਟੀ ਹੋਊਗੀ, ਐਟਰੀਬਿਊਟਸ ਦੀ ਵੈਲਿਊ ਕਦੋਂ ਬਣੂਗੀ, ਜਦੋਂ ਐਂਟੀਟੀ ਹੋਊਗੀ। ਹੁਣ ਮੰਨ ਲਓ ਮੈਂ ਇੱਥੇ ਲਿਖ ਦਵਾਂ ਏਜ, ਲਿਖ ਦਵਾਂ ਮੈਂ ਇੱਥੇ ਲਿਖ ਦਵਾਂ ਫੋਨ ਨੰਬਰ, ਇਹਦੀ ਕੋਈ ਵੈਲਿਊ ਨਹੀਂ ਜਿੰਨੀ ਦੇਰ ਕੀ ਹੈ ਮੇਰੇ ਕੋਲ ਐਂਟੀਟੀ ਨਹੀਂ ਹੈਗੀ, ਠੀਕ ਹੈ। ਤਾਂ ਮੰਨ ਲਓ ਮੈਂ ਇੱਥੇ ਲਿਖਤਾ ਟੀਚਰ, ਤਾਂ ਟੀਚਰ ਦੀ ਏਜ, ਟੀਚਰ ਦਾ ਫੋਨ ਨੰਬਰ, ਤਾਂ ਇਹਦੀ ਵੈਲਿਊ ਕਦੋਂ ਆ, ਜਦੋਂ ਐਟਰੀਬਿਊਟ ਦੀ ਵੈਲਿਊ ਉਦੋਂ ਬਣੂਗੀ ਜਦੋਂ ਆਪਣੇ ਕੋਲ ਕੀ ਹੋਊਗੀ, ਐਂਟੀਟੀ ਹੋਊਗੀ। ਤਾਂ ਰਿਲੇਸ਼ਨਸ਼ਿਪ ਦਾ ਮਤਲਬ ਕੀ ਆ ਗਿਆ। ਹੁਣ ਤੁਹਾਨੂੰ ਮੈਂ ਰਿਲੇਸ਼ਨਸ਼ਿਪ ਵਾਸਤੇ ਵੀ ਇੱਕ ਨਾ ਟੇਬਲ ਦੇ ਥਰੂ ਸਮਝਾਦਾ, ਤਾਂ ਬਹੁਤ ਵਧੀਆ ਗੱਲ ਹੈ। ਜੇ ਛੋਟੀ ਐਗਜ਼ਾਮਪਲ ਸਮਝਾਉਣੀ ਤੁਹਾਨੂੰ ਮੈਂ ਸਮਝਾ ਦਿੰਦਾ। ਹੁਣ ਕੀ ਹੈ ਰਾਜੇ, ਮੰਨ ਲਓ ਮੇਰੇ ਕੋਲ ਇੱਕ ਟੇਬਲ ਪਿਆ, ਆਹ ਟੇਬਲ ਪਿਆ, ਇੱਕ ਟੇਬਲ ਮੇਰੇ ਕੋਲ ਆ ਪਿਆ। ਹੁਣ ਇੱਕ ਟੇਬਲ ਦਾ ਨਾਮ ਤੁਸੀਂ ਰੱਖ ਲਓ ਸਟੂਡੈਂਟ, ਇੱਕ ਦਾ ਰੱਖ ਲਓ ਤੁਸੀਂ ਕੋਰਸ, ਠੀਕ ਹੈ। ਸੌਖੀ ਐਗਜ਼ਾਮਪਲ ਸਮਝਾ ਦੇਣਾ, ਜ਼ਿਆਦਾ ਡਿਟੇਲ 'ਚ ਨਹੀਂ ਜਾਂਦਾ। ਇਹਦੇ ਵਿੱਚ ਕੀ ਪਿਆ, ਐਸ ਨੇਮ ਪਿਆ, ਜਿਹਨੂੰ ਕਹਿ ਦਾਂਗੇ ਆਪਾਂ ਸਟੂਡੈਂਟ ਨੇਮ, ਐਸ ਏਜ ਪਈ ਹੈ, ਵੱਖਰੀ ਵੱਖਰੀ ਚੀਜ਼ਾਂ ਲੈ ਲਿਓ ਤੁਸੀਂ, ਚਲੋ ਆਪਾਂ ਦੋ ਹੀ ਲੈਂਦੇ ਹਾਂ, ਠੀਕ ਹੈ। ਇੱਕ ਆਪਾਂ ਸਟੂਡੈਂਟ ID ਲੈ ਲੈਂਦੇ, ਚਲੋ ਜਿਹਨੂੰ ਆਪਾਂ ਰੋਲ ਨੰਬਰ ਕਹਿ ਸਕਦੇ ਹਾਂ, ਸਟੂਡੈਂਟ ਦਾ ਰੋਲ ਨੰਬਰ। ਹੁਣ ਇੱਧਰ ਆਪਾਂ ਲੈ ਲਈ ਕੋਰਸ ID, CID ਕੋਰਸ ID ਲੈ ਲਈ, ਠੀਕ ਹੈ, ਜੋ ਮਰਜ਼ੀ ਲੈ ਲਿਓ। ਕੋਰਸ ਦਾ ਨੇਮ ਲੈ ਲਿਆ, ਰਾਈਟ ਹੈ। ਹੁਣ ਦੋਨੇ ਆਪਣੇ ਕੋਲ ਡਾਟਾ ਪਏ ਆ, ਪਰ ਇਹ ਕਦੋਂ ਮਤਲਬ ਕਿ ਆਪਣੇ ਵਾਸਤੇ ਯੂਜ਼ਫੁਲ ਹੋਣਗੇ, ਜਦੋਂ ਆਪਾਂ ਇਹਨਾਂ ਵਿੱਚ ਕੀ ਕਰਾਂਗੇ, ਰਿਲੇਸ਼ਨ ਕ੍ਰੀਏਟ ਕਰਾਂਗੇ। ਹੁਣ ਰਿਲੇਸ਼ਨ ਕਿਵੇਂ ਕ੍ਰੀਏਟ ਕਰਾਂਗੇ, ਮੰਨ ਲਓ ਸਟੂਡੈਂਟ ID ਸੀਗਾ, ਮੰਨ ਲਓ ਕਿਸੇ ਦਾ ਰੋਲ ਨੰਬਰ ਸੀਗਾ 2001, ਤਾਂ ਉਹਨੇ ਕੋਰਸ ਕਿਹੜਾ ਲੈ ਲਿਆ, ਮੰਨ ਲਓ ਕੋਰਸ ਮੈਂ ID ਰੱਖੀ ਹੋਈ ਹੈ 101, ਮੰਨ ਲਓ 2001 ਰੋਲ ਨੰਬਰ ਨੇ ਜਿਹੜਾ ਕੋਰਸ ਲਿਆ ਉਹ ਕਿਹੜਾ ਲਿਆ, 101 ਲਿਆ। ਫਿਰ 2002 ਰੋਲ ਨੰਬਰ ਆ ਗਿਆ, ਉਹਨੇ ਕੋਰਸ ਕਿਹੜਾ ਲੈ ਲਿਆ, ਉਹਨੇ ਵੀ 101 ਲੈ ਲਿਆ। ਹੁਣ ਇੱਕ ਰੋਲ ਨੰਬਰ ਹੋਰ ਆ ਗਿਆ ਮੇਰੇ ਕੋਲ 2003, ਉਹਨੇ ਕਿਹੜਾ ਕੋਰਸ ਲੈ ਲਿਆ, 102। ਤਾਂ ਮੈਂ ਉਹਦੀ ਜਿਹੜੀ ਯੂਨੀਕ ਆਇਡੈਂਟੀਟੀ ਹੋਊਗੀ ਉੱਥੋਂ ਕੀ ਕਰੂੰਗਾ, ਰਿਲੇਸ਼ਨ ਕ੍ਰੀਏਟ ਕਰ ਲੂੰਗਾ ਵੀ ਫਲਾਣੇ ਸਟੂਡੈਂਟ ਨੇ ਕਿਹੜਾ ਕੋਰਸ ਲਿਆ। ਤਾਂ ਇੱਥੋਂ ਮੈਨੂੰ ਪਤਾ ਚੱਲ ਜੂਗਾ ਜਿਹੜੇ 101 ਕੋਰਸ ਹੈ ਮੇਰਾ, ਉਹਦੇ ਵਿੱਚ ਕਿੰਨੇ ਬੱਚੇ ਨੇ, 2 ਬੱਚੇ ਨੇ। 102 ਦੇ ਵਿੱਚ ਕਿੰਨੇ ਬੱਚੇ ਨੇ, 1 ਬੱਚਾ। ਤਾਂ ਇਦਾਂ ਆਪਾਂ ਕੀ ਕਰਦੇ ਹਾਂ ਰਾਜੇ, ਐਂਟੀਟੀ ਦੇ ਵਿੱਚ ਕੀ ਕਰਦੇ ਹਾਂ, ਰਿਲੇਸ਼ਨ ਜਨਰੇਟ ਕਰਦੇ ਹਾਂ। ਆ ਸਟੂਡੈਂਟ ਵੱਖਰੀ ਐਂਟੀਟੀ ਹੈ, ਕੋਰਸ ਵੱਖਰੀ ਐਂਟੀਟੀ ਹੈ, ਇਹ ਵੱਖਰੇ ਐਟਰੀਬਿਊਟਸ ਨੇ, ਇਹਦੇ ਆਹ ਵੱਖਰੇ ਐਟਰੀਬਿਊਟਸ ਨੇ। ਤਾਂ ਹੋਪਫੁਲੀ ਤੁਹਾਨੂੰ ਸਮਝ ਆ ਗਿਆ ਹੋਊਗਾ ਰਾਜੇ ਰਿਲੇਸ਼ਨ ਕੀ ਚੀਜ਼ ਹੁੰਦੀ ਹੈ, ਐਂਟੀਟੀ ਕੀ ਚੀਜ਼ ਹੁੰਦੀ ਹੈ, ਤੇ ਐਟਰੀਬਿਊਟਸ ਕੀ ਹੁੰਦੇ ਨੇ। ਬਾਕੀ ਹਜੇ ਮੈਂ ਹੋਰ ਐਗਜ਼ਾਮਪਲ ਕਰਵਾਉਂਗਾ ਹਜੇ ਇਹਦੀ, ਫਿਲਹਾਲ ਤੁਸੀਂ ਇਹਨੂੰ ਪਹਿਲਾਂ ਇੱਕ ਵਾਰੀ ਥਿਓਰੈਟੀਕਲੀ ਰੀਡ ਕਰ ਲਓ। ਕਹਿੰਦਾ ਐਨ ਐਂਟੀਟੀ ਇਨ ਦਾ ER ਮॉडल इज ए ਰੀਅਲ ਵਰਡ ਐਂਟੀਟੀ ਹੈਵ ਪ੍ਰੋਪਰਟੀਜ਼ ਕਾਲਡ ਐਟਰੀਬਿਊਟਸ। ਜੋ ਵੀ ਉਹਦੀਆਂ ਪ੍ਰੋਪਰਟੀਜ਼ ਹੋਣਗੀਆਂ ਉਹਨੂੰ ਕੀ ਕਹਿ ਦਾਂਗੇ ਆਪਾਂ, ਐਟਰੀਬਿਊਟਸ ਕਹਿ ਦਾਂਗੇ। ਜਿਵੇਂ ਸਟੂਡੈਂਟ ਦਾ ਨਾਮ ਹੋ ਗਿਆ, ਏਜ ਹੋ ਗਈ, ਉਹਦਾ ਕੀ ਹੈ ਜੈਂਡਰ ਹੋ ਗਿਆ, ਵਗੈਰਾ ਵਗੈਰਾ। ਕਹਿੰਦਾ ਐਵਰੀ ਐਟਰੀਬਿਊਟ ਇਜ਼ ਡਿਫਾਈਨਡ ਬਾਈ ਇਟਸ ਸੈਟ ਆਫ ਵੈਲਿਊ ਇਜ਼ ਕਾਲਡ ਡੋਮੇਨ। ਹੁਣ ਵੈਲਿਊ ਕੀ ਹੈ, ਮਤਲਬ ਸਟੂਡੈਂਟ ਦਾ ਰੋਲ ਨੰਬਰ ਕੀ ਆ 101, ਉਹਦਾ ਡੋਮੇਨ ਹੋ ਗਈ 102, 3, 4, ਏਜ ਹੋ ਗਈ 25 ਸਾਲ, 30 ਸਾਲ, 35 ਸਾਲ, ਠੀਕ ਹੈ। ਹੁਣ ਫੋਰ ਐਗਜ਼ਾਮਪਲ ਦਿੱਤਾ ਹੋਇਆ ਕਹਿੰਦਾ ਸਕੂਲ ਦਾ ਡਾਟਾਬੇਸ ਹੈ। ਹੁਣ ਸਕੂਲ ਦੇ ਡਾਟਾਬੇਸ ਵਿੱਚ ਕੀ ਹੋਊਗਾ, ਸਟੂਡੈਂਟ ਨੂੰ ਆਪਾਂ ਕੀ ਕਰਾਂਗੇ, ਐਂਟੀਟੀ ਕੰਸੀਡਰ ਕਰ ਲਾਂਗੇ। ਉਹਦੇ ਐਟਰੀਬਿਊਟ ਕੀ ਹੋਣਗੇ, ਨੇਮ, ਏਜ, ਕਲਾਸ, ਠੀਕ ਹੈ, ਸੈਕਸ਼ਨ, ਗ੍ਰੇਡ, ਇਹ ਸਾਰੇ ਕੀ ਹੋ ਗਏ, ਉਹਦੇ ਐਟਰੀਬਿਊਟਸ ਹੋ ਗਏ। ਤੇ ਰਿਲੇਸ਼ਨਸ਼ਿਪ ਕੀ ਹੋਊਗਾ ਰਾਜੇ, ਕਹਿੰਦਾ ਦਾ ਲੌਜੀਕਲ ਐਸੋਸੀਏਸ਼ਨਸ ਅਮੰਗ ਐਂਟੀਟੀ ਇਜ਼ ਕਾਲਡ ਰਿਲੇਸ਼ਨਸ਼ਿਪ। ਤੁਹਾਨੂੰ ਮੈਂ ਹੁਣ ਐਗਜ਼ਾਮਪਲ ਕਰਵਾ ਕੇ ਹਕਿਆ ਵੀ ਦੋ ਐਂਟੀਟੀ ਦੇ ਵਿਚਕਾਰ ਕੀ ਹੋ ਸਕਦਾ, ਕੋਈ ਰਿਲੇਸ਼ਨ ਹੋ ਸਕਦਾ ਹੈ, ਠੀਕ ਹੈ ਜੀ। ਤਾਂ ਇਹ ਸੀਗਾ ਤੁਹਾਡਾ ਭਾਈ ER ਮॉडल। ਹੁਣ ਗੱਲ ਕਰਦੇ ਹਾਂ ਜਿਹੜਾ ਰਿਲੇਸ਼ਨ ਹੁੰਦਾ ਰਾਜੇ, ਉਹ ਵੱਖਰੇ ਵੱਖਰੇ ਢੰਗ ਨਾਲ ਹੋ ਸਕਦਾ ਹੈ। ਹੁਣ ਇਹ ਪੇਪਰ ਦੇ ਵਿੱਚ ਪੁੱਛਿਆ ਤਾਂ ਨਹੀਂ ਜਾਂਦਾ, ਲੇਕਿਨ ਪੁੱਛਿਆ ਜਾ ਸਕਦਾ ਹੈ, ਇਸ ਕਰਕੇ ਤੁਹਾਨੂੰ ਮੈਂ ਦੱਸ ਦਿੰਦਾ। ਪਹਿਲਾ ਰਿਲੇਸ਼ਨ ਹੈਗਾ ਰਾਜੇ 1 to 1। 1 to 1 ਰਿਲੇਸ਼ਨ ਦਾ ਮਤਲਬ ਕੀ ਹੈ, ਹੁਣ ਇਹਦੀ ਆਪਾਂ ਸੌਖੀ ਐਗਜ਼ਾਮਪਲ ਸਮਝਦੇ ਹਾਂ। ਹੁਣ ਆਪਣਾ ਮੰਨ ਲਓ ਚਲੋ ਵਿਆਹ ਹੋ ਗਿਆ, ਤਾਂ ਆਪਣਾ ਇਹ ਤਾਂ ਨਹੀਂ ਕਿ 10 ਜਨਾਨੀਆਂ ਨਾਲ ਵਿਆਹ ਹੋਊਗਾ, ਆਪਣਾ ਇੱਕ ਨਾਲ ਹੀ ਹੋਊਗਾ ਨਾ ਵਿਆਹ, ਠੀਕ ਹੈ। ਤਾਂ 1 to 1 ਰਿਲੇਸ਼ਨ ਕੀ ਹੋ ਗਿਆ, ਹਸਬੈਂਡ ਵਾਈਫ, ਹਸਬੈਂਡ ਵਾਈਫ ਨਾਲ ਗੱਲ ਕਰਦੀ ਹੈ, ਵਾਈਫ ਹਸਬੈਂਡ ਨਾਲ ਗੱਲ ਕਰਦਾ, ਤਾਂ 1 to 1 ਰਿਲੇਸ਼ਨ ਆ ਉਹਨਾਂ ਦਾ। ਹੁਣ 1 to many ਕੀ ਹੈ, 1 to many ਹੋ ਗਿਆ ਟੀਚਰ ਤੇ ਸਟੂਡੈਂਟ। ਮੰਨ ਲਓ ਆ ਕਲਾਸ ਹੈ, ਕਲਾਸ ਦੇ ਵਿੱਚ 20 ਬੱਚੇ ਬੈਠੇ ਹੈ,
ਟੀਚਰ ਹੈਗਾ 1 ਤਾਂ ਟੀਚਰ ਬੋਲ ਰਿਹਾ, ਸਾਰੇ ਸੁਣ ਰਹੇ ਨੇ, ਉਹ ਕੀ ਹੋ ਗਿਆ 1 to many ਹੋ ਗਿਆ। ਤੇ many to 1 ਕੀ ਹੋ ਗਿਆ, ਉਲਟ ਹੋ ਗਿਆ। ਜੇ ਮੈਂ ਸਟੂਡੈਂਟ ਵਾਲੇ ਪਾਸੇ ਬੈਠ ਕੇ ਦੇਖਾਂ ਤਾਂ ਸਟੂਡੈਂਟ ਜ਼ਿਆਦਾ ਨੇ, many ਨੇ, ਟੀਚਰ ਕੀ ਹੋ ਗਿਆ 1 ਹੋ ਗਿਆ many to 1। ਤੇ many to many ਕੀ ਹੋ ਗਿਆ, ਜੇ ਸਟੂਡੈਂਟ ਆਪਸ ਵਿੱਚ ਗੱਲ ਕਰ ਰਹੇ ਨੇ, ਠੀਕ ਹੈ, ਤਾਂ ਸਟੂਡੈਂਟ ਆਪਸ ਵਿੱਚ ਗੱਲ ਕਰ ਰਹੇ ਨੇ, ਕੀ ਹੋ ਜਾਣਗੇ ਉਹ many to many ਹੋ ਜਾਊਗਾ। ਮੰਨ ਲਓ ਮੈਂ ਸਟੂਡੈਂਟ ਹਾਂ, ਮੈਂ 10 ਬੰਦਿਆਂ ਨਾਲ ਇਕੱਠੇ ਗੱਲ ਕਰ ਰਿਹਾ, ਤਾਂ ਮੈਂ ਕੀ ਹੋ ਜਾਊਗਾ many to many, ਉਹ ਮੇਰੇ ਨਾਲ ਗੱਲ ਕਰ ਰਹੇ ਨੇ, ਮੈਂ ਉਹਨਾਂ ਨਾਲ ਗੱਲ ਕਰ ਰਿਹਾ। ਤਾਂ ਰਾਈਟ ਹੈ, ਇਹ ਸਾਰੇ ਕੀ ਨੇ ਰਾਜੇ, ਇਹਦੇ ਵੱਖਰੀ ਵੱਖਰੀਆਂ ਫਾਰਮ ਨੇ ਰਿਲੇਸ਼ਨ ਦੀਆਂ, 1 to 1, 1 to many, many to 1, many to many। ਰਾਈਟ ਹੈ ਜੀ, ਇਹ ਸਾਰਾ ਕੁਝ ਕੀ ਸੀਗਾ, ਇਹਦੇ ਵੱਖਰੇ ਵੱਖਰੇ ਫਾਰਮਸ ਨੇ। ਅੱਛਾ, ਪਹਿਲਾ ਮਾਡਲ ਕਲੀਅਰ ਹੈ ਤੁਹਾਨੂੰ ਸਾਰਿਆਂ ਨੂੰ, ਆਈ ਹੋਪ ਤੁਹਾਨੂੰ ਸਭ ਨੂੰ ਕਲੀਅਰ ਹੋਊਗਾ। ਹੁਣ ਦੂਜਾ ਮਾਡਲ ਆ ਗਿਆ। ਇਸ ਮਾਡਲ ਤੋਂ ਕੁਐਸਚਨ ਪੁੱਛਿਆ ਗਿਆ ਸੀ ਤੁਹਾਡੇ ਜੇ ਸੁਪਰੀਡੈਂਟ ਦੇ ਵਿੱਚ ਵੀ ਰਿਲੇਸ਼ਨਸ਼ਿਪ ਮਾਡਲ, ਤਾਂ ਉਹਦਾ ਆਨਸਰ ਸੀਗਾ ਰਾਜੇ ਟੇਬਲ। ਤਾਂ ਜਿੰਨੇ ਵੀ ਰਿਲੇਸ਼ਨਸ਼ਿਪ ਮਾਡਲ ਦੇ ਵਿੱਚ ਜਿਹੜਾ ਡਾਟਾ ਸੇਵ ਕੀਤਾ ਜਾਂਦਾ ਰਾਜੇ, ਕਿਹੜੀ ਫਾਰਮ 'ਚ ਕੀਤਾ ਜਾਂਦਾ, ਟੇਬਲ ਦੀ ਫਾਰਮ 'ਚ ਕੀਤਾ ਜਾਂਦਾ ਹੈ। ਪਹਿਲੀ ਗੱਲ ਤੁਸੀਂ ਦਿਮਾਗ ਦੇ ਵਿੱਚ ਯਾਦ ਰੱਖਣੀ ਹੈ। ਬਾਕੀ ਤੁਹਾਨੂੰ ਮੈਂ ਹਜੇ ਐਗਜ਼ਾਮਪਲ ਕਰਵਾਊਂਗਾ, ਪਹਿਲਾਂ ਤੁਸੀਂ ਦਿਮਾਗ ਦੇ ਵਿੱਚ ਇਹੀ ਗੱਲ ਯਾਦ ਰੱਖਣੀ ਹੈ। ਹੁਣ ਕਹਿੰਦਾ ਵੀ ਦਾ ਮੋਸਟ ਪੋਪੂਲਰ ਡਾਟਾ ਮਾਡਲ ਇਨ ਦਾ ਡਾਟਾਬੇਸ ਇਜ਼ ਕਾਲਡ ਰਿਲੇਸ਼ਨਲ ਮਾਡਲ। ਇਟ ਇਜ਼ ਮੋਰ ਸਾਇੰਟੀਫਿਕ ਏ ਮਾਡਲ ਦੈਨ ਅਦਰ। ਤਾਂ ਜ਼ਿਆਦਾ ਸਾਇੰਟੀਫਿਕ ਹੈ। ਹੁਣ ਇਹਦੇ ਵਿੱਚ ਕੀ ਆ ਰਾਜੇ, ਕਹਿੰਦਾ ਜਿਹੜੇ ਟੇਬਲ ਸਟੋਰ ਕੀਤੇ ਜਾਂਦੇ ਉਹਨਾਂ ਨੂੰ ਕੀ ਕਹਿ ਦਿੰਦੇ ਆਪਾਂ, ਰਿਲੇਸ਼ਨ ਕਹਿ ਦਿੰਦੇ ਆ। ਤਾਂ ਈਚ ਰੋ ਇਨ ਰਿਲੇਸ਼ਨ ਕੰਟੇਨ ਏ ਯੂਨੀਕ ਵੈਲਿਊ। ਚਲੋ ਮੈਂ ਤੁਹਾਨੂੰ ਸਮਝਾਊਂਗਾ, ਤੁਹਾਨੂੰ ਜ਼ਿਆਦਾ ਸਮਝ ਲੱਗ ਜੂਗਾ। ਹੁਣ ਆਪਾਂ ਇੱਥੇ ਕ੍ਰੀਏਟ ਕਰਦੇ ਆ ਰਾਜੇ। ਕ੍ਰੀਏਟ ਕੀ ਕਰਦੇ ਆਪਾਂ, ਸੇਮ ਐਗਜ਼ਾਮਪਲ ਕ੍ਰੀਏਟ ਕਰ ਦਿੰਦਾ ਤੁਹਾਨੂੰ ਜ਼ਿਆਦਾ ਕਲੀਅਰ ਰਹੂਗਾ। ਜੇ ਮੈਂ ਐਗਜ਼ਾਮਪਲ ਚੇਂਜ ਕਰਤੀ ਫਿਰ ਤੁਸੀਂ ਕਹੋਗੇ ਸਰ ਤੁਹਾਨੂੰ ਐਗਜ਼ਾਮਪਲ ਤੁਸੀਂ ਚੇਂਜ ਕਿਉਂ ਕੀਤੀ। ਆਪਾਂ ਇੱਥੇ ਬਹੁਤ ਵਧੀਆ ਢੰਗ ਦੇ ਨਾਲ ਐਗਜ਼ਾਮਪਲ ਕਰਦੇ ਹਾਂ। ਮੈਂ ਪਹਿਲਾਂ ਲਊਂਗਾ ਰਾਜੇ ਸਟੂਡੈਂਟ ਨਾਮ ਦਾ ਇੱਕ ਟੇਬਲ ਲੈ ਲੈਣਾ, ਸਟੂਡੈਂਟ ਨਾਮ ਦਾ ਇੱਕ ਟੇਬਲ ਲੈ ਲੈਣਾ। ਮੈਂ ਛੋਟੀ ਐਗਜ਼ਾਮਪਲ ਲਊਂਗਾ, ਜ਼ਿਆਦਾ ਨਹੀਂ ਲਊਂਗਾ। ਇੱਕ ਲੈ ਲੈਣਾ ਮੈਂ ਕੋਰਸ ਦਾ, ਠੀਕ ਹੈ। ਵੈਸੇ ਤੁਹਾਨੂੰ ਸਮਝ ਆ ਗਿਆ ਹੋਊਗਾ, ਲੇਕਿਨ ਫਿਲਹਾਲ ਮੈਂ ਇਹ ਸਮਝ ਕੇ ਚੱਲਦਾ। ਕਈ ਵਾਰੀ ਬੱਚਿਆਂ ਨੂੰ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ, ਨਹੀਂ ਸਮਝ ਆਉਂਦੀ। ਇਹਦੇ ਵਿੱਚ ਮੈਂ ਕੀ ਲੈ ਲਿਆ ਰਾਜੇ, ਸਟੂਡੈਂਟ ਦਾ ID ਲੈ ਲਿਆ ਜਾਂ ਰੋਲ ਨੰਬਰ ਲੈ ਲਿਆ। ਇਹਦੇ ਵਿੱਚ ਮੈਂ ਸਟੂਡੈਂਟ ਦਾ ਕੀ ਲੈ ਲਿਆ, ਨੇਮ ਲੈ ਲਿਆ, ਠੀਕ ਹੈ। ਇਹਦੇ ਵਿੱਚ ਮੈਂ ਸਟੂਡੈਂਟ ਦੀ ਏਜ ਲੈ ਲਈ, ਓਕੇ ਹੈ ਜੀ। ਹੁਣ ਕੋਰਸ ਦੇ ਵਿੱਚ ਮੈਂ ਜ਼ਿਆਦਾ ਨਹੀਂ ਲੈਂਦਾ, ਮੈਂ ਲੈ ਲੈਣਾ ਕੋਰਸ ID। ਕੋਰਸ ਦੀ ਕੀ ਲੈ ਲਈ ਮੈਂ, ID ਲੈ ਲਈ। ਇਹਦੇ ਵਿੱਚ ਮੈਂ ਕੀ ਲੈ ਲਈ, ਕੋਰਸ ਦੀ ਫੀ ਲੈ ਲਈ, ਕੋਰਸ ਦੀ ਫੀਸ ਲੈ ਲਈ, ਠੀਕ ਹੈ। ਹੁਣ ਇਹ ਦੋ ਜਿਹੜੇ ਟੇਬਲ ਹੈਗੇ ਰਾਜੇ, ਇਹਨਾਂ ਦਾ ਕੋਈ ਵੀ ਆਪਸ ਵਿੱਚ ਲੈਣਾ ਦੇਣਾ ਨਹੀਂ ਜਿੰਨੀ ਦੇਰ ਮੈਂ ਇਹਨਾਂ ਵਿੱਚ ਕੀ ਕਰਦਾ, ਰਿਲੇਸ਼ਨ ਜਨਰੇਟ ਨਹੀਂ ਕਰਦਾ। ਹੁਣ ਰਿਲੇਸ਼ਨ ਜਨਰੇਟ ਉਦੋਂ ਹੋਊਗਾ ਜਦੋਂ ਮੈਂ ਇਹਨਾਂ ਦੇ ਥਰੂ ਇੱਕ ਨਵਾਂ ਟੇਬਲ ਜਨਰੇਟ ਕਰੂੰਗਾ। ਮੈਂ ਟੇਬਲ ਜਨਰੇਟ ਕਰ ਲੈਣਾ ਇਹਦੇ ਵਿੱਚ ਰਜਿਸਟ੍ਰੇਸ਼ਨ ਨਾਮ ਦਾ ਟੇਬਲ, ਠੀਕ ਹੈ। ਕਿ ਮੈਂ ਪਤਾ ਕਰਨਾ ਵੀ ਮੈਂ ਕਿਹੜੇ ਕੋਰਸ ਦੇ ਵਿੱਚ ਮੇਰੇ ਕਿੰਨੇ ਬੱਚੇ ਹੋਏ ਆ, ਕਿਹੜੇ ਕੋਰਸ ਦੇ ਵਿੱਚ ਮੇਰੇ ਕਿੰਨੇ ਬੱਚੇ ਹੋਏ ਆ। ਤਾਂ ਜਦੋਂ ਮੈਂ ਟੇਬਲ ਕ੍ਰੀਏਟ ਕਰੂੰਗਾ ਤਾਂ ਦੋ ਟੇਬਲ ਹੈਗੇ ਆ, ਤਾਂ ਮੈਂ ਹੁਣ ਇਹਨੂੰ ਰੱਬ ਕਰ ਦਿੰਦਾ ਇੱਕ ਵਾਰੀ ਤੁਹਾਨੂੰ ਸਮਝਾਉਣ ਵਾਸਤੇ। ਹੁਣ ਮੈਂ ਕੀ ਕਰਦਾ ਰਾਜੇ, ਇੱਕ ਨਵਾਂ ਟੇਬਲ ਜਨਰੇਟ ਕਰ ਲਿਆ, ਕਿਹੜਾ, ਰਜਿਸਟ੍ਰੇਸ਼ਨ ਵਾਲਾ। ਉਹਦੇ ਵਿੱਚ ਕੀ ਮੈਂ ਦੋ ਫੀਲਡ ਲੈ ਲੂੰਗਾ, ਠੀਕ ਹੈ। ਦੋ ਫੀਲਡ ਕਿਹੜੀਆਂ ਲੈ ਲੂੰਗਾ, ਇੱਕ ਤਾਂ ਮੈਂ ਲੈ ਲੂੰਗਾ ਸਟੂਡੈਂਟ ਦੀ ID, ਇੱਕ ਲੈ ਲੂੰਗਾ ਮੈਂ ਕੋਰਸ ID, ਠੀਕ ਹੈ। ਕੋਰਸ ID ਲੈ ਲਓ, ਨਾਲ ਉਹਦੀ ਫੀਸ ਲੈ ਲਓ, ਚਲੋ ਕੋਰਸ ਫੀਸ ਵੀ ਲੈ ਲਓ, ਚਲੋ ਤਿੰਨੇ ਚੀਜ਼ਾਂ ਲੈ ਲੈਂਦੇ ਹਾਂ। ਹੁਣ ਮੈਂ ਕੀ ਕੀਤਾ, ਮੰਨ ਲਓ ਮੇਰਾ ਇੱਕ ਸਟੂਡੈਂਟ ਸੀਗਾ, ਉਹਦਾ ਰੋਲ ਨੰਬਰ ਸੀਗਾ 2001। ਉਹਨੇ ਕੋਰਸ ਕਿਹੜਾ ਲੈ ਲਿਆ, ਉਹਨੇ ਕੋਰਸ ਲੈ ਲਿਆ 101। ਉਹਦੀ ਫੀਸ ਸੀਗੀ 5000 ਰੁਪਈਆ, 5K ਲਿਖ ਦਿੰਦੇ 5000। ਅਗਲਾ ਮੇਰਾ ਸਟੂਡੈਂਟ ਆਇਆ 2002, ਉਹਨੇ ਵੀ ਕਿਹੜਾ ਕੋਰਸ ਲੈ ਲਿਆ 101, ਉਹਦੀ ਫੀਸ ਵੀ ਕਿੰਨੀ ਸੀਗੀ 5K। ਫਿਰ ਮੇਰਾ ਸਟੂਡੈਂਟ ਇੱਕ ਹੋਰ ਆਇਆ 2003 ਰੋਲ ਨੰਬਰ ਆਇਆ, ਉਹਦੀ ID 3 ਸੀਗੀ, ਉਹਨੇ ਕੋਰਸ ਲੈ ਲਿਆ 102, ਉਹਦੀ ਫੀਸ ਸੀਗੀ 2000। ਇਵੇਂ ਮੈਂ ਜਿਵੇਂ ਜਿਵੇਂ ਐਡ ਕਰੀ ਜਾਊਂਗਾ ਮੇਰਾ ਟੇਬਲ ਕੀ ਹੋ ਜਾਊਗਾ, ਵੱਡਾ ਹੋ ਜਾਊਗਾ। ਤਾਂ ਰਾਈਟ ਹੈ। ਹੁਣ ਮੈਂ ਦੋ ਜਿਹੜੀ ਆਹ ਸਟੂਡੈਂਟ ਟੇਬਲ ਦੀ ਆਹ ਚੱਕ ਲਈ ਫੀਲਡ, ਕੋਰਸ ਟੇਬਲ ਦੀ ਆਹ ਚੱਕ ਲਈ ਫੀਲਡ, ਮਤਲਬ ਦੋਨੇ ਕੀ ਸੀਗੀਆਂ, ਯੂਨੀਕ ਆਇਡੈਂਟੀਟੀ ਸੀਗੀਆਂ। ਸਟੂਡੈਂਟ ID ਵੀ ਦੇਖੋ, ਕਦੇ ਵੀ ਦੋ ਕਲਾਸ ਦੇ ਵਿੱਚ ਦੋ ਸਟੂਡੈਂਟ ਦਾ ਰੋਲ ਨੰਬਰ ਨਹੀਂ ਵੱਖਰਾ ਹੋ ਸਕਦਾ, ਸੇਮ ਹੋ ਸਕਦਾ, ਜਦ ਕਿ ਨੇਮ ਸੇਮ ਹੋ ਸਕਦਾ। ਮੰਨ ਲਓ ਕਲਾਸ ਦੇ ਵਿੱਚ ਜਸਪ੍ਰੀਤ ਹੈ, ਜਸਪ੍ਰੀਤ ਕੌਰ ਵੀ ਹੋ ਸਕਦੀ ਹੈ, ਜਸਪ੍ਰੀਤ ਸਿੰਘ ਵੀ ਹੋ ਸਕਦਾ, ਪਰ ਉਹਨਾਂ ਦੇ ਰੋਲ ਨੰਬਰ ਤਾਂ ਵੱਖਰੇ ਵੱਖਰੇ ਹੋਣਗੇ ਨਾ। ਤਾਂ ਯੂਨੀਕ ਆਇਡੈਂਟੀਟੀ ਉਹ ਹੁੰਦੀ ਜਿਹੜੇ ਕਿ ਬਿਲਕੁਲ ਯੂਨੀਕ ਹੁੰਦੀ ਆ। ਜਿਵੇਂ ਆਧਾਰ ਕਾਰਡ ਹੋ ਗਿਆ ਆਪਣਾ, ਕੋਈ ਵੀ ਦੋ ਪਰਸਨ ਦੇ ਆਧਾਰ ਕਾਰਡ ਨੰਬਰ ਸੇਮ ਨਹੀਂ ਹੋਣਗੇ। ਹੁਣ ਕੋਰਸ ID ਚੱਕ ਲਈ ਮੈਂ, ਇਹ ਮੈਂ ਦੋ ਟੇਬਲਾਂ ਦੇ ਕੀ ਕਰ ਚੱਕ ਲਏ, ਫੀਲਡ ਚੱਕ ਲਏ, ਉਹ ਤੋਂ ਇੱਕ ਆਪਾਂ ਨਵਾਂ ਰਿਲੇਸ਼ਨ ਤਿਆਰ ਕਰ ਲਿਆ। ਉਹ ਰਿਲੇਸ਼ਨ ਤਿਆਰ ਕੀ ਕੀਤਾ ਵੀ ਮੈਂ ਪਤਾ ਕਰਨਾ ਮੇਰੇ 101 ਕੋਰਸ ਦੇ ਵਿੱਚ ਕਿੰਨੇ ਬੱਚੇ ਨੇ, ਤਾਂ ਮੇਰੇ 2 ਬੱਚੇ ਨੇ। 102 ਕੋਰਸ ਦੇ ਵਿੱਚ ਮੇਰੇ ਕਿੰਨੇ ਬੱਚੇ ਨੇ, ਇਹ ਨੇ। ਤੇ ਮੇਰੀ 101 ਕੋਰਸ ਦੀ ਫੀਸ ਕਿੰਨੀ ਆ, 5000 ਹੈ, ਤੇ 102 ਦੀ ਫੀਸ ਕਿੰਨੀ ਆ, 2000। ਹੋਪਫੁਲੀ ਤੁਹਾਨੂੰ ਸਮਝ ਆ ਗਿਆ ਹੋਊਗਾ ਰਾਜੇ। ਇਹ ਹੈਗਾ ਤੁਹਾਡਾ ਰਿਲੇਸ਼ਨ ਮਾਡਲ। ਹੁਣ ਗੱਲ ਕਰਦੇ ਕਹਿੰਦਾ ਜਿਹੜਾ ਡਾਟਾ ਸਟੋਰ ਹੁੰਦਾ ਰਾਜੇ ਟੇਬਲ ਦੀ ਫਾਰਮ 'ਚ, ਉਹਨੂੰ ਕੀ ਕਹਿ ਦਿੰਦੇ ਆਪਾਂ, ਰਿਲੇਸ਼ਨ ਕਹਿ ਦਿੰਦੇ ਆ। ਤੇ ਹਰੇਕ ਰੋ ਜਿਹੜੀ ਹੁੰਦੀ ਆ, ਅੱਛਾ ਹੁਣ DBMS ਦੇ ਵਿੱਚ ਨਾ ਰਾਜੇ ਇੱਕ ਰੋ ਨੂੰ ਕੀ ਕਹਿ ਦਿੰਦੇ ਆ, ਟੱਪਲ ਕਹਿ ਦਿੰਦੇ ਆ। ਕਈ ਵਾਰ ਪੁੱਛਿਆ ਜਾਂਦਾ
ਜਿਵੇਂ ਹੁਣ ਮੰਨ ਲਓ ਟੇਬਲ ਹੈ, ਟੇਬਲ ਦੀ ਮੇਰੀ ਇੱਕ ਰੋ ਹੈ, ਤਾਂ ਉਹ ਰੋ ਨੂੰ ਕੀ ਕਹਿੰਦੇ ਆ ਡੀਬੀਐਮਐਸ ਦੀ ਭਾਸ਼ਾ ਦੇ ਵਿੱਚ ਕਿਆ ਕਹਿ ਦਿੰਦੇ ਆ, ਟੱਪਲ ਕਹਿ ਦਿੰਦੇ ਆ, ਟੱਪਲ। ਠੀਕ ਹੈ ਜੀ। ਤਾਂ ਕਹਿੰਦਾ ਈਚ ਰੋ ਇਨ ਏ ਰਿਲੇਸ਼ਨ ਕੰਟੇਨ ਏ ਯੂਨੀਕ ਵੈਲਿਊ। ਤਾਂ ਤੁਹਾਨੂੰ ਜਿਵੇਂ ਤੁਹਾਨੂੰ ਉੱਥੇ ਸਟੂਡੈਂਟ ਆਈਡੀ ਸੀਗੀ, ਕੋਰਸ ਆਈਡੀ ਸੀ, ਉਹ ਕੀ ਸੀਗੀ, ਯੂਨੀਕ ਸੀਗੀ। ਤੇ ਹਰੇਕ ਕਾਲਮ ਦੇ ਵਿੱਚ ਕੀ ਹੁੰਦਾ, ਕਹਿੰਦਾ ਰਿਲੇਸ਼ਨ ਕੰਟੇਨ ਵੈਲਿਊ ਫਰੋਮ ਦਾ ਸੇਮ ਡੋਮੇਨ। ਤਾਂ ਆਪਾਂ ਉੱਥੋਂ ਕੀ ਕਰਦੇ ਹਾਂ, ਵੱਖਰੀ ਵੱਖਰੀ ਵੈਲਿਊ ਚੱਕਦੇ ਰਹਿੰਦੇ ਆ। ਤਾਂ ਰਾਈਟ ਹੈ, ਇਹ ਸੀਗਾ ਤੁਹਾਡਾ ਰਿਲੇਸ਼ਨ ਮਾਡਲ। ਅੱਛਾ, ਹੁਣ ਮੈਂ ਨਾ ਐਂਟੀਟੀ ਰਿਲੇਸ਼ਨਸ਼ਿਪ ਨੂੰ ਥੋੜਾ ਜਿਹਾ ਹੋਰ ਡਿਟੇਲ ਦੇ ਵਿੱਚ ਲਿਖਿਆ ਹੋਇਆ, ਐਗਜ਼ਾਮਪਲ ਦੇਖ ਕੇ ਤੁਸੀਂ ਇਹਨੂੰ ਪੜ੍ਹ ਲਿਓ। ਇਹ ਸਿਰਫ ਤੁਹਾਡੀ ਹੈਲਪ ਵਾਸਤੇ ਲਿਖਿਆ, ਮੈਂ ਪਿੱਛੇ ਸਮਝਾਇਆ ਹੋਇਆ ਵੀ ਐਟਰੀਬਿਊਟਸ ਕੀ ਹੁੰਦੇ ਨੇ, ਤੁਹਾਡਾ ਐਂਟੀਟੀ ਕੀ ਚੀਜ਼ ਹੁੰਦੀ ਹੈ। ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ, ਜਿਹੜਾ ਆਹ ਟੌਪਿਕ ਹੈਗਾ ਇਹ ਮਤਲਬ ਕਿ ਇੰਨਾ ਇੰਪੋਰਟੈਂਟ ਤਾਂ ਨਹੀਂ ਹੈਗਾ, ਪਰ ਹੋ ਸਕਦਾ ਐਗਜ਼ਾਮ ਦੇ ਵਿੱਚ ਪੁੱਛਿਆ ਜਾਵੇ, ਇਸ ਕਰਕੇ ਮੈਂ ਤੁਹਾਨੂੰ ਇਹਦੇ ਬਾਰੇ ਦੱਸ ਦਿੰਦਾ, ਥੋੜਾ ਜਾਣਕਾਰੀ ਦੇ ਦਿੰਦਾ। ਹੁਣ ਐਟਰੀਬਿਊਟ ਵੀ ਕਈ ਤਰ੍ਹਾਂ ਦੇ ਹੁੰਦੇ ਆ। ਪਹਿਲਾ ਹੈਗਾ ਰਾਜੇ ਸਿੰਪਲ ਐਟਰੀਬਿਊਟ। ਹੁਣ ਸਿੰਪਲ ਐਟਰੀਬਿਊਟ ਕੀ ਹੁੰਦਾ ਰਾਜੇ, ਜਿਹਨੂੰ ਆਪਾਂ ਡਿਵਾਈਡ ਨਹੀਂ ਕਰ ਸਕਦੇ ਫਰਦਰ। ਠੀਕ ਹੈ, ਮੰਨ ਲਓ ਜਿਹੜਾ ਕੀ ਆਪਾਂ ਡਿਵਾਈਡ ਨਹੀਂ ਕਰ ਸਕਦੇ, ਜਿਹੜਾ ਕਿ ਯੂਨੀਕ ਹੋਊਗਾ, ਚਾਹੇ ਸਟੂਡੈਂਟ ਦਾ ਰੋਲ ਨੰਬਰ ਲੈ ਲਓ, ਉਹਨੂੰ ਆਪਾਂ ਡਿਵਾਈਡ ਨਹੀਂ ਕਰ ਸਕਦੇ। ਜਾਂ ਕਹਿੰਦਾ ਮੋਬਾਈਲ ਨੰਬਰ। ਹੁਣ ਜਿਹੜਾ ਮੋਬਾਈਲ ਨੰਬਰ ਉਹ 10 ਡਿਜਿਟ ਦਾ ਰਹੂਗਾ, ਉਹਨੂੰ ਆਪਾਂ ਅੱਗੇ ਇਹ ਤਾਂ ਨਹੀਂ 5 ਡਿਵਾਈਡ ਕਰ ਦਾਂਗੇ, ਮਤਲਬ ਕਿ ਉਹ 10 ਦਾ ਤਾਂ 10 ਦਾ ਹੀ ਰਹੂਗਾ, 9 ਦਾ ਨਹੀਂ ਹੋ ਸਕਦਾਗਾ। ਤਾਂ ਰਾਈਟ ਹੈ, ਸਿੰਪਲ ਐਟਰੀਬਿਊਟ ਉਹ ਚੀਜ਼ ਹੁੰਦੀ ਜਿਹਨੂੰ ਆਪਾਂ ਅੱਗੇ ਫਰਦਰ ਕੀ ਕਰ ਸਕਦੇ, ਡਿਵਾਈਡ ਨਹੀਂ ਕਰ ਸਕਦੇ। ਓਕੇ ਜੀ। ਹੁਣ ਗੱਲ ਕਰਦੇ ਆ ਕੰਪੋਜ਼ਿਟ ਐਟਰੀਬਿਊਟ ਦੀ। ਕੰਪੋਜ਼ਿਟ ਐਟਰੀਬਿਊਟ ਕੀ ਚੀਜ਼ ਹੁੰਦਾ, ਜਿਹੜਾ ਕੀ ਕਹਿੰਦਾ ਇੱਕ ਤੋਂ ਜ਼ਿਆਦਾ ਤੋਂ ਮਿਲ ਕੇ ਬਣਿਆ ਹੁੰਦਾ। ਠੀਕ ਹੈ, ਹੁਣ ਕੀ ਹੈ, ਮੰਨ ਲਓ ਜਿਵੇਂ ਕਹਿੰਦਾ ਵੀ ਆਪਣਾ ਹੁਣ ਨੇਮ ਹੈ, ਮੇਰਾ ਨੇਮ ਕੀ ਹੈ, ਬਲਜਿੰਦਰ ਸਿੰਘ। ਮੇਰਾ ਫਸਟ ਨੇਮ ਕੀ ਹੈ, ਬਲਜਿੰਦਰ, ਲਾਸਟ ਨੇਮ ਕੀ ਮੇਰਾ ਸਿੰਘ। ਤਾਂ ਮਤਲਬ ਦੋ ਚੀਜ਼ਾਂ ਤੋਂ ਮਿਲ ਕੇ ਬਣਾਇਆ ਗਿਆ ਮੇਰਾ ਕੀ, ਨੇਮ। ਤਾਂ ਉਹ ਕੀ ਹੋ ਗਿਆ, ਇੱਕ ਤਰ੍ਹਾਂ ਦਾ ਕੰਪੋਜ਼ਿਟ ਐਟਰੀਬਿਊਟ ਹੋ ਗਿਆ। ਰਾਈਟ ਹੈ ਜੀ, ਇਹ ਵੀ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਨੈਕਸਟ ਕਰਦੇ ਆ ਡਰਾਈਵਡ। ਹੁਣ ਡਰਾਈਵਡ ਬੜਾ ਵਧੀਆ ਚੀਜ਼ ਹੈ। ਡਰਾਈਵਡ ਦੇ ਵਿੱਚ ਕੀ ਹੁੰਦਾ, ਹੁਣ ਤੁਸੀਂ ਸਾਰੇ ਫਾਰਮ ਭਰਦੇ ਆ ਪਟਵਾਰੀ ਦਾ, ਪਟਵਾਰੀ ਦੀ ਤੁਸੀਂ ਸਾਰਿਆਂ ਨੇ ਫਾਰਮ ਭਰੀ ਹੋਊਗੀ, ਰਜਿਸਟ੍ਰੇਸ਼ਨ ਕੀਤੀ ਹੋਊਗੀ। ਹੁਣ ਉਹਦੇ ਵਿੱਚ ਆਪਣੇ ਕੀ ਆ ਵੀ 37 ਸਾਲ ਤੋਂ ਵੱਧ ਬੰਦੇ ਉਮਰ ਵਾਲਾ ਬੰਦਾ ਫਾਰਮ ਨਹੀਂ ਭਰ ਸਕਦਾ। ਪਰ ਹੁਣ ਮੈਂ ਉੱਥੇ ਕੋਈ ਪੰਗਾ ਲੈ ਲਵੇ, 40 ਸਾਲ ਵਾਲਾ ਬੰਦਾ ਕੋਈ, ਮੈਂ ਫਾਰਮ ਭਰ ਦੂੰਗਾ ਭਾਈ। ਪਰ ਜਦੋਂ ਉਹ ਫਾਰਮ ਭਰੂਗਾ, ਮੰਨ ਲਓ ਉਹਨੇ ਡੇਟ ਆਫ ਬਰਥ ਲਿਖਤੀ, ਉੱਥੇ ਲਿਖਤੀ ਮਤਲਬ 1 ਜਨਵਰੀ 1950, ਤਾਂ ਉਹ ਤਾਂ ਐਲੀਜੀਬਲ ਨਹੀਂ ਹੈਗਾ। ਉਹਦੇ ਹੁਣ ਦੇਖੋ, ਉਹਨੇ ਡੇਟ ਆਫ ਬਰਥ ਭਰਿਆ, ਪਰ ਕੰਪਿਊਟਰ ਨੇ ਕੀ ਕਰ ਲਿਆ, ਉਹਦੀ ਏਜ ਕਾਊਂਟ ਕਰ ਲਈ ਵੀ ਇਹ ਕਿੰਨੇ 37 ਸਾਲ ਤੋਂ ਵੱਧ ਆ ਕਿ ਘੱਟ ਆ। ਹੁਣ ਮੰਨ ਲਓ ਕਰ ਲਈ ਕਾਊਂਟ, ਕਹਿੰਦਾ ਵੀ ਇਹ ਤਾਂ ਵੱਧ ਆ, 37 ਸਾਲ ਤੋਂ ਵੱਧ ਆ। ਤਾਂ ਜਿਹੜੀ ਚੀਜ਼ ਕਿਸੇ ਚੀਜ਼ ਤੋਂ ਗਾਂ ਡਰਾਈਵਡ ਕਰ ਸਕੀਏ, ਉਹਨੂੰ ਕਹਿ ਦਿੰਦੇ ਆ ਡਰਾਈਵਡ ਐਟਰੀਬਿਊਟਸ। ਹੁਣ ਮੰਨ ਲਓ ਤੁਸੀਂ ਜਦੋਂ ਫਾਰਮ ਭਰਿਆ ਹੋਊਗਾ, ਮੰਨ ਲਓ ਜਿਵੇਂ ਤੁਸੀਂ ਮੰਨ ਲਓ ਜਦੋਂ ਫਾਰਮ ਭਰਿਆ ਜਿਵੇਂ 1/1/1980 ਲਿਖਿਆ ਜਾਂ ਕੁਛ ਲਿਖਿਆ, ਤੁਹਾਡੇ ਸਾਹਮਣੇ ਆ ਗਿਆ ਹੋਊਗਾ, ਤੁਹਾਡੀ ਏਜ ਕਿੰਨੀ ਹੈ, 38। ਤਾਂ ਕੰਪਿਊਟਰ ਨੇ ਆਟੋਮੈਟਿਕਲੀ ਕੀ ਕਰ ਲਈ, ਕੈਲਕੂਲੇਟ ਕਰ ਲਈ ਕਿਤੋਂ, ਆਹ ਵਾਲੇ ਐਟਰੀਬਿਊਟ ਤੋਂ। ਤਾਂ ਇਹਨੂੰ ਕੀ ਕਹਿ ਦਿੰਦੇ ਆ ਰਾਜੇ, ਡਰਾਈਵਡ ਐਟਰੀਬਿਊਟ ਕਹਿ ਦਿੰਦੇ ਆ। ਕੀ ਕਹਿੰਦਾ, ਕਹਿੰਦਾ ਡਰਾਈਵਡ ਐਟਰੀਬਿਊਟ ਔਰ ਦਾ attributes that does not exist in the physical database but their values are derived from the other attributes। ਫੋਰ ਐਗਜ਼ਾਮਪਲ ਜਿਵੇਂ ਐਵਰੇਜ ਸੈਲਰੀ ਹੋ ਗਈ, ਹੁਣ ਸੈਲਰੀ ਤਾਂ ਹੋਊਗੀ, ਲੇਕਿਨ ਐਵਰੇਜ ਸੈਲਰੀ ਕਿਵੇਂ ਚੱਲੂਗੀ ਆਪਾਂ ਨੂੰ, ਅਗਰ ਆਪਾਂ 12 ਮਹੀਨਿਆਂ ਦੀ ਸੈਲਰੀ ਕਾਊਂਟ ਕਰ ਲਈਏ, ਉੱਥੋਂ ਆਪਾਂ ਕੀ ਆ ਜਾਊਗੀ, ਆਪਣੀ ਐਵਰੇਜ ਸੈਲਰੀ ਆ ਜਾਊਗੀ। ਜਾਂ ਫਿਰ ਕਹਿੰਦਾ ਆਪਣੀ ਏਜ ਕਿੱਥੋਂ ਆਪਾਂ ਕੱਢ ਸਕਦੇ ਹਾਂ, ਡੇਟ ਆਫ ਬਰਥ ਤੋਂ ਕੱਢ ਸਕਦੇ ਹਾਂ। ਤਾਂ ਰਾਈਟ ਹੈ ਰਾਜੇ, ਕੀ ਹੋ ਗਿਆ, ਇੱਕ ਤਰ੍ਹਾਂ ਦਾ ਡਰਾਈਵਡ ਐਟਰੀਬਿਊਟਸ ਹੋ ਗਿਆ। ਅੱਗੇ ਹੈਗਾ ਸਿੰਗਲ ਵੈਲਿਊ ਐਟਰੀਬਿਊਟ। ਸਿੰਗਲ ਵੈਲਿਊ ਐਟਰੀਬਿਊਟ ਕੀ ਹੁੰਦਾ ਰਾਜੇ, ਜਿਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ, ਯੂਨੀਕ ਹੁੰਦਾ। ਜਿਵੇਂ ਸੋਸ਼ਲ ਸਿਕਿਉਰਿਟੀ ਨੰਬਰ ਹੋ ਗਿਆ, ਆਈਡੀ ਹੋ ਗਈ, ਠੀਕ ਹੈ, ਆਧਾਰ ਕਾਰਡ ਹੋ ਗਿਆ, ਇਹ ਕੀ ਆ, ਸਿੰਗਲ ਵੈਲਿਊ। ਇੱਕ ਹੁੰਦਾ ਮਲਟੀ ਵੈਲਿਊ। ਮਲਟੀ ਵੈਲਿਊ ਕੀ ਹੋਊਗਾ ਰਾਜੇ, ਜਿਹਦੇ ਵਿੱਚ ਕੀ ਹੋਊਗੀ, ਮੋਰ ਦੈਨ 1 ਵੈਲਿਊ ਹੋਊਗੀ। ਮੋਰ ਦੈਨ 1 ਵੈਲਿਊ ਕਿਵੇਂ, ਮੰਨ ਲਓ ਕਿਸੇ ਬੰਦੇ ਕੋਲ 2 ਮੋਬਾਈਲ ਨੰਬਰ ਨੇ, ਕਿਸੇ ਬੰਦੇ ਕੋਲ 2 ਆਈਡੀਆਂ ਨੇ, 3 ਆਈਡੀਆਂ ਨੇ, 5 ਆਈਡੀਆਂ ਨੇ, ਤਾਂ ਠੀਕ ਹੈ, ਇਹ ਕੀ ਹੋ ਗਿਆ, ਆਪਣਾ ਮਲਟੀ ਵੈਲਿਊ ਐਟਰੀਬਿਊਟਸ ਹੋ ਗਿਆ। ਤਾਂ ਰਾਈਟ ਹੈ, ਸਾਰੇ ਕੁਝ ਸਮਝ ਆ ਗਿਆ ਹੋਊਗਾ ਰਾਜੇ। ਹੁਣ ਲਾਸਟ ਦੇ ਵਿੱਚ ਇੱਕ ਚੀਜ਼ ਹੋਰ ਜਿਹੜੀ ਕਿ ਬੜੀ ਇੰਪੋਰਟੈਂਟ ਹੈ, ਜਿਹੜਾ ਈਆਰ ਮਾਡਲ ਹੈ ਰਾਜੇ, ਉਹਨੂੰ ਡਿਫਾਈਨ ਕਰਨ ਵਾਸਤੇ, ਰਿਪਰਜੈਂਟ ਕਰਨ ਵਾਸਤੇ ਕੁਝ ਸ਼ੇਪਸ ਦਿੱਤੀਆਂ ਜਾਂਦੀਆਂ। ਉਹ ਸ਼ੇਪ ਐਗਜ਼ਾਮਪਲਾਂ ਪੁੱਛੀਆਂ ਜਾ ਸਕਦੀਆਂ, ਪੇਪਰ ਦੇ ਵਾਸਤੇ ਇੰਪੋਰਟੈਂਟ ਹੋ ਸਕਦੀਆਂ। ਹੁਣ ਕਹਿੰਦਾ ਜਿਹੜੀਆਂ ਐਂਟੀਟੀ ਹੁੰਦੀਆਂ ਨੇ, ਕਹਿੰਦਾ ਉਹਨੂੰ ਰਿਪਰਜੈਂਟ ਕਰਨ ਵਾਸਤੇ ਰੈਕਟੈਂਗਲ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਮੰਨ ਲਓ ਸਟੂਡੈਂਟ ਕੀ ਹੈ, ਇੱਕ ਮੇਰੀ ਐਂਟੀਟੀ ਹੈ, ਉਹਨੂੰ ਮੈਂ ਰਿਪਰਜੈਂਟ ਕਰਨਾ ਤਾਂ ਮੈਂ ਇੱਦਾਂ ਕਰੂੰਗਾ। ਟੀਚਰ ਵੀ ਕੀ ਹੈ, ਮੇਰੀ ਇੱਕ ਐਂਟੀਟੀ ਹੈ, ਪ੍ਰੋਜੈਕਟ ਮੇਰੀ ਐਂਟੀਟੀ ਹੈ, ਜਾਂ ਕੁਛ ਟੀਚਰ ਆ ਜਾਂ ਕੁਛ ਹੋਰ ਹੈ, ਉਹ ਕੀ ਮੇਰੀ ਕੀ ਹੋ ਗਈ, ਐਂਟੀਟੀ ਹੋ ਗਈ। ਤਾਂ ਰਾਈਟ ਆ, ਇਹਨੂੰ ਰਿਪਰਜੈਂਟ ਕਿਵੇਂ ਕਰਾਂਗੇ, ਰੈਕਟੈਂਗਲ ਦੇ ਨਾਲ। ਬਸ ਤੁਸੀਂ ਇੰਨਾ ਯਾਦ ਰੱਖਣਾ, ਜਿਹੜੀ ਐਂਟੀਟੀਜ਼ ਹੁੰਦੀਆਂ ਨੇ ਉਹਨੂੰ ਕਿਹੜੀ ਡਾਇਗਰਾਮ ਦੇ ਨਾਲ ਰਿਪਰਜੈਂਟ ਕਰਦੇ ਆ, ਰੈਕਟੈਂਗਲਸ ਦੇ ਨਾਲ ਕਰਦੇ ਆ। ਅੱਛਾ, ਹੁਣ ਜਿਹੜੇ ਐਟਰੀਬਿਊਟਸ ਹੋ ਗਏ, ਜਿਵੇਂ ਐਟਰੀਬਿਊਟਸ ਆਰ ਦਾ ਕਹਿੰਦਾ ਪ੍ਰੋਪਰਟੀਜ਼ ਆਫ ਦਾ ਐਂਟੀਟੀਜ਼, ਐਟਰੀਬਿਊਟਸ ਆਰ ਰਿਪਰਜੈਂਟ ਬਾਈ ਮੀਨਸ ਆਫ ਦਾ ਐਲਿਪਸ। ਤਾਂ ਐਟਰੀਬਿਊਟਸ ਨੂੰ ਆਪਾਂ ਐਂ ਕਰਾਂਗੇ, ਜਿਵੇਂ ਮੰਨ ਲਓ ਐਂ ਕਰਕੇ ਐਲਿਪਸ ਦੇ ਵਿੱਚ ਕਰਾਂਗੇ, ਗੋਲਿਆਂ ਦੇ ਵਿੱਚ। ਤਾਂ ਰਾਈਟ ਹੈ, ਇੱਥੇ ਕੁਦਰਤੀ ਡਾਇਗਰਾਮ ਮੈਨੂੰ ਤਾਂ ਹਾਈਡ ਹੋ ਗਈ, ਡਾਇਗਰਾਮ ਸੀਗੀ। ਹੁਣ ਅੱਛਾ,
डायग्राम राजे 1 मिनट मैं चैक करदा डायग्राम आ क्यों नहीं रही, वेट मैं दोबारा कराउणा 1 मिनट। हाँ जी बेटा, ਉਹਦੇ ਵਿੱਚ ਨਾ ਡਾਇਗਰਾਮ ਨਹੀਂ ਆਈਆਂ ਸੀਗੀਆਂ। ਹੁਣ ਦੇਖੋ ਐਂਟੀਟੀ ਤੁਹਾਨੂੰ ਮੈਂ ਦੱਸਤੀ ਰਾਜੇ, ਐਂਟੀਟੀ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਜਿਹੜੀ ਡਾਇਗਰਾਮ ਦੀ ਜ਼ਰੂਰਤ ਆਪਾਂ ਵਰਤਦੇ ਹਾਂ ਉਹ ਕਿਹੜੀ ਆ, ਰੈਕਟੈਂਗਲ। ਰੈਕਟੈਂਗਲ ਕਿਹਦੇ ਵਾਸਤੇ ਵਰਤਿਆ ਜਾਂਦਾ, ਐਂਟੀਟੀ ਨੂੰ ਸ਼ੋ ਆਫ ਕਰਨ ਵਾਸਤੇ। ਨੈਕਸਟ ਗੱਲ ਕਰਦੇ ਹਾਂ ਆਪਾਂ ਐਟਰੀਬਿਊਟਸ। ਤਾਂ ਐਟਰੀਬਿਊਟਸ ਕੀ ਹੁੰਦੇ ਰਾਜੇ, ਪ੍ਰੋਪਰਟੀਜ਼ ਆਫ ਦਾ ਐਂਟੀਟੀਜ਼ ਹੁੰਦੀਆਂ ਨੇ। ਇਹਨੂੰ ਆਪਾਂ ਜਿਹੜੀ ਸ਼ੇਪ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ ਉਹ ਕਿਹੜੀ ਹੁੰਦੀ ਆ, ਐਲਿਪਸ। ਜਿਵੇਂ ਆ ਦੇਖੋ ਓਵਲ ਸ਼ੇਪ ਦੇ ਵਿੱਚ ਹੁੰਦੀ ਹੈ, ਐਲਿਪਸ ਕਹਿ ਦਿੰਦੇ ਇਹਨੂੰ। ਆ ਦੇਖੋ ਇਹ ਸਾਰੀਆਂ ਕੀ ਨੇ, ਐਟਰੀਬਿਊਟਸ ਨੇ ਕਿਹਦੀਆਂ, ਸਟੂਡੈਂਟ ਐਂਟੀਟੀਜ਼ ਦੀਆਂ। ਤਾਂ ਰਾਈਟ ਹੈ, ਸ਼ੇਪ ਯਾਦ ਰੱਖਣੀਆਂ ਨੇ ਕਿਹੜੀ ਕਿਹੜੀ ਸ਼ੇਪ ਤੋਂ ਆਪਾਂ ਕੀ ਕੀ ਕਰਦੇ ਹਾਂ। ਹੁਣ ਜੇ ਆਪਾਂ ਗੱਲ ਕਰੀਏ ਕੰਪੋਜ਼ਿਟ ਦੀ, ਤਾਂ ਕੰਪੋਜ਼ਿਟ ਕੀ ਹੁੰਦਾ ਰਾਜੇ, ਜਿਹੜਾ ਕਿ ਕਿਸੇ ਦੋ ਤੋਂ ਡਰਾਈਵ ਹੋਇਆ ਹੋਇਆ। ਹੁਣ ਜਿਵੇਂ ਫਸਟ ਨੇਮ ਤੇ ਲਾਸਟ ਨੇਮ ਤੋਂ ਕੀ ਬਣ ਗਿਆ, ਆਪਣਾ ਨਾਮ ਬਣ ਗਿਆ। ਤਾਂ ਇਹ ਕੀ ਬਣਾਊਗਾ, ਇੱਕ ਤਰ੍ਹਾਂ ਦਾ ਟਰੀ ਸਟਰਕਚਰ ਬਣਾਊਗਾ। ਕੀ ਬਣਾਊਗਾ, ਟਰੀ ਟਾਈਪ ਸਟਰਕਚਰ ਬਣਾਊਗਾ। ਰਾਈਟ ਹੈ ਜੀ। ਹੁਣ ਨੈਕਸਟ ਗੱਲ ਕਰਦੇ ਹਾਂ ਆਪਾਂ ਮਲਟੀ ਵੈਲਿਊਡ। ਮਲਟੀ ਵੈਲਿਊਡ ਦੇ ਵਿੱਚ ਕੀ ਹੁੰਦਾ ਰਾਜੇ, ਜਿਵੇਂ ਕਿਸੇ ਬੰਦੇ ਕੋਲ 2 ਫੋਨ ਹੋਣਗੇ, 2 ਫੋਨ ਨੰਬਰ ਹੋਣਗੇ, ਤਾਂ ਇਹਨੂੰ ਮੈਂ ਕੀ ਕਰੂੰਗਾ, ਡਬਲ ਸ਼ੇਪ ਦਾ ਕੀ ਬਣਾ ਦੂੰਗਾ, ਐਲਿਪਸ ਬਣਾ ਦੂੰਗਾ। ਰਾਈਟ ਹੈ ਜੀ। ਹੁਣ ਨੈਕਸਟ ਗੱਲ ਕਰਦੇ ਹਾਂ ਡਰਾਈਵਡ। ਤਾਂ ਡਰਾਈਵਡ ਤੁਹਾਨੂੰ ਪਤਾ ਵੀ ਏਜ ਜਿਹੜੀ ਹੁੰਦੀ ਹੈ ਡਰਾਈਵਡ ਹੋਈ ਵੀ ਹੈ ਡੇਟ ਆਫ ਬਰਥ ਤੋਂ। ਜਿਹੜੀ ਡਰਾਈਵਡ ਹੁੰਦੀ ਉਹਨੂੰ ਆਪਾਂ ਕੀ ਕਰਦੇ ਹਾਂ, ਡੈਸ਼ ਵਾਲਾ ਐਲਿਪਸ। ਡੈਸ਼ ਵਾਲਾ ਮਤਲਬ ਕਿ ਡਾਟ ਡਾਟ ਵਾਲਾ ਐਲਿਪਸ ਬਣਾ ਦਿੰਦੇ ਹਾਂ। ਰਾਈਟ ਹੈ। ਇਹ ਸਾਰੀਆਂ ਕੀ ਸੀਗੀਆਂ ਰਾਜੇ, ਇਹ ਵੱਖਰੀਆਂ ਵੱਖਰੀਆਂ ਰਿਪਰੈਜ਼ੈਂਟੇਸ਼ਨ ਸੀਗੀਆਂ ਆਪਣੀਆਂ ਐਟਰੀਬਿਊਟਸ ਦੀਆਂ, ਐਂਟੀਟੀ ਦੀਆਂ। ਠੀਕ ਹੈ। ਤਾਂ ਹੁਣ ਕੁਐਸਚਨ ਕਿਵੇਂ ਪੁੱਛੇ ਜਾਂਦੇ ਆ ਵੀ, ਜਿਵੇਂ ਕਹਿੰਦਾ ਇੱਕ ਕਲੈਕਸ਼ਨ ਆਫ ਦਾ ਅਨਪ੍ਰੋਸੈਸਡ ਆਈਟਮ। ਤੁਹਾਨੂੰ ਮੈਂ ਦੱਸਿਆ ਵੀ ਜਿਹੜੀ ਅਨਪ੍ਰੋਸੈਸਡ ਕੀ ਚੀਜ਼ ਹੁੰਦੀ ਹੈ, ਡਾਟਾ ਹੁੰਦਾ ਜਿਹਨੂੰ ਅਜੇ ਪ੍ਰੋਸੈਸ ਨਹੀਂ ਕੀਤਾ ਗਿਆ। ਪ੍ਰੋਸੈਸ ਹੋਣ ਤੋਂ ਬਾਅਦ ਕੀ ਬਣ ਜੂਗਾ, ਉਹ ਇਨਫੋਰਮੇਸ਼ਨ ਬਣ ਜੂਗਾ। ਅਤੇ ਲਾਸਟ ਦੇ ਵਿੱਚ ਤੁਸੀਂ ਮੈਨੂੰ ਇਹਦਾ ਆਨਸਰ ਕਰਕੇ ਜਾਣਾ ਹੈ। ਕਮੈਂਟ ਬਾਕਸ 'ਚ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਸਕਦੇ ਹੋ। ਕਹਿੰਦਾ ਡੈਸ਼ ਰਿਪਰੈਜ਼ੈਂਟ ਰॉ ਫੈਕਟ ਵੇਅਰ ਐਜ਼ ਡੈਸ਼ ਇਜ਼ ਡਾਟਾ ਮੇਡ ਮੀਨਿੰਗਫੁਲ। ਤਾਂ ਇਹਦਾ ਆਨਸਰ ਤੁਸੀਂ ਮੈਨੂੰ ਕਰਕੇ ਜਾਣਾ ਰਾਜੇ। ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ, ਕਾਫੀ ਇਨਫੋਰਮੇਟਿਵ ਸੈਸ਼ਨ ਸੀਗਾ। ਅਤੇ ਚਲੋ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਵਾਸਤੇ ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।